ਸ਼ੇਰੇ ਪੰਜਾਬ 600 AM ਤੇ ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:17 ਮਿੰਟ ਹੋ ਗਏ ਤੇ 26 ਅਗਸਤ ਦਾ ਦਿਨ ਵਰਾ 2022 ਦਾ ਸ਼ੁੱਕਰਵਾਰ ਹੈ। 9 ਹੋ ਗਿਆ ਭਾਦੋਂ ਤੇ ਨਾਨਕਸ਼ਾਹੀ ਸੰਮਤ 554। ਨਿੱਘਾ ਹਾਰਦਿਕ ਸਵਾਗਤ ਹੈ ਜੀ। ਝਰੋਖੇ 'ਚ ਸਰ ਨਵਕਿਰਨ ਸਿੰਘ ਪੱਤੀ ਸ਼ਾਮਲ ਹੋਣਗੇ। ਉਸ ਤੋਂ ਬਾਅਦ ਕੁਝ ਇੰਟਰਵਿਊਜ਼ ਨੇ ਤੁਹਾਡੇ ਲਈ। ਪਰਮਿੰਦਰ ਸਿੰਘ ਥਿੰਦ ਆਉਣਗੇ। ਫਿਰ ਸਰੀ ਸ਼ਹਿਰ ਦੀ ਗੱਲਬਾਤ ਹੋਏਗੀ। ਉਦੋਂ ਪਹਿਲਾਂ ਰਾਜਨ ਸਾਹਨੀ ਜੀ ਸ਼ਾਮਲ ਹੋਣਗੇ ਅਲਬਰਟਾ ਤੋਂ। ਕੰਜ਼ਰਵੇਟਿਵ ਜਿਹੜੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਆ ਉੱਥੇ ਦੀ, ਉਸ ਦੀ ਉਹ ਲੀਡਰਸ਼ਿਪ ਰੇਸ ਲੜ ਰਹੇ ਨੇ। ਪਹਿਲੇ ਪੰਜਾਬੀ, ਪਹਿਲੀ ਇਸਤਰੀ ਸਾਡੇ ਭਾਈਚਾਰੇ 'ਚੋਂ ਮਿਹਨਤ ਪੂਰੀ ਹੋ ਰਹੀ ਹੈ। ਜੇ ਭਾਈਚਾਰਾ ਠੋਕ ਕੇ ਵੋਟਾਂ ਪਾ ਦੇਵੇ ਫਿਰ ਮੁੱਖ ਮੰਤਰੀ ਦਾ ਅਹੁਦਾ ਵੀ ਮਿਲ ਸਕਦਾ। ਆਖਰੀ ਘੰਟੇ 'ਚ ਅੱਜ ਗੱਲਬਾਤ ਪਿਛਲੇ ਦਿਨਾਂ ਦੀ ਜਦ ਚੱਲ ਰਹੀ ਹੈ 47 ਦੀ, ਇੱਕ ਚਸ਼ਮਦੀਦ ਸ਼ਾਮਲ ਹੋਣਗੇ। ਸਰਾ ਕਰਮ ਸਿੰਘ ਸੇਖੋਂ ਝੰਡਿਆਣਾ ਪਿੰਡ ਹੈ। MGR ਬਹੁਤ ਚਿਰਾਂ ਦੇ ਅਸੀਂ ਜਾਣਦੇ ਹਾਂ, ਵੱਡੇ ਬਹੁਤ ਨੇ ਸਾਡੇ ਤੋਂ। ਮੋਗਾ ਗੁਹਾਟੀ ਰੋਡਵੇਜ਼ ਬਹੁਤ ਵੱਡਾ ਨਾਂ ਸੀ, ਕਦੇ ਕਲਕੱਤੇ ਤੇ ਕਦੇ ਦਿੱਲੀ। LPਆਂ ਖੜਕਦੀਆਂ ਜਾਂਦੀਆਂ ਗੁਹਾਟੀ ਨੂੰ ਕਲਕੱਤਿਓਂ। ਅਤੇ ਕੁਛ ਸਮਾਂ ਉਹ ਸ਼ਾਮਲ ਹੋਣਗੇ 12 ਤੋਂ 1 ਵਾਲੇ ਸਮੇਂ 'ਚ 10-15 ਮਿੰਟ। ਉਹ ਆਪਣੇ ਯਾਰ ਦੀ ਕੋਈ ਗੱਲ ਕਰਨੀ ਚਾਹੁੰਦੇ ਨੇ, ਲਹਿੰਦੇ ਪੰਜਾਬ ਦੀ। ਉੱਦਣ ਦੀ ਕਹਿੰਦੇ ਕਹਾਣੀ ਸੁਣ ਕੇ ਪਿਛਲੇ ਬੁੱਧਵਾਰ ਕਹਿੰਦੇ ਬਹੁਤਾ ਰੋਇਆ ਮੈਂ, ਅਤੇ ਆਪਣੇ ਯਾਰ ਨੂੰ ਫੋਨ ਕੀਤਾ ਵਿਛੜੇ ਨੂੰ। ਲਹਿੰਦੇ ਪੰਜਾਬ 'ਚੋਂ ਗੱਲਬਾਤ ਕਰਨਗੇ ਅਤੇ ਮੇਰੇ ਪਿੰਡ ਮੇਰੇ ਖੇਤ ਦੀ ਗੱਲ ਹੋਰ ਕੋਈ ਤੁਰੇਗੀ। ਤਾਂ ਹੀ ਅੱਜ ਫੇਸਬੁੱਕ 'ਤੇ ਲਿਖਿਆ ਸੀ ਸਿੱਧੇ ਹੀ ਆ ਜਾਓ, ਖਾਸਾ ਕੁਛ ਹੈ ਅੱਜ। 604 204 0600 ਆਨ-에ਅਰ ਨੰਬਰ ਹੈ। 6042040600 ਅਤੇ 604 729 1224 ਵਟਸਐਪ ਟੈਕਸਟ ਲਈ ਆਪਣਾ ਘਰ ਵਾਲਾ ਨੰਬਰ ਹੈ। ਗੇਜ ਵਾਲਾ ਜੇਬ ਨੂੰ ਗੇਜ ਕਹਿੰਦੇ ਸਾਡੇ ਪਿੰਡਾਂ 'ਚ। 604 204 0600 ਅਤੇ 604 204 0600 ਆਨ-에ਅਰ ਅਤੇ ਇਹੀ ਟੈਕਸਟ ਦਾ ਨੰਬਰ ਹੈ। ਯਾਦ ਰੱਖਿਓ, ਭੇਜਿਆ ਕਰੋ ਟੈਕਸਟ, ਤੁਹਾਡਾ ਪੜ੍ਹ ਕੇ ਸੁਣਾਇਆ ਕਰਾਂ। 6042040600। ਕਤਲ ਜਦੋਂ ਉਹ ਕਰ ਰਿਹਾ ਸੀ ਬੜੇ ਪੁਰਾਣੇ ਸਾਕ ਦਾ, ਕਤਲ ਜਦੋਂ ਉਹ ਕਰ ਰਿਹਾ ਸੀ ਬੜੇ ਪੁਰਾਣੇ ਸਾਕ ਦਾ, ਅੰਬਰਾਂ ਤੋਂ ਨਾ ਪੁੱਛਿਆ ਕਿ ਰਿਸ਼ਤਾ ਹਵਾ ਤੇ ਖਾਕ ਦਾ। ਲੁਕਣੇ ਨੂੰ ਕਿਹੜਾ ਚੰਨ ਸੀ ਜੋ ਬੱਦਲਾਂ ਓਲੇ ਹੋ ਗਿਆ, ਲੁਕਣੇ ਨੂੰ ਕਿਹੜਾ ਚੰਨ ਸੀ ਜੋ ਬੱਦਲਾਂ ਓਲੇ ਹੋ ਗਿਆ, ਤੇਰੇ ਕੰਨਾਂ 'ਚ ਖੜਕਾ ਪੈ ਗਿਆ ਮੇਰੀ ਚੁੱਪ ਦੇ ਵਰਲਾਪ ਦਾ। ਮੇਰੇ ਦੋਸਤ ਦੇ ਨਾਲ ਦੋਸਤੀ ਜੇ ਉਹਦੀ ਨਹੀਂ ਤਾਂ ਮੇਰੀ ਵੀ ਨਹੀਂ। ਮੈਂ ਹੈਰਾਨ ਹਾਂ ਕਿ ਉਹ ਕਿਸ ਤਰ੍ਹਾਂ ਹੈ ਮਿੱਤਰਤਾ ਨੂੰ ਨਾਪਦਾ। ਰਿਸ਼ਤਿਆਂ ਨੂੰ ਤੋੜ ਕੇ ਜਦ ਰਿਸ਼ਤਿਆਂ ਬਾਰੇ ਸੁਣੇ, ਰਿਸ਼ਤਿਆਂ ਨੂੰ ਤੋੜ ਕੇ ਜਦ ਰਿਸ਼ਤਿਆਂ ਬਾਰੇ ਸੁਣੇ, ਜੋ ਹੋਇਆ ਇਹ ਤੇ ਕੁਝ ਵੀ ਨਹੀਂ ਸੀ, ਉਹ ਇਸ ਤਰ੍ਹਾਂ ਹੁਣ ਝਾਕਦਾ। ਇਹ ਗੁੰਝਲਦਾਰ ਹੈ, ਇਹਨੂੰ ਜਾਣਨਾ ਪਹਿਚਾਨਣਾ। ਇਹ ਬਹੁਤ ਗੁੰਝਲਦਾਰ ਹੈ, ਇਹਨੂੰ ਜਾਣਨਾ ਪਹਿਚਾਨਣਾ। ਲੱਭਣ ਨਿਸ਼ਾਨੋਂ ਤੁਰ ਪਿਆ ਪਹਾੜਾਂ 'ਚ ਮਾਰੀ ਹਾਕ ਦਾ। ਮੈਨੂੰ ਸਮਝ ਕੋਈ ਨਾ ਆ ਰਹੀ ਕੀ ਕਹਿ ਰਿਹਾ ਕਿਸ ਰੋਹ 'ਚ ਉਹ, ਹੁਣ ਤਰਜਮਾ ਕੋਈ ਕਰ ਦਵੇ ਉਹਦੇ ਮੂੰਹੋਂ ਕੱਢੇ ਵਾਕ ਦਾ। ਕਿੰਦਾ ਸੀ ਸ਼ਮੀਪੁਰੀਆ, ਕਿੰਦਾ ਸੀ ਡਰਦਾ ਜਲਣ ਤੋਂ ਹੁਣ ਕੋਲੇ ਕੋਲੇ ਹੋ ਗਿਆ। ਅੱਗ ਨਾਲ ਰਿਸ਼ਤਾ ਹੋ ਗਿਆ ਸਵਾਦ ਪੈ ਗਿਆ ਰਾਖ ਦਾ। ਕਿੰਦਾ ਸੀ ਡਰਦਾ ਜਲਣ ਤੋਂ ਹੁਣ ਕੋਲੇ ਕੋਲੇ ਹੋ ਗਿਆ, ਅੱਗ ਨਾਲ ਰਿਸ਼ਤਾ ਹੋ ਗਿਆ ਸਵਾਦ ਪੈ ਗਿਆ ਰਾਖ ਦਾ। ਕਿੰਦਾ ਸ਼ਮੀਪੁਰ ਦੇਬੀ ਮਖਸੂਸਪੁਰੀ ਦਾ ਨਿੱਘਾ ਯਾਰ ਹੈ। ਆ ਵੀ ਰੰਗ ਚਾਹੀਦਾ ਕਦੇ ਕਦੇ। ਨਵਕਿਰਨ ਸਿੰਘ ਪੱਤੀ ਨਾਲ ਲਾਈਨ ਜੁੜ ਗਈ ਹੈ ਜੀ ਹੁਣ। ਸਰ ਨਵਕਿਰਨ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਸੰਗਰੂਰ 'ਚ ਆਪਰੇਸ਼ਨ ਕਲੀਨ ਹੋਇਆ ਜੀ, ਇਹ ਕਿਹੜਾ ਆਪਰੇਸ਼ਨ ਹੈ? ਜੀ ਗਿੱਲ ਸਾਹਿਬ,
ਜੋ ਕੁਛ ਅਕਾਲੀ ਦਲ ਵਾਲੇ ਆਪਦੀ ਸਰਕਾਰ ਦੌਰਾਨ ਕਰਦੇ ਰਹੇ, ਜੋ ਕੁਛ ਕਾਂਗਰਸ ਵਾਲੇ ਆਪਦੀ ਸਰਕਾਰ ਦੌਰਾਨ ਕਰਦੇ ਰਹੇ, ਅੱਜ ਉਹੀ ਕੁਛ ਭਗਵੰਤ ਮਾਨ ਹੋਰਾਂ ਦੀ ਸਰਕਾਰ ਦੌਰਾਨ ਹੋ ਰਿਹਾ ਗਾ। ਗਿੱਲ ਸਾਹਿਬ, ਭਗਵੰਤ ਮਾਨ ਹੋਰੀ ਕਹਿੰਦੇ ਹੁੰਦੇ ਸੀ ਹਰਾ ਪੈਨ ਇੱਕ ਵਾਰ ਹੱਥ 'ਚ ਆ ਜਾਣ ਦਿਓ, ਬੇਰੁਜ਼ਗਾਰਾਂ ਨੂੰ ਤੁਹਾਡੇ ਲਈ ਚੱਲੂ, ਕੱਚੇ ਮੁਲਾਜ਼ਮਾਂ ਨੂੰ ਕਹਿੰਦੇ ਹੁੰਦੇ ਤੁਹਾਡੇ ਲਈ ਚੱਲੂ, ਜਿਹੜਾ ਕੋਈ ਵੀ ਟੈਂਕੀ ਤੇ ਚੜ੍ਹਦਾ, ਜਿਹੜਾ ਕੋਈ ਵੀ ਰੋਸ ਧਰਨਾ ਦਿੰਦਾ, ਉਹਨੂੰ ਕਹਿੰਦੇ ਕਿ ਹਰਾ ਪੈਨ ਬਸ ਆ ਜਾਣ ਦਿਓ ਇੱਕ ਵਾਰ, ਜੇਬ ਤੇ ਲੱਗ ਜਾਣ ਦਿਓ, ਤੁਹਾਡੇ ਲਈ ਚੱਲੂ। ਹੁਣ 5 ਮਹੀਨੇ ਲੰਘ ਗਏ ਗਿੱਲ ਸਾਹਿਬ, ਜਿੰਨਾ ਬੇਰੁਜ਼ਗਾਰਾਂ ਕੱਚੇ ਕਾਮਿਆਂ ਦੇ ਲਈ ਉਹ ਹਰਾ ਪੈਨ ਨਹੀਂ ਚੱਲਿਆ, ਉਹ ਤਾਂ ਧਰਨੇ ਤੇ ਬਹਿੰਦੇ ਨੇ। ਔਰ ਭਾਰਤੀ ਸੰਵਿਧਾਨ ਅਨੁਸਾਰ ਵੀ ਕਿਸੇ ਡੈਮੋਕ੍ਰੇਸੀ ਦੇ ਵਿੱਚ ਕਿਸੇ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਲਾਉਣ ਦਾ, ਮੁਜ਼ਾਹਰਾ ਕਰਨ ਦਾ, ਰੈਲੀ ਕਰਨ ਦਾ ਇਹ ਹੱਕ ਹੈਗਾ ਗਾ। ਇਸ ਤਰੀਕੇ ਨਾਲ ਤਾਂ ਦਿੱਲੀ ਦੇ ਬਾਰਡਰਾਂ ਤੋਂ ਕਿਸਾਨਾਂ ਨੂੰ ਨਹੀਂ ਸੈਂਟਰ ਸਰਕਾਰ ਨੇ ਬਾਹਾਂ ਫੜ ਫੜ ਕੇ ਘੜੀਸ ਕੇ ਬੱਸਾਂ 'ਚ ਬੰਦ ਕੀਤਾ। ਜਿਵੇਂ ਰਾਤ 12 ਵਜੇ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਮੂਹਰੋਂ ਗਿੱਲ ਸਾਹਿਬ ਮੁੰਡੇ ਕੁੜੀਆਂ ਨੂੰ ਚੱਕ ਕੇ ਲੈ ਗਏ। ਹੋਇਆ ਇਹ ਕਿ ਸੰਗਰੂਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਰਿਹਾਇਸ਼ ਆ, ਉਸ ਰਿਹਾਇਸ਼ ਦੇ ਮੂਹਰੇ ਇੱਕ ਤਾਂ ਪੰਥਕ ਮੋਰਚੇ ਦਾ ਪੱਕਾ ਮੋਰਚਾ ਚੱਲ ਰਿਹਾ ਜਿਹਦੇ ਸਿੱਖ ਸੰਗਤ ਡਟੀ ਹੋਈ ਆ, ਦੂਜਾ ਉੱਥੇ ਸੰਘਰਸ਼ੀਲ ਨੌਜਵਾਨ ਮੁੰਡੇ ਕੁੜੀਆਂ ਵੱਡੀ ਤਾਦਾਦ ਦੇ ਵਿੱਚ ਜਿਹੜੇ ਉੱਥੇ ਪੱਕਾ ਮੋਰਚਾ ਲਾਈ ਬੈਠੇ ਆ। ਔਰ ਗਿੱਲ ਸਾਹਿਬ, ਰਾਤ 11-12 ਵਜੇ ਦੇ ਕਰੀਬ ਜਦੋਂ ਸਾਰਾ ਸੰਗਰੂਰ ਸੌਂ ਰਿਹਾ ਸੀ ਤਾਂ ਬੱਸਾਂ ਭਰ ਕੇ ਪੁਲਿਸ ਆ ਗਈ, ਆ ਕੇ ਪਹਿਲਾਂ ਲਾਈਟ ਕੱਟਤੀ। ਲਾਈਟ ਕੱਟਣ ਤੋਂ ਬਾਅਦ ਗਿੱਲ ਸਾਹਿਬ ਸਾਰਿਆਂ ਦੇ ਫੋਨ ਫੜ ਲਏ, ਮੁੰਡੇ ਕੁੜੀਆਂ ਦੇ ਔਰ ਸਿੱਖ ਸੰਗਤ ਦੇ। ਫੋਨ ਫੜਨ ਤੋਂ ਬਾਅਦ ਉਹਨਾਂ ਨੂੰ ਧੂ ਕੇ ਬੱਸਾਂ 'ਚ ਚੜ੍ਹਾ ਲਿਆ। ਬੱਸਾਂ 'ਚ ਚੜ੍ਹਾ ਕੇ ਰਾਤ ਨੂੰ 12 ਵਜੇ 1 ਵਜੇ ਗਿੱਲ ਸਾਹਿਬ ਔਰ 100 ਕਿਲੋਮੀਟਰ ਦੂਰ ਲਿਜਾ ਕੇ ਜਿਹੜਾ ਉਹਨਾਂ ਨੂੰ ਤਾਰ ਦਿੱਤਾ, ਰਾਤ ਸਵੇਰੇ 2 ਵਜੇ ਤਾਰਤਾ। ਤਾਂ ਇਹ ਜਿਹੜਾ ਕੰਮ ਸੀ ਵੀ ਆਪਰੇਸ਼ਨ ਕਲੀਨ ਜਿਹੜਾ ਉੱਥੋਂ ਦੀ ਪੁਲਿਸ ਨੇ ਕੀਤਾ ਕਿ ਜਿੰਨੇ ਵੀ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਦੀ ਕੋਠੀ ਦੇ ਮੂਹਰੇ ਸੀ ਉਹ ਸਾਰਿਆਂ ਨੂੰ ਚੱਕ ਕੇ ਲੈ ਗਏ ਰਾਤ ਨੂੰ, ਔਰ ਜਾ ਕੇ 90 ਕਿਲੋਮੀਟਰ 100 ਕਿਲੋਮੀਟਰ ਦੂਰ ਤਾਰਤਾ। ਸੋ ਮੀਡੀਆ ਦੇ ਵਿੱਚ ਇਹ ਖਬਰ ਚਰਚਾ ਦਾ ਵਿਸ਼ਾ ਨਹੀਂ ਬਣੀ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਮੀਡੀਆ ਅਦਾਰਿਆਂ ਨੂੰ ਜਿਹੜਾ ਪੰਜਾਬ ਦੀ ਸਰਕਾਰ ਹੈ ਇਸ਼ਤਿਹਾਰ ਦੇ ਰਹੀ ਆ, ਔਰ ਗਿੱਲ ਸਾਹਿਬ ਕੁਛ ਮੀਡੀਆ ਅਦਾਰਿਆਂ ਨੇ ਇਸ ਗੱਲ ਨੂੰ ਚੱਕਿਆ ਵੀ, ਪਰ ਇਹ ਸਿੱਧੇ ਤੌਰ ਤੇ ਡੈਮੋਕ੍ਰੇਸੀ ਦਾ ਘਾਣ ਹੈਗਾ। ਤੁਸੀਂ ਰਾਤ ਨੂੰ ਬੱਸਾਂ ਭਰ ਕੇ ਮੁੰਡੇ ਕੁੜੀਆਂ ਨੂੰ ਲੈ ਜਾਓ ਪੁਲਿਸ ਵਾਲੇ 90-100 ਕਿਲੋਮੀਟਰ ਦੂਰ, ਔਰ ਉੱਥੇ ਜਾ ਕੇ ਤੜਕੇ 2 ਵਜੇ ਤਾਰਦੇ ਹੋ ਵੀ ਚਲੋ ਜੀ ਅੱਜ ਤੋਂ ਬਾਅਦ ਨਹੀਂ ਤੁਸੀਂ ਸੰਗਰੂਰ ਆਉਣਾ। ਲੇਕਿਨ ਸਿੱਖ ਸਦਭਾਵਨਾ ਦਲ ਦੇ ਬਲਦੇਵ ਸਿੰਘ ਵਡਾਲਾ ਔਰ ਗਿੱਲ ਸਾਹਿਬ ਇਹਨਾਂ ਦੇ ਹੋਰ ਜਿਹੜੇ ਸਿੰਘ ਨੇ, ਉਹਨਾਂ ਨੇ ਕਿਹਾ ਗਾ ਕਿ ਇਹ ਜੋ ਰਾਤ ਨੂੰ ਹੋਇਆਗਾ ਇਹ ਬਹੁਤ ਗਲਤ ਹੋਇਆਗਾ, ਔਰ ਅੱਜ ਫਿਰ ਦੁਬਾਰੇ ਧਰਨੇ ਲਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹਨਾਂ ਨੇ ਕੀਤੀ ਹੈ। ਜੀ ਆਸ਼ੂ ਅੰਦਰ ਹੈ ਤੇ ਡੀਐਸਪੀ ਬਲਵਿੰਦਰ ਸੇਖੋਂ ਬਾਹਰ ਲਲਕਰੇ ਮਾਰਦਾ ਸੀ, ਜਿੰਨੇ ਜ਼ੋਰ ਦੇ ਨਾਲ ਉਹ ਬੋਲਦਾ ਸੀ ਹੈਰਾਨੀ ਹੋ ਗਈ। ਤੇ ਜਿਹਨੇ ਉਹਦੇ ਖਿਲਾਫ ਸ਼ਿਕਾਇਤ ਕੀਤੀ ਠੇਕੇਦਾਰ ਨਾਲ ਆਸ਼ੂ ਦੇ ਚੇਲੇ ਝਗੜ ਪਏ, ਹੋਇਆ ਕੀ? ਜੀ ਗਿੱਲ ਸਾਹਿਬ, ਹੋਇਆ ਇਹ ਵੀ ਅੰਦਰ ਵਿਜੀਲੈਂਸ ਦਾ ਜਿਹੜਾ ਦਫ਼ਤਰ ਆ ਲੁਧਿਆਣੇ ਵਾਲਾ, ਉਹਦੇ ਅੰਦਰ ਤਾਂ ਹੈਗਾ ਕਿ ਭਾਰਤ ਭੂਸ਼ਣ ਆਸ਼ੂ, ਪੁਲਿਸ ਉਹ ਤੋਂ ਪੁੱਛਗਿੱਛ ਕਰ ਰਹੀ ਹੈ ਆਪਦੇ ਹਿਸਾਬ ਦੇ ਨਾਲ, ਔਰ ਦੱਸਦੇ ਨੇ ਕਿ ਉਹ ਸਹਿਯੋਗ ਨਹੀਂ ਕਰ ਰਿਹਾ। ਉਹਦੇ ਬਾਹਰ ਗਿੱਲ ਸਾਹਿਬ ਕੁਰਸੀਆਂ ਲਾਹੀ ਬੈਠੇ ਨੇ ਜਿਹੜੇ ਕਾਂਗਰਸੀਏ। ਔਰ ਤੁਹਾਨੂੰ ਮੈਂ ਹੋਰ ਦੱਸ ਦਿਆਂ ਵੀ ਜਿਹੜੇ ਇਹ ਗਲੀਚੇ ਵਿਛਾ ਕੇ ਉੱਤੇ ਚੰਗੀਆਂ ਕੁਰਸੀਆਂ ਲਾ ਕੇ ਟੈਂਟ ਲਾ ਕੇ ਗਿੱਲ ਸਾਹਿਬ ਜਿਹੜੇ ਇਹਨਾਂ ਨੇ ਪੱਖੇ ਤੇ ਕੂਲਰ ਲਾਏ ਹੋਏ ਆ ਨਾ, ਕੁੰਡੀ ਲਾ ਕੇ ਲਾਏ ਹੋਏ ਆ, 3 ਦਿਨ ਹੋ ਗਏ ਕੁੰਡੀ ਲਾ ਕੇ ਉੱਥੇ ਪੱਖੇ ਕੂਲਰ ਲਾ ਕੇ ਧਰਨਾ ਦੇ ਰਹੇ ਨੇ ਕਾਂਗਰਸੀ। ਔਰ ਉੱਥੇ ਗਿੱਲ ਸਾਹਿਬ ਜਿਹੜੇ ਸ਼ਿਕਾਇਤਕਰਤਾ ਠੇਕੇਦਾਰ ਹੈ ਗੁਰਪ੍ਰੀਤ ਸਿੰਘ, ਉਹ ਉੱਥੋਂ ਲੰਘ ਰਿਹਾ ਸੀਗਾ, ਔਰ ਉਹ ਵੀ ਆਪਦੇ ਵਿਜੀਲੈਂਸ ਦੇ ਕਿਸੇ ਕੰਮ ਜਿਹੜਾ ਉਹ ਆਏ ਹੋਣਗੇ। ਲੇਕਿਨ ਉੱਥੇ ਭਾਰਤ ਭੂਸ਼ਣ ਆਸ਼ੂ ਦੇ ਜਿਹੜੇ ਸਮਰਥਕ ਨੇ ਉਹ ਖੈਬੜ ਪਏ, ਕਾਫੀ ਮਾਹੌਲ ਤਣਾਅਪੂਰਨ ਹੋ ਗਿਆ। ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ, ਉਸ ਤੋਂ ਬਾਅਦ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਪਹੁੰਚੇ, ਔਰ ਉਹਨਾਂ ਨੇ ਗਿੱਲ ਸਾਹਿਬ ਉਹਨਾਂ ਨੂੰ ਉੱਥੋਂ ਜਿਹੜਾ ਦੋਨੇ ਧਿਰਾਂ ਨੂੰ ਆਸੇ-ਪਾਸੇ ਕੀਤਾ। ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਵਿਜੀਲੈਂਸ ਦਫ਼ਤਰ ਦੇ ਬਾਹਰ ਉਹ ਆਪਦੇ ਸਾਥੀਆਂ ਨਾਲ ਗੱਲ ਕਰ ਰਿਹਾ ਸੀ, ਔਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਜਿਹੜਾ ਸਭ ਤੋਂ ਕਰੀਬੀ ਬੰਦਾ ਕਾਉਂਸਲਰ ਹੈ ਸਣੀ ਭੱਲਾ ਕਹਿੰਦਾ ਕਾਂਗਰਸੀਆਂ ਨੂੰ ਲੈ ਕੇ ਆ ਗਿਆ, ਬਹਿਸ ਹੋਈ, ਮੈਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਡਰੂੰਗਾ ਨਹੀਂ, ਉਹ ਕਹਿੰਦਾ। ਦੂਜੇ ਪਾਸੇ ਗਿੱਲ ਸਾਹਿਬ ਹੁਣ ਮੈਨੂੰ ਇਹ ਵੀ ਪਤਾ ਲੱਗਿਆ ਵੀ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ, ਹਾਲਾਂਕਿ ਪਹੁੰਚ ਤਾਂ ਪਹਿਲਾਂ ਹੀ ਗਿਆ ਉਹ, ਜਿਹੜਾ ਇਹ ਸਣੀ ਭੱਲਾ ਜਿਹੜਾ ਦਬਕਾਉਂਦਾ ਫਿਰਦਾ ਉਹਨੂੰ ਵੀ ਵਿਜੀਲੈਂਸ ਦਾ ਨੋਟਿਸ ਪਹੁੰਚ ਗਿਆ, ਉਹ ਤੋਂ ਵੀ ਪੁੱਛ-ਗਿੱਛ ਹੋਣੀ ਆ, ਕਹਿੰਦੇ ਵਿੱਚ ਹੀ ਇਨਵੋਲਵ ਉਹ ਆ, ਤਾਂਹੀਓ ਉਹ ਕਾਉਂਸਲਰ ਜਿਹੜਾ ਜ਼ਿਆਦਾ ਟੱਪਦਾ ਨਜ਼ਰ ਆ ਰਿਹਾ।
ਤਾਂ ਸਣੀ ਭੱਲਾ ਤੋਂ ਵੀ ਇਸ ਵਿਸ਼ੇ ਦੇ ਵਿੱਚ ਪੁੱਛਗਿੱਛ ਹੈ ਜਿਹੜੀ ਉਹ ਹੋਊਗੀ। ਸੋ ਸਾਬਕਾ DSP ਵੀ ਗਿੱਲ ਸਾਹਿਬ ਇਸ ਮਸਲੇ 'ਚ ਕਾਫੀ ਸਰਗਰਮ ਦਿਸ ਰਿਹਾ। ਉਹ ਵੀ 40 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਉੱਥੇ ਪਹੁੰਚਿਆ ਹੋਇਆ ਸੀਗਾ, ਜਿਹੜੇ ਸਾਬਕਾ ਪੁਲਿਸ ਮੁਲਾਜ਼ਮ ਨੇ। ਤਾਂ ਇਹ ਸਾਰਾ ਮਸਲਾ ਇਸ ਪਾਸੇ ਨੂੰ ਜਾ ਰਿਹਾ ਗਾ ਕਿ ਜਿਸ ਤਰੀਕੇ ਦੇ ਘੁਟਾਲੇ ਹੋਏ, ਜਿਵੇਂ ਦੇ ਗਿੱਲ ਸਾਹਿਬ, ਉਹਨਾਂ ਘੁਟਾਲਿਆਂ ਦੇ ਤੱਥ ਸਾਹਮਣੇ ਆ ਰਹੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਬਕਾ ਮੰਤਰੀ ਨੇ, ਸਾਬਕਾ ਲੀਡਰ ਨੇ ਔਰ ਗਿੱਲ ਸਾਹਿਬ ਜਿਨ੍ਹਾਂ ਨੇ ਮਲਾਈ ਛਕੀ ਹੈ, ਉਹ ਕਟਹਿਰੇ ਦੇ ਵਿੱਚ ਹੋ ਸਕਦੇ ਨੇ ਜੀ। ਅੱਛਾ, ਗੋਆ ਦੇ ਹੋਟਲ 'ਚ ਸਾਡਾ ਬੜਾ ਭਾਈ ਕਹਿੰਦਾ ਹੁੰਦਾ ਜਾਂ ਕਲਕੱਤੇ ਨੂੰ ਜਾਣਾ, ਫਲਾਣੇ ਹੋਟਲ 'ਤੇ ਆ ਜਿਓ। ਗੋਆ ਦੇ ਹੋਟਲ ਦੇ ਵਿੱਚ ਫੜ ਕੇ ਕਿਸ ਨੂੰ ਤੁਰੀ ਆਉਂਦੀ ਆ ਸਨਾਲੀ ਫਗਾਟ। ਕੀ ਗੱਲ ਕੀ ਲੱਗ ਰਹੀ ਹੈ ਇਹਦਾ? ਕੋਈ ਕਤਲ ਕਹੀ ਜਾਂਦਾ, ਕੋਈ ਖੁਦਕੁਸ਼ੀ ਕਹੀ ਜਾਂਦਾ, ਹੋਇਆ ਕੀ ਆ ਅਸਲ? ਗਿੱਲ ਸਾਹਿਬ, ਇਹ ਨਾ ਕੁੜੀ 42 ਸਾਲ ਦੀ ਇਹਦੀ ਉਮਰ ਸੀਗੀ। ਇਹ ਟਿਕਟੌਕ ਸਟਾਰ ਸੀਗੀ। ਟਿਕਟੌਕ ਸਟਾਰ ਤੋਂ ਇਹ ਬਿਗ ਬੌਸ 'ਚ ਗਈ। ਬਿਗ ਬੌਸ ਤੋਂ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਛਾ ਗਈ। ਉਸ ਤੋਂ ਬਾਅਦ BJP ਵਾਲਿਆਂ ਨੂੰ ਹਰਿਆਣੇ ਦੇ ਵਿੱਚ ਕੋਈ ਪ੍ਰਚਾਰ ਲਈ ਲੀਡਰ ਚਾਹੀਦਾ ਸੀ। BJP ਨੇ ਇਹਨੂੰ ਆਪਦੇ ਸ਼ਾਮਲ ਕਰ ਲਿਆ। ਇਹਨੂੰ ਕੁਲਦੀਪ ਬਿਸ਼ਨੋਈ ਦੇ ਖਿਲਾਫ ਚੋਣ ਲੜਾਤੀ। ਉਸ ਤੋਂ ਬਾਅਦ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹਰਿਆਣਾ ਦੇ ਵਿੱਚ ਖਾਸ ਕਰਕੇ ਛਾਈ ਰਹੀ। ਇਹਦੇ ਪਤੀ ਦੀ ਮੌਤ ਹੋ ਗਈ ਸੀ ਬੜੇ ਸਨਸਨੀਖੇਜ਼ ਜਿਹੇ ਤਰੀਕੇ ਦੇ ਨਾਲ ਕੁਝ ਸਾਲ ਪਹਿਲਾਂ। ਔਰ ਹੁਣ ਜਿਹੜੀ ਇਹਦੀ ਗਿੱਲ ਸਾਹਿਬ ਵੀਡੀਓ ਦੇਖੋ ਆਈ ਆ, ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਲੜਖੜਾ ਕੇ ਤੁਰ ਰਹੀ ਹੈ ਔਰ ਸਹਾਰੇ ਦੇ ਨਾਲ ਇਹਨੂੰ ਲਿਜਾਇਆ ਜਾ ਰਿਹਾ ਗੋਆ ਦੇ ਹੋਟਲ ਦੇ ਵਿੱਚੋਂ। ਔਰ ਉਹਦੇ ਚੋਂ ਲੱਗਦਾ ਗਾ ਕਿ ਜਿਵੇਂ ਨਸ਼ੇ ਦੀ ਹਾਲਤ ਦੇ ਵਿੱਚ ਹੁੰਦੀ ਹੈ। ਇਹਦੀ ਪੁਸ਼ਟੀ ਵੀ ਕਰਤੀ ਪੁਲਿਸ ਨੇ ਔਰ ਇਹਦੇ ਬ੍ਰਦਰ ਨੇ ਵੀ ਕਿਹਾ ਗਾ, ਜਿਹਦਾ ਸੰਸਕਾਰ ਕਰ ਦਿੱਤਾ ਗਿਆ ਗਾ। ਇਹਦੇ ਭਰਾ ਦਾ ਕਹਿਣਾ ਇਹ ਹੈਗਾ ਕਿ ਇਹਨੂੰ ਨਸ਼ਾ ਗਾ ਜਿਹੜਾ ਉਹ ਦਿੱਤਾ ਜਾਂਦਾ ਸੀ। ਰੇਪ ਤੱਕ ਦੀਆਂ ਗੱਲਾਂ ਨੇ ਜਿਹੜੀਆਂ ਇਹਦੇ ਭਰਾ ਨੇ ਕਹੀਆਂ ਨੇ ਕਿ ਨਸ਼ਾ ਖੁਰਾਕ ਕਰਕੇ ਇਦਾਂ ਹੁੰਦਾ ਸੀਗਾ। ਔਰ ਗਿੱਲ ਸਾਹਿਬ IG ਨੇ ਵੀ ਜਿਹੜਾ ਗੋਆ ਦੇ ਨੇ, ਉਹਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹਨੂੰ ਨਸ਼ਾ ਗਾ ਜਿਹੜਾ ਉਹ ਪਿਲਾਇਆ ਗਿਆ ਕਿਸੇ ਚੀਜ਼ 'ਚ ਪਾ ਕੇ। ਔਰ ਹੁਣ ਕਤਲ ਦਾ ਮੁਕੱਦਮਾ ਗਾ ਜਿਹੜਾ ਇਹਦੇ ਦੋ ਸਹਾਇਕ ਜਿਹੜੇ ਨਾਲ ਸੀ ਇਹਦੇ ਉੱਥੇ ਗੋਆ ਦੇ ਵਿੱਚ, ਉਹਨਾਂ ਦੇ ਖਿਲਾਫ ਕਰ ਲਿਆ ਗਿਆ। ਪੁੱਛਗਿੱਛ ਹੋ ਰਹੀ ਹੈ ਧਾਰਾ 302 ਦੇ ਤਹਿਤ। ਹੁਣ ਇਹ ਮਸਲਾ ਗਿੱਲ ਸਾਹਿਬ ਇਹ ਨਜ਼ਰ ਆ ਰਿਹਾ ਕਿ ਕਤਲ ਜਿਹੜਾ ਇਹਦਾ ਗਾ ਉਹ ਹੋਇਆ ਗਾ। ਤਾਂ ਇਹ ਮਸਲੇ ਦੇ ਵਿੱਚੋਂ ਹੋਰ ਵੀ ਬਹੁਤ ਸਾਰੇ ਤੱਥ ਨੇ ਜਿਹੜੇ ਸਾਹਮਣੇ ਆਉਣਗੇ। ਪਰਿਵਾਰ CBI ਜਾਂਚ ਦੀ ਵੀ ਮੰਗ ਕਰ ਰਿਹਾ ਗਾ ਜੀ। ਆਥਣੇ 6 ਵਜੇ ਇੱਕ ਪੱਤਰਕਾਰ ਪੰਜਾਬ ਤੋਂ ਨਾ ਬਹੁਤ ਸਾਹੋ-ਸਾਹੀ ਹੋਇਆ ਵੀ ਸਿੱਧੂ ਦੀ ਚਾਰਜ ਸ਼ੀਟ 'ਚ ਜਿਹੜੇ ਮੈਨੂੰ ਨਾ ਪਤਾ ਨੇ ਕਿਸੇ ਨੂੰ ਨਹੀਂ, ਅੱਧੇ ਸ਼ਬਦ ਉਹ ਹਿੰਦੀ ਦੇ ਬੋਲਦਾ ਪੰਜਾਬੀ 'ਚ। ਇਉਂ ਦੱਸਿਓ ਵੀ ਇਹ ਚਾਰਜ ਸ਼ੀਟ 'ਚ ਕੀ ਹੋ ਗਿਆ ਨਵਾਂ? ਜਿਹੜਾ ਰੌਲਾ ਬਹੁਤ ਕੱਲ੍ਹ ਪਿਆ ਸੀ ਹੱਥ ਨੇ ਵੀ ਜਿਵੇਂ ਨਾ ਕਾਤਲ ਹੀ ਮੰਨੇ ਗਏ ਹੁਣ ਵੀ ਅਸੀਂ ਕਿਵੇਂ ਮਾਰਿਆ। ਗਿੱਲ ਸਾਹਿਬ, ਇਹ ਨਾ ਪੁਲਿਸ ਨੇ ਜਿਹੜੀ FIR ਸਭ ਤੋਂ ਪਹਿਲਾਂ ਦਰਜ ਕਰਦੀ ਆ, ਉਸ ਤੋਂ ਬਾਅਦ ਪੁਲਿਸ ਚਾਰਜ ਸ਼ੀਟ ਦਾਖਲ ਕਰਦੀ ਹੁੰਦੀ ਆ। ਉਹਦੇ 'ਚ ਹੁੰਦੀ FIR ਦੇ ਹਿਸਾਬ ਦੇ ਨਾਲ ਹੀ ਆ। ਪੁਲਿਸ ਲਗਭਗ ਉੱਥੇ ਹੀ ਗੱਲ ਘੁਮਾਉਂਦੀ ਹੈ। ਸਾਰੇ ਘਟਨਾਕ੍ਰਮ ਨੂੰ ਐਨਾਲਾਈਜ਼ ਕਰਕੇ, ਤੱਥਾਂ ਨੂੰ, ਗਵਾਹਾਂ ਨੂੰ ਕਨਕਲੂਡ ਕਰਕੇ ਚਾਰਜ ਸ਼ੀਟ ਆ ਜਿਹੜੀ ਕੋਰਟ ਦੇ ਵਿੱਚ ਪੇਸ਼ ਕਰਦੀ ਹੈ। ਔਰ ਉਸ ਤੋਂ ਬਾਅਦ ਉਸੇ ਚਾਰਜ ਸ਼ੀਟ ਦੇ ਉੱਤੇ ਸੁਣਵਾਈ ਹੁੰਦੀ ਹੈ। 1850 ਪੰਨਿਆਂ ਦੀ ਇਹ ਜਿਹੜੀ ਗਿੱਲ ਸਾਹਿਬ ਵਿਸਤ੍ਰਿਤ ਚਾਰਜ ਸ਼ੀਟ ਉਹ ਦਾਇਰ ਕੀਤੀ ਆ ਪੁਲਿਸ ਨੇ। ਇਹ ਚਾਰਜ ਸ਼ੀਟ ਦੇ ਵਿੱਚ 36 ਜਣਿਆਂ ਦੇ ਨਾਂ ਨੇ। ਇਹਨਾਂ 'ਚ ਮਾਸਟਰਮਾਈਂਡ ਆ ਜਿਹੜਾ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲਿਖਿਆ। ਇਸ ਤੋਂ ਇਲਾਵਾ ਕੈਨੇਡਾ ਬੈਠੇ ਜਾਂ ਵਿਦੇਸ਼ ਦੇ ਵਿੱਚ ਰਹਿ ਰਹੇ ਕੁਝ ਗੈਂਗਸਟਰਾਂ ਦੇ ਨਾਂ ਨੇ, ਜਿਨ੍ਹਾਂ 'ਚ ਗੋਲਡੀ ਬਰਾੜ, ਇਸ ਤੋਂ ਇਲਾਵਾ ਵਿਦੇਸ਼ 'ਚ ਰਹਿ ਰਿਹਾ ਲਿਪਨ ਨਹਿਰਾ, ਇਸ ਤੋਂ ਇਲਾਵਾ ਵਿਦੇਸ਼ 'ਚ ਰਹਿ ਰਿਹਾ ਸਚਿਨ ਥਾਪਨ ਤੇ ਅਨਮੋਲ, ਇਹ ਵਿਦੇਸ਼ 'ਚ ਰਹਿ ਰਿਹਾ। 4 ਜਣੇ ਵਿਦੇਸ਼ ਦੇ ਵਿੱਚ ਰਹਿ ਰਹੇ ਨੇ ਔਰ 36 ਜਿਹੜੇ ਮੁਲਜ਼ਮ ਨੇ ਇਹਦੇ ਵਿੱਚ ਉਹ ਦਰਜ ਕੀਤੇ ਗਏ ਨੇ। 122 ਗਵਾਹਾਂ ਦੀਆਂ ਗਵਾਹੀਆਂ ਨੇ ਜਿਹੜੀਆਂ ਚਾਰਜ ਸ਼ੀਟ ਦੇ ਵਿੱਚ ਜ਼ਿਕਰ ਕੀਤਾ ਗਿਆ ਹੈਗਾ। ਔਰ ਮਾਨਸਾ ਪੁਲਿਸ ਨੇ ਜਿਹੜੀ 1850 ਪੰਨਿਆਂ ਦੀ ਵਿਸਤ੍ਰਿਤ ਚਾਰਜ ਸ਼ੀਟ ਆ ਜਿਹੜੀ ਦਾਖਲ ਕੀਤੀ ਆ, ਇਹਦੇ 'ਚੋਂ ਗਿੱਲ ਸਾਹਿਬ 22 ਦੇ ਲਗਭਗ ਲੋਕ ਇਹਨਾਂ ਨੇ ਜਿਹੜਾ ਹੈਗਾ ਉਹ ਗ੍ਰਿਫਤਾਰ ਕੀਤੇ ਨੇ। 2 ਜਿਹੜੇ ਨੇ ਉਹ ਇਨਕਾਊਂਟਰ ਦੇ ਵਿੱਚ ਮਾਰੇ ਜਾ ਚੁੱਕੇ ਨੇ। ਔਰ ਜਿਹੜੇ 122 ਗਵਾਹ ਬਣਾਏ ਨੇ ਉਹਨਾਂ ਸਾਰਿਆਂ ਦਾ ਵੀ ਜ਼ਿਕਰ ਆ। ਉਹਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਨੇ, ਇਸ ਤੋਂ ਇਲਾਵਾ 2 ਦੋਸਤ ਨੇ ਜਿਹੜੇ ਉਸ ਵਕਤ ਨਾਲ ਸੀ, ਇਸ ਤੋਂ ਇਲਾਵਾ ਜਾਂਚ ਅਧਿਕਾਰੀ, ਇਨਕੁਆਇਰੀ ਅਫਸਰ, ਪਿੰਡ ਜਵਾਰਕੇ ਦੇ ਲੋਕ ਜਿਨ੍ਹਾਂ ਨੇ ਉਸ ਵਕਤ ਸਿੱਧੂ ਮੂਸੇਵਾਲਾ ਨੂੰ ਗੱਡੀ ਦੇ ਵਿੱਚ ਉਤਾਰਿਆ, ਪੋਸਟਮਾਰਟਮ ਕਰਨ ਵਾਲਾ ਡਾਕਟਰ ਤੇ ਹੋਰ ਬਹੁਤ ਸਾਰੇ ਅਧਿਕਾਰੀ ਨੇ। ਇਹ ਜਿਹੜਾ ਘਟਨਾਕ੍ਰਮ ਵਾਪਰਿਆ ਜਦੋਂ ਸਿੱਧੂ ਮੂਸੇਵਾਲਾ ਆਪਣੇ ਪਿੰਡ ਮੂਸਾ ਤੋਂ ਗਿਆ, ਥਾਰ ਗੱਡੀ ਦੇ ਵਿੱਚ ਜਵਾਰਕੇ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ। ਉਸ ਤੋਂ ਬਾਅਦ ਗਿੱਲ ਸਾਹਿਬ ਇਹਦੀ ਜਿਹੜੀ ਹੈ ਪੂਰੇ ਘਟਨਾਕ੍ਰਮ ਦੀ ਜ਼ਿੰਮੇਵਾਰੀ
ਗੋਲਡੀ ਬਰਾੜ ਲੈਂਦਾ, ਲਾਰੈਂਸ ਬਿਸ਼ਨੋਈ ਗਰੁੱਪ ਲੈਂਦਾ, ਫਿਰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਦੀ ਪੁਲਿਸ ਆ ਜਿਹੜੀ ਉਹ ਰਿਮਾਂਡ ਦੇ ਉੱਤੇ ਲਿਆਉਂਦੀ ਆ, ਫਿਰ ਉਸ ਤੋਂ ਬਾਅਦ ਪੰਜਾਬ ਲਿਆਂਦਾ ਜਾਂਦਾ। ਹੁਣ ਗਿੱਲ ਸਾਹਿਬ ਇਸ ਮਸਲੇ ਦੇ ਵਿੱਚ ਬੜਾ ਕੁਝ ਸਾਹਮਣੇ ਆ ਰਿਹਾ ਹੈ। ਦੇਖੋ, ਸਿੱਧੂ ਮੂਸੇਵਾਲਾ ਦੇ ਪਿਤਾ ਤੇ ਮਾਤਾ ਨੇ ਕੱਲ ਪ੍ਰੋਟੈਸਟ ਕੀਤਾ, ਕੈਂਡਲ ਮਾਰਚ ਕੀਤਾ। ਉਹ ਕਹਿੰਦੇ ਨੇ ਇਨਸਾਫ ਸਾਨੂੰ ਅਜੇ ਮਿਲਿਆ ਨਹੀਂ ਹੈ। ਉਧਰ ਜਿਹੜੀਆਂ ਸੈਂਟਰ ਦੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਨੇ ਗਿੱਲ ਸਾਹਿਬ ਇੱਕ ਰਿਪੋਰਟ ਭੇਜੀ ਆ ਪੰਜਾਬ ਨੂੰ ਬਣਾ ਕੇ। ਉਹ 'ਚ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਗੈਂਗਵਾਰ ਦਾ ਖਦਸ਼ਾ ਗਾ, ਪੰਜਾਬ ਦੇ ਵਿੱਚ ਗੈਂਗਵਾਰ ਹੋ ਸਕਦੀ ਆ। ਉਦੋਂ ਬਾਅਦ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਵਧਾਤੀ। CIA ਸਟਾਫ ਖਾੜ ਦੇ ਵਿੱਚ ਜਿੱਥੇ ਉਹਨਾਂ ਤੋਂ ਪੁੱਛਗਿੱਛ ਹੁੰਦੀ ਆ ਮੋਸਟਲੀ, ਉੱਥੇ ਕਮਾਂਡੋ ਤੈਨਾਤ ਕਰ ਦਿੱਤੀ ਗਈ ਆ। ਅੱਜ ਫਿਲੀਪੀਨਜ਼ ਦੇ ਵਿੱਚ ਇੱਕ ਮਨਦੀਪ ਸਿੰਘ ਨਾਂ ਦੇ ਨੌਜਵਾਨ ਦਾ ਕਤਲ ਹੋਇਆ ਗਾ, ਔਰ ਫਿਲੀਪੀਨਜ਼ ਦੇ ਵਿੱਚ ਜਿਹੜਾ ਕਤਲ ਹੋਇਆ ਗਿੱਲ ਸਾਹਿਬ, ਇਹਨੂੰ ਵੀ ਪੁਲਿਸ ਆ ਜਿਹੜੀ ਉਹ ਬੰਬੀਹਾ ਗੈਂਗ ਦੇ ਨਾਲ ਜੋੜ ਕੇ ਦੇਖ ਰਹੀ ਹੈ ਕਿ ਨੌਜਵਾਨ ਬੰਬੀਹਾ ਗੈਂਗ ਦੇ ਨਾਲ ਜੁੜਿਆ ਹੋਇਆ ਸੀ। ਉਧਰ ਸੁਖਪ੍ਰੀਤ ਬੁੱਢਾ ਨਾਂ ਦਾ ਗੈਂਗਸਟਰ ਆ ਜਿਹੜਾ ਉਹ ਬਠਿੰਡਾ ਜੇਲ੍ਹ 'ਚ ਬੰਦ ਆ। ਉਹਦੀ ਜੋ ਤਲਾਸ਼ੀ ਲੈਣ ਗਏ ਪੁਲਿਸ ਵਾਲੇ, ਤਾਂ ਉਦੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਆ ਰਹੀਆਂ ਨੇ ਵੀ ਜੇ ਇਹਦੀ ਮੁੜ ਕੇ ਇੱਦਾਂ ਤਲਾਸ਼ੀ ਲਈ, ਇਹਨੂੰ ਮੁੜ ਕੇ ਤੰਗ ਕੀਤਾ ਤਾਂ ਤੁਸੀਂ ਅੰਜਾਮ ਭੁਗਤਣ ਸ਼ੁਰੂ ਕਰਿਓ। ਤਾਂ ਇਹ ਜਿਹੜਾ ਸਾਰਾ ਘਟਨਾਕ੍ਰਮ ਆ, ਇਹ ਸਾਰੇ ਘਟਨਾਕ੍ਰਮ ਦੇ ਵਿੱਚੋਂ ਇਉਂ ਲੱਗਦਾ ਗਿੱਲ ਸਾਹਿਬ ਜਿਵੇਂ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਵੱਧ ਗਿਆ ਹੁੰਦਾ ਪਿਛਲੇ ਸਮੇਂ ਦੇ ਦੌਰਾਨ। ਹੁਣ ਲਾਰੈਂਸ ਬਿਸ਼ਨੋਈ ਇਹਨਾਂ ਕੋਲੇ ਕਸਟਡੀ ਦੇ ਵਿੱਚ, ਉਹਦਾ ਰਿਮਾਂਡ ਤੇ ਰਿਮਾਂਡ ਲਿਆ ਜਾ ਰਿਹਾ। ਜਾਂ ਮੂਸੇਵਾਲਾ ਦੇ ਫਾਦਰ ਸਾਹਿਬ ਕਹਿ ਰਹੇ ਨੇ ਉਹਦਾ ਟੀ-ਸ਼ਰਟਾਂ ਬਦਲ ਕੇ ਫੋਟੋਆਂ ਖਿਚਾ ਰਿਹਾ, ਤਾਂ ਇਹ ਉਹਦੀ ਸਿਕਿਉਰਿਟੀ ਵਧਾਈ ਹੋਈ ਆ। ਲੇਕਿਨ ਜਦੋਂ ਬੰਦਾ ਤੁਹਾਡੇ ਕੋਲੇ ਆ, ਉਸ ਦਰਮਿਆਨ ਉਹਦਾ ਗੈਂਗ ਆਗਾ ਜਿਹੜਾ, ਜੇ ਫਿਰ ਵੀ ਗਿੱਲ ਸਾਹਿਬ ਐਕਟ ਕਰ ਰਿਹਾ, ਇਹਦਾ ਮਤਲਬ ਕਿਤੇ ਨਾ ਕਿਤੇ ਪੁਲਿਸ ਦੀ ਚੂੜੀ ਟਾਈਟ ਕਰਨ 'ਚ ਢਿੱਲ ਹੈ। ਢਿੱਲ ਕਿਉਂ ਹੈ? ਇਹ ਬਹੁਤ ਸਾਰੇ ਸਵਾਲਾਂ ਦੇ ਜਵਾਬ ਨੇ ਜੀ। ਅੰਗਦ ਸਿੰਘ ਅਮਰੀਕਾ ਦਾ ਇੱਕ ਪੱਤਰਕਾਰ ਦਿੱਲੀ ਹਵਾਈ ਅੱਡੇ ਮੋੜਿਆ ਜੀ। ਜੀ ਗਿੱਲ ਸਾਹਿਬ, ਇਹਨੂੰ ਦਿੱਲੀ ਹਵਾਈ ਅੱਡੇ ਤੋਂ ਮੋੜਤਾ। ਬਹੁਤ ਮੁੰਡੇ ਨੇ ਕਮਾਲ ਦੀ ਡਾਕੂਮੈਂਟਰੀਆਂ ਬਣਾਈਆਂ ਨੇ ਕਿਸਾਨ ਅੰਦੋਲਨ ਦੇ ਉੱਤੇ। ਦਰਅਸਲ ਇਹਨੇ ਕਈ ਡਾਕੂਮੈਂਟਰੀਆਂ ਬਣਾਈਆਂ। ਉਦੋਂ ਪਹਿਲਾਂ ਗਿੱਲ ਸਾਹਿਬ ਜਿਹੜਾ ਭਾਰਤ ਦੇ ਵਿੱਚ ਇੱਕ ਅੰਦੋਲਨ, ਕਿਸਾਨ ਅੰਦੋਲਨ ਤੋਂ ਪਹਿਲਾਂ ਉੱਠਿਆ ਸੀ, ਨਾਗਰਿਕਤਾ ਸੋਧ ਕਾਨੂੰਨ ਵਾਲਾ, ਜਿਹੜਾ ਸ਼ਹੀਨ ਬਾਗ ਮੋਰਚਾ ਲੱਗਿਆ ਸੀ। ਸ਼ਹੀਨ ਬਾਗ ਮੋਰਚੇ ਦੇ ਦੌਰਾਨ ਵੀ ਪ੍ਰਦਰਸ਼ਨ ਬਾਰੇ ਇਹਨੇ ਇੱਕ ਡਾਕੂਮੈਂਟਰੀ ਫਿਲਮ ਆ ਜਿਹੜੀ ਉਹ ਬਣਾਈ ਸੀ। ਅੰਗਦ ਸਿੰਘ ਅਮਰੀਕਾ ਦਾ ਸਿਟੀਜ਼ਨ ਹੈ ਜੀ। ਔਰ ਗਿੱਲ ਸਾਹਿਬ ਇਸ ਨੌਜਵਾਨ ਦੇ ਵੱਲੋਂ ਵਾਇਸ ਨਿਊਜ਼ ਦੇ ਵਿੱਚ ਬਤੌਰ ਪੱਤਰਕਾਰ ਕੰਮ ਕੀਤਾ ਜਾ ਰਿਹਾ। ਇਹ ਭਾਰਤ ਦੇ ਵਿੱਚ ਹੀ ਨਹੀਂ ਇਕੱਲੇ ਦੇ ਵਿੱਚ, ਇਹਨੇ ਹੋਰ ਵੀ ਜਿੱਥੇ ਜਿੱਥੇ ਗਿੱਲ ਸਾਹਿਬ ਲੋਕਾਂ ਦੀਆਂ ਮੂਵਮੈਂਟਾਂ ਉੱਠੀਆਂ, ਚਾਹੇ ਮਿਆਂਮਾਰ ਦੇ ਵਿੱਚ ਹੋਵੇ, ਚਾਹੇ ਸ਼੍ਰੀਲੰਕਾ ਦੇ ਵਿੱਚ ਹੋਵੇ, ਜਾਂ ਹੋਰ ਮੁਲਕਾਂ ਦੇ ਵਿੱਚ ਹੋਵੇ, ਉੱਥੇ ਵੀ ਅੰਗਦ ਸਿੰਘ ਪਹੁੰਚਿਆ ਗਾ। ਔਰ ਉੱਥੇ ਵੀ ਇਹਨੇ ਡਾਕੂਮੈਂਟਰੀਆਂ ਬਣਾਈਆਂ ਨੇ। ਹਾਂਗਕਾਂਗ 'ਚ ਵੀ ਬਣਾਈ ਆ, ਪਾਕਿਸਤਾਨ ਦੇ ਵਿੱਚ ਵੀ ਬਣਾਈਆਂ ਨੇ। ਔਰ ਡਾਕੂਮੈਂਟਰੀਆਂ ਦੇ ਰਾਹੀਂ ਇਹਨੇ ਕਾਫੀ ਚੀਜ਼ਾਂ ਲੋਕਾਂ ਦੇ ਸਾਹਮਣੇ ਲਿਆਂਦੀਆਂ ਨੇ। ਹੁਣ ਵੀ ਇਹ ਕਿਸੇ ਡਾਕੂਮੈਂਟਰੀ ਦੇ ਸੰਬੰਧ ਦੇ ਵਿੱਚ, ਕਿਸੇ ਖਬਰ ਦੇ ਸੰਬੰਧ ਦੇ ਵਿੱਚ ਅਮਰੀਕਾ ਤੋਂ ਭਾਰਤ ਆ ਰਿਹਾ ਸੀਗਾ, ਤਾਂ ਇਹਨੂੰ ਦਿੱਲੀ ਏਅਰਪੋਰਟ ਤੋਂ ਉਹਨੇ ਪੈਰੀ ਗਿੱਲ ਸਾਹਿਬ ਦੂਜੇ ਜਹਾਜ਼ ਚੜਾ ਕੇ ਵਾਪਸ ਆ ਗਿਆ ਜਿਹੜਾ ਉਹ ਮੋੜ ਦਿੱਤਾ ਗਿਆ ਗਾ। ਔਰ ਹੁਣ ਇਹਦੇ ਪਰਿਵਾਰ ਦੇ ਵੱਲੋਂ ਇਸ ਵਿਸ਼ੇ ਦੇ ਉੱਤੇ, ਖਾਸ ਕਰਕੇ ਇਹਦੀ ਮਾਤਾ ਗੁਰਮੀਤ ਕੌਰ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਗਿਆ। ਉਹਨਾਂ ਨੇ ਲਿਖਿਆ ਸੋਸ਼ਲ ਮੀਡੀਆ ਦੇ ਉੱਤੇ ਕਿ ਮੇਰਾ ਬੇਟਾ ਇੱਕ ਅਮਰੀਕੀ ਨਾਗਰਿਕ ਤੇ ਪੱਤਰਕਾਰ ਹੈ, ਉਹਨੇ ਕਈ ਇਨਾਮ ਜਿੱਤੇ ਨੇ। 18 ਘੰਟੇ ਦੀ ਫਲਾਈਟ ਤੋਂ ਬਾਅਦ ਉਹ ਦਿੱਲੀ ਪਹੁੰਚਿਆ ਸੀ ਤਾਂ ਜੋ ਪੰਜਾਬ ਜਾ ਸਕੇ। ਉਹਨੂੰ ਨਿਊਯਾਰਕ ਲਈ ਅਗਲੀ ਫਲਾਈਟ ਤੇ ਬਿਠਾ ਕੇ ਵਾਪਸ ਭੇਜ ਦਿੱਤਾ ਗਿਆ। ਇਹਦਾ ਕੋਈ ਕਾਰਨ ਨਹੀਂ ਦੱਸਿਆ ਗਿਆ, ਪਰ ਸਾਨੂੰ ਪਤਾ ਹੈ ਕਿ ਉਹਦੀ ਪੱਤਰਕਾਰੀ ਨੇ ਉਹਨਾਂ ਨੂੰ ਡਰਾਇਆ ਹੋਇਆ। ਇਹ ਆਪਣੀ ਮਾਤ ਭੂਮੀ ਪ੍ਰਤੀ ਉਸ ਦਾ ਪਿਆਰ ਆ ਜਿਸ ਤੋਂ ਪਰੇਸ਼ਾਨ ਹਨ। ਤਾਂ ਇਹ ਗੱਲਾਂ ਨੇ ਗਿੱਲ ਸਾਹਿਬ ਜਿਹੜੀਆਂ ਕੀਤੀਆਂ ਨੇ। 6 ਫੁੱਟ 5 ਇੰਚ ਇਸ ਮੁੰਡੇ ਦਾ ਕੱਦ ਹੈ। ਔਰ ਗਿੱਲ ਸਾਹਿਬ ਡਾਕੂਮੈਂਟਰੀਆਂ ਬਣਾ ਕੇ ਇਸ ਮੁੰਡੇ ਨੇ ਮਤਲਬ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਰੱਖੀਆਂ ਨੇ। ਸ਼ਾਇਦ ਇਸੇ ਗੱਲ ਤੋਂ ਹੀ ਇਹਨੂੰ ਮੋੜਿਆ ਗਿਆ ਗਾ। ਸੋ ਇਹ ਗੱਲ ਠੀਕ ਨਹੀਂ ਹੈ। ਵੈਸੇ ਆਵਾਜ਼ ਜਿਹੜੀ ਹੈਗੀ ਉਹ ਉੱਠਣੀ ਚਾਹੀਦੀ ਹੈ। ਜੇ ਕੋਈ ਵਿਅਕਤੀ ਕੋਈ ਡਾਕੂਮੈਂਟਰੀ ਬਣਾ ਰਿਹਾ, ਲੋਕਾਂ ਦੇ ਸਾਹਮਣੇ ਚੀਜ਼ ਰੱਖ ਰਿਹਾ ਗਾ, ਤਾਂ ਤੁਸੀਂ ਤੱਥਾਂ ਸਹਿਤ ਉਹਦੀ ਗੱਲ ਦਾ ਜਵਾਬ ਦੇ ਸਕਦੇ ਹੋ। ਪਰ ਇਸ ਤਰੀਕੇ ਦੇ ਨਾਲ ਉਹਨੂੰ ਤੁਸੀਂ ਡਾਕੂਮੈਂਟਰੀ ਨਾ ਬਣਾਉਣ ਤੇ ਉਹਨੂੰ ਵਾਪਸ ਮੋੜ ਦਿਓ, ਇਹ ਠੀਕ ਨਹੀਂ ਹੈ ਜੀ। ਟਾਟਾ ਦਾ ਪਲਾਂਟ ਲੱਗਣਾ ਕੋਈ ਵੱਡਾ ਪੰਜਾਬ 'ਚ ਜੀ? ਹਾਂਜੀ ਗਿੱਲ ਸਾਹਿਬ, ਅੱਜ ਭਗਵੰਤ ਮਾਨ ਹੋਰਾਂ ਨੇ ਦੀ ਪੁਸ਼ਟੀ ਕੀਤੀ ਹੈ ਕਿ ਲੁਧਿਆਣੇ ਦੇ ਵਿੱਚ ਟਾਟਾ ਦਾ ਇੱਕ ਵੱਡਾ ਪਲਾਂਟ ਆ ਜਿਹੜਾ ਲੱਗਣ ਜਾ ਰਿਹਾ। 2600 ਕਰੋੜ ਰੁਪਈਆ ਕਹਿੰਦੇ ਉਹ ਇਨਵੈਸਟ ਕਰ ਰਹੇ ਨੇ ਸਟੀਲ ਪਲਾਂਟ ਦੇ ਵਿੱਚ। ਸਟੀਲ ਪਲਾਂਟ ਜਿਹੜਾ ਇਹ ਲੱਗਣਾ ਗਿੱਲ ਸਾਹਿਬ, ਇੱਥੇ 2000 ਨੌਜਵਾਨਾਂ ਨੂੰ ਭਗਵੰਤ ਮਾਨ ਦਾ ਕਹਿਣਾ ਹੈਗਾ ਕਿ ਸਿੱਧੇ ਤੌਰ ਤੇ ਰੁਜ਼ਗਾਰ ਮਿਲੂਗਾ। ਔਰ ਹੋਰ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਰੁਜ਼ਗਾਰ ਹੈਗਾ ਉਹ ਸਿੱਧੇ ਤੌਰ ਦੇ ਉੱਤੇ ਮਿਲੂ ਜਿਹੜੇ ਉਸ ਕਾਰੋਬਾਰ ਦੇ ਨਾਲ ਜੁੜੇ ਹੋਣਗੇ। ਸੋ ਦੇਖਦੇ ਹਾਂ ਜੀ, ਲੁਧਿਆਣਾ ਦੇ ਵਿੱਚ ਪਹਿਲਾਂ ਹੀ ਕਾਫੀ ਇੰਡਸਟਰੀ ਹੈਗੀ ਆ, ਕਿੱਥੇ ਲੱਗੂ ਐਡਾ ਵੱਡਾ ਪਲਾਂਟ? ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਇੱਕ ਵਾਰ ਭਗਵੰਤ ਮਾਨ ਹੋਰਾਂ ਨੇ ਜਿਹੜਾ ਗਾ ਉਹ ਸਿੱਧੇ ਤੌਰ ਤੇ ਸਮਝੌਤਾ ਗਾ ਉਹ ਕੀਤਾ ਗਾ ਸਹੀ ਵੱਧ ਜੀ।
ਆਖਰੀ ਖਬਰ ਜੀ, ਜਲੰਧਰ ਦੇ ਵਿੱਚ ਇੱਕ ਨਰਸ ਦਾ ਕਤਲ ਹੋਇਆ ਹਸਪਤਾਲ ਦੇ ਵਿੱਚ। ਜੀ ਗਿੱਲ ਸਾਹਿਬ, ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇੱਕ ਨਰਸ ਦਾ ਕਤਲ ਹੋਇਆਗਾ। ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ। ਬੜੀ ਮੰਦਭਾਗੀ ਘਟਨਾ ਗਿੱਲ ਸਾਹਿਬ ਇਹ ਵਾਪਰੀ ਹੈਗੀ। ਔਰ ਇਸ ਘਟਨਾ ਦੇ ਵਿੱਚ ਜਿੱਥੇ ਇੱਕ ਨਿੱਜੀ ਹਸਪਤਾਲ ਦੇ ਵਿੱਚ 2 ਨਰਸਾਂ ਦੇ ਉੱਤੇ ਹਮਲਾ ਹੋਇਆ, ਪੁਲਿਸ ਦੇ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ 34 ਸਾਲਾ ਇੱਕ ਵਿਅਕਤੀ ਨੂੰ ਜਿਹੜਾ ਕਾਬੂ ਕੀਤਾ ਗਿਆ ਗਾ, ਜਿਹਨੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਾ। ਦਰਅਸਲ ਗਿੱਲ ਸਾਹਿਬ ਗੱਲ ਇਹ ਹੈਗੀ ਕਿ ਜਿਸ ਲੜਕੀ ਦਾ ਕਤਲ ਹੋਇਆ ਬਲਜਿੰਦਰ ਕੌਰ, ਉਹਦੇ ਨਾਲ ਇਹ ਦੋਸ਼ੀ ਹੈ ਜਿਹੜਾ ਮੁਲਜ਼ਮ ਆ, ਉਹ ਵਿਆਹ ਕਰਾਉਣਾ ਚਾਹੁੰਦਾ ਸੀਗਾ। ਕੁਝ ਸਮਾਂ ਪਹਿਲਾਂ ਦੋਨਾਂ ਦੀ ਅਣਬਣ ਹੋ ਗਈ। ਬਲਜਿੰਦਰ ਕੌਰ ਨੇ ਇਹਦਾ ਨੰਬਰ ਆਪਣੇ ਮੋਬਾਈਲ ਦੇ ਵਿੱਚੋਂ ਬਲੌਕ ਕਰਤਾ ਔਰ ਉਸ ਤੋਂ ਬਾਅਦ ਲੜਕੀ ਦਾ ਕਿਤੇ ਹੋਰ ਮੰਗਣਾ ਗਾ ਜਿਹੜਾ ਉਹ ਹੋਇਆ ਦੱਸਿਆ ਜਾਂਦਾ ਗਾ, ਜਿਸ ਤੋਂ ਇਸ ਨੌਜਵਾਨ ਨੇ ਜਿਹੜਾ ਉਹਦਾ ਕਤਲ ਕਰਤਾ। ਗਿੱਲ ਸਾਹਿਬ, ਬੜੀ ਇਹ ਕੁੜੀ ਹੈ ਜਿਹੜੀ ਗਰੀਬ ਪਰਿਵਾਰ ਨੂੰ ਬਿਲੋਂਗ ਕਰਦੀ ਸੀਗੀ। ਪਰਿਵਾਰ ਦੇ ਵਿੱਚ ਇਹ ਆਪਣੇ ਭੈਣ ਭਰਾਵਾਂ ਦੇ ਵਿੱਚੋਂ ਇਕੱਲੀ ਪੜ੍ਹੀ ਸੀਗੀ। ਪਰਿਵਾਰ ਦਿਹਾੜੀ ਮਜ਼ਦੂਰੀ ਕਰਦਾ ਗਾ ਔਰ ਪੜ੍ਹ ਕੇ ਘਰ ਦਾ ਜਿਹੜਾ ਗੁਜ਼ਾਰਾ ਚਲਾ ਰਹੀ ਸੀ, ਪਰ ਇਹਦਾ ਕਤਲ ਆ ਜਿਹੜਾ ਉਹ ਹਸਪਤਾਲ ਦੇ ਵਿੱਚ ਕਰ ਦਿੱਤਾ ਗਿਆ ਜੀ। ਲਓ ਜੀ, ਧੰਨਵਾਦ। ਤੇ ਸੋਮਵਾਰ ਨੂੰ ਤੁਹਾਡੇ ਨਾਲ ਸਾਂਝ ਪਵੇਗੀ। ਆਪਣਾ ਖਿਆਲ ਰੱਖਣਾ ਸਿਹਤ ਦਾ ਤੇ ਚੜ੍ਹਦੀ ਕਲਾ 'ਚ। ਧੰਨਵਾਦ ਬਹੁਤ ਬਹੁਤ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸਰਦਾਰ ਨਵਕਿਰਨ ਸਿੰਘ ਪੱਤੀ ਸੇਖਵਾਂ ਬਰਨਾਲਿਓਂ ਸ਼ਾਮਲ ਹੁੰਦੇ ਨੇ ਹਰ ਰੋਜ਼ 10:15 ਵਜੇ 20 ਤੇ ਬੇਖੌਫ ਹੋ ਕੇ ਚੜ੍ਹਦੀ ਕਲਾ 'ਚ ਪੱਤਰਕਾਰੀ ਕਰਦੇ ਨੇ। ਗੁਰੂ ਅੰਗ ਸੰਗ ਰਹਿਣ। 604 204 0600 ਇਹ ਔਨ-에ਅਰ ਨੰਬਰ ਹੈ ਤੇ 604 204 0600 ਇਹੀ ਤੁਹਾਡੇ ਲਈ ਟੈਕਸਟ ਦਾ ਨੰਬਰ ਹੈ। ਫੇਸਬੁੱਕ ਸ਼ੇਰੇ ਪੰਜਾਬ ਰੇਡੀਓ, ਵੈਬਸਾਈਟ ਇਹੀ, ਤੇ ਸਿਆਟਲ ਟੱਪ ਕੇ ਓਲੰਪੀਆ ਤੋਂ ਲੈ ਕੇ ਸਾਰਾ ਆਈਲੈਂਡ, ਸਕੋਮਿਸ਼ ਤੇ ਵਿਸਲਰ, ਓਕਨਾਗਨ ਵੈਲੀ ਦੇ ਵਿੱਚ ਸਿੱਧਾ ਟੂਟੀ ਮਰੋੜ ਕੇ ਸੁਣਦਾ ਹੈ। 50,000 ਵਾਟ ਦਾ ਸ਼ੇਰੇ ਪੰਜਾਬ ਰੇਡੀਓ ਤੁਸੀਂ ਸੁਣ ਰਹੇ ਹੋ ਤੇ ਪਿਛਲੇ 20 ਵਰ੍ਹਿਆਂ ਦਾ ਸਫ਼ਰ ਹੈ ਸ਼ੇਰੇ ਪੰਜਾਬ ਰੇਡੀਓ ਦਾ। ਭਾਈਚਾਰੇ ਦਾ ਪਹਿਲਾ ਰੇਡੀਓ ਸਟੇਸ਼ਨ ਹੈ ਜਿੱਥੇ ਜਿਹੜਾ ਬਾਅਦ ਪਰਿਵਾਰ ਨੇ ਖਰੀਦ ਕੇ ਤੁਹਾਡੇ ਸਨਮੁਖ ਕੀਤਾ ਤੇ ਭਾਈਚਾਰੇ ਦਾ ਰੇਡੀਓ ਕਹਿ ਕੇ ਤੁਹਾਨੂੰ ਦਿੱਤਾ ਸੀ, ਤੇ ਉਹ ਸਾਡੀ ਗੱਲ ਹਲੇ ਵੀ ਬਰਾਬਰ ਹੈ। ਉੱਥੇ ਹੀ ਗੱਲ ਖੜੀ ਹੈ ਜਿੱਥੋਂ ਤੋਰੀ ਸੀ। ਪਰਮਿੰਦਰ ਸਿੰਘ ਥਿੰਦ ਮੇਰੇ ਨਾਲ ਗੱਲਬਾਤ ਕਰ ਰਹੇ ਨੇ ਥਿੰਕ ਇੰਸ਼ੋਰੈਂਸ ਤੋਂ। 604 828 72 13 ਅਲਬਰਟਾ BC ਸੇਵਾਵਾਂ। ਸਰ ਪਰਮਿੰਦਰ ਸਿੰਘ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿਆਲ ਸਾਹਿਬ, ਤੁਹਾਨੂੰ ਤੇ ਸਾਰੇ ਸੁਣਨ ਵਾਲੋਂ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਤੁਸੀਂ ਸ਼ੇਰੇ ਪੰਜਾਬ ਦੀ ਗੱਲ ਕੀਤੀ, ਜਿੱਥੋਂ ਗੱਲ ਤੋਰੀ ਸੀ ਉੱਥੇ ਗੱਲ ਖੜੀ ਹੈ। ਉੱਦਾਂ ਹੀ ਜਿੱਥੋਂ ਆਪਾਂ ਕੰਮ ਤੋਰਿਆ ਸੀ ਥਿੰਕ ਇੰਸ਼ੋਰੈਂਸ ਦਾ ਜੀ, ਤੇ ਇਸੇ ਮੰਚ ਤੋਂ ਤੁਹਾਡੇ ਨਾਲ ਹੀ, ਤੇ ਉੱਥੇ ਹੀ ਗੱਲ ਖੜੀ ਹੁਣ ਵੀ ਜੀ। ਤੇ ਤੁਸੀਂ ਇੰਨਾ ਜੋਗੇ ਕਰਤਾ ਵੀ ਦੂਜੇ ਸਟੇਸ਼ਨਾਂ 'ਤੇ ਜਾਣ ਜੋਗਾ ਸਾਨੂੰ ਕਰਤਾ ਜੀ। ਆਲੇ ਦੁਆਲੇ ਬਿਜ਼ਨਸ ਦੂਜੇ ਸ਼ਹਿਰਾਂ 'ਚ ਪਹੁੰਚਾਉਣ ਵਾਸਤੇ ਧੰਨਵਾਦ ਮੰਚ ਦਾ ਸਾਰਿਆਂ ਦਾ, ਤੇ ਤੁਹਾਡਾ ਵੀ ਤਹਿ ਦਿਲੋਂ ਜੀ। ਗੁਰੂ ਕਰਨ ਵਾਲਾ ਜੀ। ਅੱਛਾ, ਇਉਂ ਦੱਸਿਓ, ਇੰਸ਼ੋਰੈਂਸ ਕੰਪਨੀਆਂ ਦੇ ਦੂਸਰੇ ਤਿਮਾਹੀ ਦੇ ਨੰਬਰ ਕੀ ਨੇ? ਗੱਲ ਕੱਢਿਓ ਅੰਦਰ ਕਿੰਨੇ ਕੁ ਪੈਸੇ ਬਣ ਰਹੇ ਨੇ, ਕਿੱਥੇ ਕੰਪਨੀਆਂ ਖੜੀਆਂ ਨੇ? ਬਾਈ ਜੀ, ਅੰਦਰਲੇ ਖਾਤੇ ਜਿਹੜੀਆਂ ਕੰਪਨੀਆਂ ਹੁਣ ਜੀ ਡਰੀਆਂ ਹੋਈਆਂ ਜੀ, ਤੇ ਜਿਹੜੇ ਪਹਿਲੇ ਕੁਆਟਰ ਦੇ ਮੁਕਾਬਲੇ ਤੇ ਹੁਣ ਜੇ ਨੰਬਰ ਦੇਖਦੇ ਆ ਤੇ ਕੰਪਨੀਆਂ ਨੂੰ ਹੁਣ ਪਤਾ ਲੱਗ ਗਿਆ ਵੀ ਆਉਣ ਵਾਲੀ ਅੱਗੋਂ ਤੱਤੀ ਹਵਾ ਜਿਹੜੀ ਆਉਂਦੀ ਹੈ ਜੀ, ਤੇ ਉਹਦੇ ਆਉਣ ਵਾਲੇ ਨੰਬਰ ਜਿਹੜੇ ਹੁਣ ਇਹਨਾਂ ਨੂੰ ਜਿਹੜਾ ਪ੍ਰੋਫਿਟ ਹੈ ਜੀ ਘੱਟ ਹੋਊਗਾ। ਤੇ ਸੇਮ ਦੇ ਨਾਲ ਜੀ ਹੁਣ ਆਪਾਂ ਜੇ ਮੈਨਿਊ ਲਾਈਫ ਤੇ ਸਨ ਲਾਈਫ ਦੀ ਕਰ ਲੈਣੀ, ਵੱਡੀਆਂ ਕੰਪਨੀਆਂ ਉਹਨਾਂ ਦੇ ਹਾਲੇ ਵੀ ਪ੍ਰੋਫਿਟ ਹੋਇਆ, ਪਰ ਇੰਨਾ ਪ੍ਰੋਫਿਟ ਨਹੀਂ ਹੋਇਆ ਵੀ ਜਿਹੜਾ ਪਿਛਲੇ ਕੁਆਟਰ ਤੇ ਪ੍ਰੋਫਿਟ ਹੋਇਆ ਸੀਗਾ। ਪਰ ਆਉਣ ਵਾਲੇ ਉਹਨਾਂ ਨੇ ਪਹਿਲਾਂ ਹੀ ਕਹਿਤਾ ਵੀ ਅਗਲੇ ਵਾਲੇ ਜਿਹੜੇ ਹੁਣ ਆਉਣਗੇ ਸਾਡੇ ਜਿਹੜੇ ਕੁਆਟਰ ਹੋਣਗੇ, ਤੇ ਉਹਨਾਂ 'ਚ ਸਾਨੂੰ ਆਉਣ ਵਾਲੇ ਟਾਈਮ 'ਚ ਸਾਨੂੰ ਦੇਖ ਸਕਦਾ ਵੀ ਸਾਡਾ ਪ੍ਰੋਫਿਟ ਹੈ ਘੱਟ ਹੋਵੇ। ਇਹ ਤਾਂ ਜੀ ਵੱਡੀਆਂ ਕੰਪਨੀਆਂ, ਛੋਟੀਆਂ ਆਪਾਂ ਕੰਪਨੀਆਂ ਦੀ ਗੱਲ ਕਰਦੇ ਹਾਂ। ਇੱਕ ਡੇਜ਼ਰਟ ਆਪਣੇ ਪੰਜਾਬੀਆਂ ਦੀ ਕਾਫੀ ਮਸ਼ਹੂਰ ਪਾਪੂਲਰ ਕੰਪਨੀ ਹੈ, ਜਿਹਦੇ ਸੋਚਦੇ ਵੀ ਡੇਜ਼ਰਟ ਹੈ ਨਾ, ਉਹਦੇ ਵਿੱਚ ਜਿਹੜਾ 25% ਲਾਈਫ ਇੰਸ਼ੋਰੈਂਸ ਜਿਹੜਾ ਬਿਜ਼ਨਸ ਹੈ ਜੀ, ਉਹ ਡਾਊਨ ਟਰਨ ਦੇਖਿਆ ਗਿਆ ਜੀ ਇਸ ਕੁਆਟਰ ਦੇ ਵਿੱਚ। ਤੇ ਓਬਵੀਅਸਲੀ ਜਦੋਂ ਬਿਜ਼ਨਸ ਘੱਟ ਆਊਗਾ ਤੇ ਜੇ ਪ੍ਰੋਫਿਟ ਵੀ ਘੱਟੇ ਹੀ ਹੋਊਗਾ ਜੀ। ਤੇ ਆਉਣ ਵਾਲੇ ਸਮੇਂ 'ਚ ਆਹ ਜਿਹੜਾ ਚੱਲ ਰਿਹਾ ਜੀ, ਨਾਲ ਦੀ ਨਾਲ ਇੱਕ ਇਹ ਨਵਾਂ ਮੈਂ ਦੱਸ ਦਿਆਂ, ਜਿਹੜੇ CRA ਦੇ ਚੈੱਕ ਆਏ ਹੋਏ ਨੇ, ਕਿੰਨੇ $ਬਿਲੀਅਨ ਨੇ ਜਿਹੜੇ ਚੈੱਕ ਨੇ ਹਾਲੇ ਲੋਕਾਂ ਨੇ ਕੈਸ਼ ਨਹੀਂ ਕਰਾਏ, ਕਿਉਂਕਿ ਜਿਹੜੇ ਲੋਕਾਂ ਨੂੰ ਭੇਜੇ ਹੋਏ ਸੀ ਜਾਂ ਚੈੱਕ ਗਵਾਚ ਕੇ ਜਾਂ
ਰੱਖ ਕੇ ਭੁੱਲ ਗਏ। ਇਹ ਹੈ ਵੀ ਸਾਰਿਆਂ ਨੂੰ ਆਪਦੇ ਵੱਲੋਂ ਵੀ ਜਿਹੜੇ CRA ਚੈੱਕ ਆਏ ਨੇ ਤੇ ਉਹ ਜਮ੍ਹਾਂ ਕਰਾ ਦਿਓ, ਪਰ CRA ਨੇ ਦੁਬਾਰਾ ਫਿਰ ਇੱਕ ਵਾਰੀ ਨੋਟੀਫਿਕੇਸ਼ਨ ਉਹਨਾਂ ਨੇ ਘਲਾਉਣੀ ਹੈ ਤੇ ਜਿਨ੍ਹਾਂ ਨੇ ਨਹੀਂ ਆਪਦੇ ਚੈੱਕ ਜਿਹੜੇ ਜਮ੍ਹਾਂ ਕਰਾਏ ਉਹ ਕਰਾ ਲੈਣਗੇ। ਅੱਛਾ, ਜਿਹੜਾ ਸੁਪਰ ਵੀਜ਼ੇ ਦੇ ਇੰਸ਼ੋਰੈਂਸ ਦੇ ਵਿੱਚ ਕੋਈ ਫਰਕ ਪਿਆ ਜੀ? ਵੀ ਸਾਲ ਦਾ ਇਕੱਠਾ ਤੁਹਾਡਾ ਸੁਨੇਹਾ ਮੈਂ ਦੇਤਾ ਸੀ, ਪਰ ਉਹਨੂੰ ਸਵਾਰ ਕੇ ਸਮਝਾ ਦਿਓ। ਹਾਂਜੀ ਬਾਈ ਜੀ, ਰੌਲਾ ਮੇਨ ਇਹ ਹੋਇਆ ਜੀ, ਜਦੋਂ ਸੁਪਰ ਵੀਜ਼ੇ ਦੀ ਇੰਸਟਰਕਸ਼ਨ ਆਈ ਜੀ, ਕੈਨੇਡੀਅਨ ਜਿਹੜੀ ਇਮੀਗ੍ਰੇਸ਼ਨ ਦੀ ਵੈਬਸਾਈਟ ਹੈ ਉਸ ਤੇ ਉਹ ਅਪਡੇਟ ਨਹੀਂ ਕੀਤਾ ਗਿਆ ਸੀ ਵੀ ਇਹ ਜਿਹੜੀ ਚੇਂਜਸ ਆ ਗਈਆਂ, ਚੇਂਜਸ ਆਉਂਦੀਆਂ ਰਾਈਟ ਵੇ ਨਹੀਂ ਆਉਂਦੀਆਂ। ਇਹ ਮਿਨਿਸਟਰ ਜਿਹੜੀਆਂ ਤੋਂ ਆਫਿਸ 'ਚੋਂ ਜਿਹੜੀਆਂ ਇੰਸਟਰਕਸ਼ਨ ਆਉਂਦੀਆਂ ਨੇ ਉਹਨਾਂ ਦੇ ਜਿਹੜੇ ਆਫਿਸਰਸ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਇਹ ਆ ਗਈਆਂ ਸੀ ਵੀ ਹੁਣ ਜਿਹੜੀਆਂ ਫਾਈਲਾਂ ਜਿਹੜੀਆਂ ਜੁਲਾਈ 4 ਤੋਂ ਬਾਅਦ ਜਿਹੜੀਆਂ ਪ੍ਰੋਸੈਸਿੰਗ ਹੋਣੀਆਂ ਵੀ ਉਹਨਾਂ ਦੇ ਹੁਣ ਚੇਂਜਸ ਇਹ ਹੈ ਵੀ ਜਿਨ੍ਹਾਂ ਨੇ ਮੰਥਲੀ ਪੈਸੇ ਦਿੱਤੇ ਹੋਏ ਸੀ ਉਹ ਅਸੀਂ ਨਹੀਂ ਮੰਨਾਂਗੇ, ਇਕੱਠੇ ਜਿਹੜੇ ਸਾਲ ਦੇ ਪੈਸੇ ਦਿੱਤੇ ਨੇ ਸਾਲ ਦੇ ਉਹੀ ਅਸੀਂ ਸੁਪਰ ਵੀਜ਼ਾ ਵਾਸਤੇ ਜਿਹੜੀਆਂ ਫਾਈਲਾਂ ਵਾਸਤੇ ਉਹੀ ਜਿਹੜੇ ਉਹ ਰਿਕੁਆਇਰਮੈਂਟ ਉਹਨਾਂ ਨੇ ਕਰਤੀ ਸੀ। ਹੁਣ ਜੇ ਆਮ ਕਿਸੇ ਨੂੰ ਦੱਸਦੇ ਸੀਗੇ ਵੀ ਜੇ ਇਹ ਰਿਕੁਆਇਰਮੈਂਟ ਆ ਗਈ ਹੈ ਤਾਂ ਫਿਰ ਉਹਨਾਂ ਨੂੰ ਵੈਬਸਾਈਟ ਤੇ ਜਾ ਕੇ ਦੇਖਦੇ ਇਨਫੋਰਮੇਸ਼ਨ ਮੈਚ ਨਹੀਂ ਹੁੰਦੀ ਸੀ। ਤੇ ਤਾਂ ਕਰਕੇ ਵੀ ਜੇ ਹੁਣ ਇਹ ਵੀ ਹੁਣ ਜਿਨ੍ਹਾਂ ਨੇ ਵੀ ਹੁਣ ਸੁਪਰ ਵੀਜ਼ਾ ਲਵਾਉਣਾ ਜੇ ਮੰਥਲੀ ਲਾਇਆ ਹੋਇਆ ਇਹ ਨਾ ਹੋਵੇ ਰਿਜੈਕਸ਼ਨ ਹੋ ਜਾਵੇ ਜੀ ਇਸ ਚੀਜ਼ ਕਰਕੇ। ਤੇ ਸੁਪਰ ਵੀਜ਼ਾ ਹੁਣ ਸਾਲ ਦੀ ਇੰਸ਼ੋਰੈਂਸ ਇਕੱਠੀ ਤੇ ਇਕੱਠੇ ਪੈਸੇ ਦੇ ਕੇ ਲੈਣੀ ਪੈਣੀ ਜੀ ਸੁਪਰ ਵੀਜ਼ਾ, ਤੇ ਤਾਂ ਹੀ ਉਹ ਜਿਹੜੀ ਫਾਈਲ ਅੱਗੇ ਇੱਕ ਤਾਂ ਵੀ ਫਾਈਲ ਪ੍ਰੋਸੈਸਿੰਗ ਵਾਸਤੇ ਉਹਨਾਂ 'ਚ ਇਹ ਵੀ ਹਦਾਇਤ ਹੈਗੀ ਹੈ ਜੇ ਆਉਣ ਵਾਲੇ ਸਮੇਂ ਜੇ ਕਿਤੇ ਬਾਰਡਰ ਤੇ ਆਉਂਦੇ ਨੇ ਉੱਥੇ ਵੀ ਨਾ ਕਰ ਸਕਦੇ ਨੇ ਵੀ ਜੇ ਸੁਪਰ ਵੀਜ਼ਾ ਸਾਲ ਦੀ ਇੰਸ਼ੋਰੈਂਸ ਨਹੀਂ ਲਈ ਹੋਈ ਜਾਂ ਮੰਥਲੀ ਲਈ ਹੋਈ ਹੈ। ਇਹ ਸਿਰਫ ਉਹਨਾਂ ਵਾਸਤੇ ਜਿਨ੍ਹਾਂ ਨੇ ਪਹਿਲੀ ਵਾਰੀ ਆਉਣਾ, ਜਿਨ੍ਹਾਂ ਨੇ ਉਦੋਂ ਜਿਹੜੇ ਦੂਜੀ ਵਾਰੀ ਆਉਣਾ ਉਹਨਾਂ ਨੂੰ ਕੋਈ ਇਹ ਨਹੀਂ ਹੈਗਾ ਸੁਪਰ ਵੀਜ਼ਾ ਲੱਗਿਆ ਉਦੋਂ ਬਾਅਦ 5 ਮਹੀਨਿਆਂ ਨੂੰ ਆਉਣ 2 ਮਹੀਨਿਆਂ ਵਾਸਤੇ ਆਉਣ, ਉਹ ਆਪਦੀ ਕਿਸ਼ਤਾਂ 'ਚ ਕਰਾ ਸਕਦੇ ਨੇ। ਉਹਨਾਂ ਨੂੰ ਇਹ ਚੀਜ਼ ਬਾਰੇ ਬਿਲਕੁਲ ਇਸ ਚੀਜ਼ ਨਾਲ ਜਿਹਨਾਂ ਨੇ ਦੁਬਾਰਾ ਆਉਣਾ, ਜਿਹਨਾਂ ਪਹਿਲੀ ਵਾਰੀ ਵੀਜ਼ਾ ਲਵਾਉਣਾ ਉਹਨਾਂ ਵਾਸਤੇ ਜੀ ਸਾਲ ਦੀ ਇਕੱਠੀ ਹੋਣੀ ਚਾਹੀਦੀ ਸੁਪਰ ਵੀਜ਼ਾ ਦੀ। ਅੱਛਾ, ਜਿਹੜਾ ਹੁਣ ਇਹਦੇ ਨਾਲ ਕੋਈ ਫਰਕ ਪੈਣਾ ਹੈ, ਸੁਪਰ ਵੀਜ਼ਾ ਦੀ ਕੋਈ ਕੈਂਸਲੇਸ਼ਨ ਹੋਣੀ ਆ ਜਾਂ ਕੋਈ ਇਹਦੀ ਚੇਂਜਸ ਹੋਣੀਆਂ ਨੇ, ਤੁਹਾਡੇ ਤੋਂ ਜਿਨ੍ਹਾਂ ਨੇ ਇੰਸ਼ੋਰੈਂਸ ਕਰਾਇਆ ਉਹਨਾਂ ਦਾ ਦੱਸੋ ਵੀ ਕਿਵੇਂ ਠੀਕ ਕਰਨਾ ਪਊਗਾ? ਹਾਂਜੀ ਬਿਲਕੁਲ, ਪਹਿਲੀ ਗੱਲ ਤਾਂ ਥਿੰਕਿੰਗ ਜਦੋਂ ਹੀ ਆਈਆਂ ਜੀ ਮੈਂ ਆਪ ਇੱਥੇ ਨਹੀਂ ਸੀਗਾ ਜੀ, ਥਿੰਕਿੰਗ ਟੀਮ ਨੇ ਪਿੱਛੋਂ ਜੀ ਸਪੈਸ਼ਲੀ ਉਹਨਾਂ ਨੇ ਫੋਨ ਕਰਕੇ ਈਮੇਲ ਕਰਕੇ ਸਾਰਿਆਂ ਨੂੰ ਦੱਸਿਆ ਵੀ ਕਿਉਂਕਿ ਇਹਨਾਂ ਨੇ ਵੀ ਸਾਰੇ ਨੇਚਰ ਦੇ ਟੈਕਸ ਭਰਦੇ ਸੀ ਬੁਲਾਉਣ ਵਾਸਤੇ ਵੀ ਉਹਨਾਂ ਨੂੰ ਇਹ ਵੀ ਛੋਟੀ ਜਿਹੀ ਚੀਜ਼ ਕਰਕੇ ਵੀ ਇਹ ਵੀ ਇੰਸ਼ੋਰੈਂਸ ਤਾਂ ਲਈ ਹੋਈ ਹੈ ਪਰ ਉਹ ਕਈ ਵਾਰੀ ਆਪਾਂ ਇੰਸ਼ੋਰੈਂਸ ਲੈ ਕੇ ਫਿਰ ਉਹਨਾਂ ਦਾ ਵੀ ਸਾਡਾ ਕੰਮ ਹੋਇਆ ਸਾਨੂੰ ਫਿਰ ਹਦਾਇਤਾਂ ਸੀ ਰਾਈਟ ਅਵੇ ਉਹਨਾਂ ਨੂੰ ਦੱਸੀਏ ਵੀ ਨਹੀਂ ਸਾਲ ਦੀ ਪਹਿਲਾਂ ਇੰਸ਼ੋਰੈਂਸ ਕਰਾ ਕੇ ਬਿਲਕੁਲ ਕੋਈ ਉਹਦੇ ਐਕਸਟਰਾ ਚਾਰਜ ਨਹੀਂ ਸੀ, ਉਹ ਸਾਲ ਦੀ ਕਵਰੇਜ ਹੋ ਜਾਂਦੀ ਸੀ। ਜਿੱਦਾਂ ਪਹਿਲਾਂ ਮੰਥਲੀ ਸੀ ਉਹਨੂੰ ਆਪਾਂ ਸਾਲ 'ਚ ਚੇਂਜ ਕਰ ਸਕਦੇ ਸੀਗੇ ਜੀ। ਇਹ ਹੋਇਆ ਫਿਰ ਇਹ ਆ ਵੀ ਹੁਣ ਆਉਣ ਵਾਲੇ ਟਾਈਮ 'ਚ ਕਿਸੇ ਨੇ ਕੈਂਸਲ ਕਰਨੀਆਂ ਚੇਂਜ ਕਰਨੀਆਂ ਸਾਰੀਆਂ ਚੀਜ਼ਾਂ ਉਹਦੇ 'ਚ ਹੋ ਸਕਦੀਆਂ ਨੇ ਜੀ। ਕੋਈ ਉਹਦੇ ਹਦਾਇਤਾਂ ਹੁੰਦੀਆਂ ਨੇ, ਕਈ ਕੰਪਨੀਆਂ ਵੀਜ਼ਾ ਕੈਂਸਲ ਹੋ ਜਾਵੇ ਸਾਰੇ 100% ਪੈਸੇ ਮੋੜ ਦਿੰਦੀਆਂ ਜੀ। ਕਈ ਜੇ ਕੋਈ ਸਿਹਤ ਅੱਜ ਠੀਕ ਸੀਗੀ ਜੀ ਉਦੋਂ ਬਾਅਦ ਸਿਹਤ ਖਰਾਬ ਹੋ ਗਈ, ਇੰਸ਼ੋਰੈਂਸ ਚੇਂਜ ਕਰਾਉਣੀ ਹੈ ਪ੍ਰੀ ਐਗਜ਼ਿਸਟਿੰਗ ਵਾਲੀ ਉਹ ਵੀ ਚੇਂਜਿਸ ਅਮੈਂਡਮੈਂਟ ਹੋ ਸਕਦੀ ਹੈ ਜੀ। ਇਹ ਚੀਜ਼ਾਂ ਹੈਗੀਆਂ। ਪਰ ਹਾਂ ਸੁਪਰ ਵੀਜ਼ਾ ਜਦੋਂ ਵੀ ਲੈਣਾ ਇਕੱਲਾ ਰੇਟ ਨਾ ਪੁੱਛੋ ਜੀ, ਸਿਹਤਾਂ ਉਹਨਾਂ ਨੇ ਦੱਸ ਕੇ ਸਿਹਤ ਕਿੱਦਾਂ ਦੀ ਹੈ ਉਸ ਹਿਸਾਬ ਨਾਲ ਕਿੰਨਾ ਚਿਰ ਰਹਿਣਾ ਹੈ ਕਦੋਂ ਵਾਪਸ ਜਾਣੀਆਂ ਸਾਰੀਆਂ ਚੀਜ਼ਾਂ ਦੱਸ ਕੇ ਉਸ ਹਿਸਾਬ ਨਾਲ ਚੀਜ਼ ਲਓ ਤੇ ਉਹ ਫਿਰ ਆਪਣੇ ਵਾਸਤੇ ਢੁਕਵੀਂ ਜਿਹੜੀ ਚੀਜ਼ ਹੋਊਗੀ ਅਸੀਂ ਉਹੀ ਹਦਾਇਤ ਕਰਾਂਗੇ ਵੀ ਆਹ ਚੀਜ਼ ਆਪਣੇ ਫਿੱਟ ਪੈਂਦੀ ਹੈ ਜੀ। ਅੱਛਾ ਜੀ, ਡਿਸੇਬਿਲਿਟੀ ਇੰਸ਼ੋਰੈਂਸ ਕਹਿੰਦੇ ਖਾਸੀ ਸਵੱਲੀ ਹੋ ਗਈ। ਹਾਂਜੀ ਬਾਈ ਜੀ, ਪਹਿਲਾਂ ਵੀ ਸੀਗੀ ਜੀ $7 ਤੋਂ ਸ਼ੁਰੂ ਹੋ ਜਾਂਦੀ ਜੀ। ਜਿੱਦਾਂ ਇਹ ਹੈ ਵੀ ਇਹਦਾ ਮਤਲਬ ਇਹ ਨਹੀਂ ਵੀ $7 ਵਾਲੀ ਮਾੜੀ ਹੈ ਤੇ $7 ਵਾਲੀ ਬਹੁਤ ਚੰਗੀ ਹੈ। ਇਹ ਡਿਪੈਂਡ ਕਰਦਾ ਜੀ ਆਪਣੀ ਸਿਚੁਏਸ਼ਨ ਕਿੱਦਾਂ ਦੀ ਹੈ। $7 ਨਾਲ $700 ਤੱਕ ਕਵਰੇਜ ਜੀ 7 ਮਹੀਨੇ ਮਿਲਣਗੇ ਤੇ $14 ਦਿੰਦੇ ਆ ਤਾਂ $1400 ਤੱਕ 7 ਮਹੀਨੇ। ਪਰ ਇਹਨਾਂ ਵਿੱਚ ਜੀ ਸੌਫਟ ਟਿਸ਼ੂ ਇੰਜਰੀ ਕਵਰ ਨਹੀਂ ਕਰਦੇ। ਉਹਦਾ ਮਤਲਬ ਇਹ ਵੀ ਜਿਹੜੀ ਮਾੜੀ ਮੋਟੀ ਜੀ ਗੁੱਝੀ ਸੱਟ ਜਿਹੜੀ ਨਹੀਂ ਦਿਖਦੇ ਉਹ ਕਵਰ ਨਹੀਂ ਕਰਦੇ। ਤੇ ਜਿਹੜੀ ਜਿੰਨਾ 'ਚ ਕਰਦੇ ਨੇ ਉਹਨਾਂ 'ਚ ਵੀ ਹਦਾਇਤਾਂ ਹੁੰਦੀਆਂ ਨੇ ਵੀ ਸੌਫਟ ਟਿਸ਼ੂ ਇੰਜਰੀ ਡਾਕਟਰ ਦੇ ਮੋਸਟਲੀ ਜਿਹੜੀਆਂ ਕੰਪਨੀਆਂ ਹੈਗੀਆਂ ਡਿਪੈਂਡ ਕਰਦਾ ਤੁਹਾਡਾ ਕੰਮ ਕਾਜ ਕਿੱਦਾਂ ਦਾ। ਜੇ ਬਲੂ ਕਾਲਰ ਕੰਮ ਹੈ ਤਾਂ ਮਹੀਨਾ 2 ਮਹੀਨੇ ਦਿੰਦੇ, ਪਰ ਡਾਕਟਰ ਦੇ ਨੋਟ ਤੇ ਬਹੁਤ ਡਿਪੈਂਡ ਕਰਦਾ। ਤੇ ਜਦੋਂ ਵੀ ਡਿਸੇਬਿਲਿਟੀ ਲੈਣੀ ਵੀ ਇਹ ਚੀਜ਼ ਜ਼ਰੂਰ ਖਿਆਲ ਰੱਖੋ ਵੀ ਜਿੰਨੇ ਵੀ ਸਾਡੇ ਹੁਣ ਕਲੇਮ ਹੈਗੇ ਡਾਕਟਰ ਦੇ ਨੋਟ ਤੇ ਬਹੁਤ ਡਿਪੈਂਡ ਕਰਦੇ ਨੇ। ਜੇ ਡਾਕਟਰ ਦਾ ਜਿਹੜਾ ਨੋਟ ਹੈ ਉਹ ਕੈੜਾ ਲਿਖਿਆ ਹੋਵੇ ਤਾਂ ਸਾਰਾ ਕੁਝ ਠੀਕ ਹੈ। ਜੇ ਡਾਕਟਰ ਦਾ ਨੋਟ ਕੈੜਾ ਨਹੀਂ ਲਿਖਿਆ ਹੋਇਆ ਤਾਂ ਉਹਦੇ ਨਾਲ ਜਿਹੜੇ ਕਲੇਮਸ ਤੇ ਉਹ ਫਿਰ ਮੁਸ਼ਕਲਾਂ ਆ ਸਕਦੀਆਂ ਨੇ, ਡਿਲੇ ਹੋ ਸਕਦੀ ਹੈ। ਤੇ ਇਸ ਕਰਕੇ ਹਾਂਜੀ ਬਿਲਕੁਲ $7 ਤੋਂ ਸ਼ੁਰੂ ਹੈ, ਪਰ ਜੇ ਡਿਪੈਂਡ ਕਰਦਾ ਸਾਡੀ ਜ਼ਰੂਰਤਾਂ ਕਿੱਦਾਂ ਦੀ ਉੱਦਾਂ ਚੀਜ਼ ਨਹੀਂ ਲੈ ਸਕਦੇ। ਅੱਛਾ ਜੀ, ਨਾਲ ਟਰਮ ਇੰਸ਼ੋਰੈਂਸ ਦਾ ਸਮਝਾਇਓ ਫਿਰ। ਜੇ ਪਰਮਾਨੈਂਟ ਲੈਣੀ ਟਰਮ ਲੈ ਕੇ ਕੋਈ ਸਵੱਲੀ ਜੀ ਤਾਂ ਲਵੇ ਬੰਦਾ ਘੱਟੋ ਘੱਟ ਕਵਰ ਤਾਂ ਕਰੇ ਆਪਣੇ ਆਪ ਨੂੰ। ਹਾਂਜੀ ਬਿਲਕੁਲ ਜੀ, 80 ਤੋਂ 90% ਦਾ ਲੋਕਾਂ ਦੀ ਜਿਹੜੀ ਜ਼ਰੂਰਤ ਆ
ਉਹ ਜ਼ਰੂਰਤ ਦੇ ਨਾਲ ਜੇ ਚੀਜ਼ ਆਪਾਂ ਕਰਦੇ ਹਾਂ ਤੇ ਟਰਮ ਇੰਸ਼ੋਰੈਂਸ, ਕਈ ਵਾਰੀ ਇੰਸ਼ੋਰੈਂਸ ਅਸੀਂ ਜਦੋਂ ਕਲਾਇੰਟ ਨੂੰ ਦੱਸਦੇ ਹਾਂ, ਅਸੀਂ ਆਪਦੀ ਜ਼ਰੂਰਤਾਂ ਦੇ ਹਿਸਾਬ ਨਾਲ ਦੱਸਦੇ, ਆਪਦੇ ਕਮਿਸ਼ਨ ਦੇ ਖਾਤਰ ਜਦੋਂ ਆਪਾਂ ਨੂੰ ਪ੍ਰਪੋਜ਼ ਕਰਦੇ ਹਾਂ ਸੇਵਿੰਗ ਹੋ ਜੂਗੀ, ਆਹ ਹੋ ਜੂਗੀ, ਫਿਰ ਕਈ ਵਾਰੀ ਕਲਾਇੰਟ ਦੇ ਹਿੱਤ ਦੀਆਂ ਗੱਲਾਂ ਨਹੀਂ ਹੁੰਦੀਆਂ ਜੀ। ਡਿਪੈਂਡ ਕਰਦਾ ਜੇ ਕਲਾਇੰਟ ਨੂੰ ਚੀਜ਼ ਚਾਹੀਦੀ ਹੈ ਤੇ ਟਰਮ ਇੰਸ਼ੋਰੈਂਸ ਹੈ 90% ਤੱਕ ਲੋਕਾਂ ਦੇ ਫਿੱਟ ਹੁੰਦੀ ਹੈ ਜੀ, ਕਿਉਂਕਿ ਉਹਨਾਂ ਦੀ ਜ਼ਰੂਰਤਾਂ ਦੇ ਹਿਸਾਬ ਨਾਲ ਥੋੜ੍ਹੇ ਪੈਸਿਆਂ 'ਚ ਵੱਧ ਰਿਸਕ ਕਵਰ ਹੁੰਦਾ। ਹੁਣ ਹੈ ਜੀ 25-30 ਸਾਲ ਦੀ ਟਰਮ ਲੈਣੀ ਹੈ, $10-15 ਇਹ ਵੀ ਸਸਤਾ, ਹਰੇਕ ਮਹੀਨੇ ਸੇਵ ਹੋਈ ਜਾਂਦੇ ਨੇ। ਤੇ ਇਹ ਵੀ ਇੱਕ ਕੰਪਨੀ ਉਹੀ ਚੀਜ਼ 100 ਦੀ ਦਿੰਦੀ ਹੈ, ਦੂਜੀ 80 ਦੀ ਦਿੰਦੀ ਹੈ। ਕਿ ਅਸੀਂ ਕਿਉਂ 100 ਵਾਲੀ ਚੀਜ਼ ਚੂਜ਼ ਕਰੀਏ, ਕਿਉਂਕਿ ਸਾਡੇ ਕੋਲ ਆਪਸ਼ਨਾਂ ਹੈਗੀਆਂ 80 ਵਾਲੀ ਚੀਜ਼ ਸਾਡੇ ਵਾਸਤੇ ਫਿੱਟ ਬਹਿ ਸਕਦੀ ਹੈ। ਜਿੱਦਣ ਚੀਜ਼ ਟਰਮ ਲੈ ਲਈ ਉਦਣ ਸਸਤੀ, ਉਸ ਤੋਂ ਬਾਅਦ ਮਹਿੰਗੀ ਹੋ ਜਾਣੀ, ਕਿਉਂਕਿ ਏਜ ਚੇਂਜ ਹੋ ਜਾਣੀ ਹੈ ਜੀ। ਇਹ ਵੀ ਟਰਮ ਚੀਜ਼ ਲਈ ਹੋਈ ਹੈ, ਉਸ ਤੋਂ ਬਾਅਦ ਸਿਹਤ ਖਰਾਬ ਹੋ ਜਾਵੇ, ਕੁਛ ਵੀ ਹੋ ਜਾਵੇ, ਉਹਨੂੰ ਚੇਂਜ ਕਰ ਸਕਦੇ ਹਾਂ, ਘਟਾ ਸਕਦੇ ਹਾਂ, ਵਧਾ ਸਕਦੇ ਹਾਂ, ਟਾਈਮ ਹੁੰਦਾ। ਇਹ ਆਪਸ਼ਨ ਹੈ ਜੀ ਬਿਲਕੁਲ। ਟਰਮ ਹੈ, ਵੱਡੇ ਰਿਸਕ ਥੋੜ੍ਹੇ ਪੈਸਿਆਂ 'ਚ ਕਵਰ ਕਰਨਾ ਮੋਰਗੇਜ ਇੰਸ਼ੋਰੈਂਸ ਨਾਲ ਸਭ ਨਾਲ ਵਧੀਆ ਆਪਸ਼ਨ ਹੈ ਜੀ। ਆਪਦੀ ਲਾਈਫ ਇੰਸ਼ੋਰੈਂਸ ਲਓ ਟਰਮ ਜੀ। ਉਸ ਤੋਂ ਬਾਅਦ ਜੇ ਕਿਸੇ ਨੇ ਸੇਵਿੰਗ ਕਰਨੀ ਨਹੀਂ ਕਰਨੀ, ਉਹ ਜ਼ਰੂਰਤਾਂ ਦੇ ਹਿਸਾਬ ਨਾਲ ਜੀ। ਅਖੀਰ ਦੇ ਵਿੱਚ ਕੋਈ ਗੱਲਬਾਤ ਹੋਰ ਤੇ ਸੁਨੇਹਾ ਆਖਰੀ ਤੁਹਾਡਾ ਕੀ ਹੈ, ਦੇ ਦਿਓ ਜੀ। ਹਾਂਜੀ, ਮੇਨ ਹੈ ਜੀ, ਕੋਈ ਵੀ ਇੰਸ਼ੋਰੈਂਸ ਬਾਰੇ ਕੋਈ ਵਿਚਾਰ ਕਰ ਰਹੇ ਹੋ, ਇੰਸ਼ੋਰੈਂਸ ਲਈ ਹੋਈ ਹੈ, ਸੋਚ ਰਹੇ ਹੋ, ਆਪਾਂ ਇਹ ਵੀ ਸਾਡੇ ਥਿੰਕ ਇੰਸ਼ੋਰੈਂਸ ਵੱਲੋਂ ਇਹੀ ਹੈ ਵੀ ਸਾਨੂੰ 10 ਵਰ੍ਹੇ ਹੋ ਗਏ ਜੀ। ਮਾਨ ਕਮਿਊਨਿਟੀ ਦਾ, ਮੰਚ ਦਾ ਸਾਨੂੰ ਇੰਨੀ ਸਪੋਰਟ ਕੀਤੀ, ਉਸ ਤੱਕ ਪਹੁੰਚੇ ਹਾਂ ਜੀ। ਮੇਨ ਇੰਸ਼ੋਰੈਂਸ ਤੁਹਾਡੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਹੋਵੇ। ਸਾਨੂੰ ਇਹ ਵੀ ਇੰਸ਼ੋਰੈਂਸ ਤੁਹਾਡੀ ਜ਼ਰੂਰਤਾਂ ਦੇ ਹਿਸਾਬ ਨਾਲ ਤੁਹਾਡਾ $1 ਵੀ ਬਚਦਾ, 50 ਸੈਂਟ ਵੀ ਬਚਦੇ ਨੇ, ਸਾਨੂੰ ਖੁਸ਼ੀ ਹੁੰਦੀ ਹੈ। ਪਰ ਮੇਨ ਹੈ ਵੀ ਕੋਈ ਵੀ ਕੁਐਸਚਨ, ਬੱਚਿਆਂ ਦੀ ਇੰਸ਼ੋਰੈਂਸ ਹੋਵੇ ਜਾਂ ਤੁਹਾਡੇ ਬਿਜ਼ਨਸ ਦੇ ਜਿਹੜੇ ਆਪਾਂ ਗਰੁੱਪ ਕਰਦੇ ਹਾਂ, ਹੈਲਥ ਐਂਡ ਡੈਂਟਲ ਜਿਹੜੀਆਂ ਆਪਸ਼ਨ ਨੇ ਜੀ, ਉਹ ਆਪਣੇ ਵਾਸਤੇ ਥਿੰਕ ਇੰਸ਼ੋਰੈਂਸ ਤੋਂ ਲੈ ਸਕਦੇ ਹਾਂ। ਸਾਡੀਆਂ 3 ਲੋਕੇਸ਼ਨ ਹੈ ਜੀ, ਸਰੀ, ਐਬਟਸਵਰਡ ਤੇ ਕੈਲਗਰੀ 'ਚ। ਨੰਬਰ ਹੈਗੇ 604-828-7213 ਜੀ। ਤੇ ਸਾਨੂੰ ਗੂਗਲ 'ਤੇ ਸਰਚ ਕਰ ਸਕਦੇ ਥਿੰਕ ਇੰਸ਼ੋਰੈਂਸ। ਨੰਬਰ ਇੱਕ ਵਾਰੀ 604, 8 ਤੋਂ 8 ਕੰਮ ਹੈ ਜੀ ਆਪਣਾ, 7 ਦਿਨ ਤੇ 2 BC ਲੋਕੇਸ਼ਨ ਆ, ਪਿੱਛੇ ਬਾਬੇ ਦਾ 13। ਧੰਨਵਾਦ ਗਿੱਲ ਸਾਹਿਬ ਅਗੇਨ। ਤੇ ਤੁਹਾਡੇ ਮੰਚ ਤੋਂ ਹੀ ਆਪਾਂ ਜਦੋਂ ਸਫ਼ਰ ਸ਼ੁਰੂ ਕੀਤਾ, ਉਹੀ ਹੈ ਵੀ ਕਹਿੰਦੇ ਸਾਥ ਤਾਂ ਸਾਥ ਹੀ ਹੁੰਦਾ, ਜਿਹੜਾ ਸਾਥ ਛੱਡ ਜਾਵੇ ਉਹਦਾ ਫਿਰ ਸਵਾਦ ਵਾਲੀ ਗੱਲ ਨਹੀਂ, ਭਾਵੇਂ ਬਿਜ਼ਨਸ ਹੋਵੇ ਤੇ ਭਾਵੇਂ ਪਰਸਨਲ ਲੈਜ ਹੋਵੇ। ਤੇ ਧੰਨਵਾਦ ਤੁਹਾਡਾ ਜੀ, ਥੈਂਕ ਯੂ। ਧੰਨਵਾਦ ਜੀ, ਸ਼ੁਭ ਸ਼ਾਮਾਂ, ਥੈਂਕ ਯੂ। ਸਰਦਾਰ ਪਰਮਿੰਦਰ ਸਿੰਘ ਥਿੰਦ ਗੱਲਬਾਤ ਕਰ ਰਹੇ ਸੀ ਥਿੰਕ ਇੰਸ਼ੋਰੈਂਸ ਤੋਂ। 2013 ਦੀ ਗੱਲ ਹੈ ਜਦ ਤੋਂ ਥਿੰਕ ਇੰਸ਼ੋਰੈਂਸ ਦਾ ਇਹ ਸਫ਼ਰ, ਪਰ ਮਿਹਨਤ ਦੇ ਨਾਲ ਹੀ ਸਾਰਾ ਕੁਛ ਹੈ। ਮਿਹਨਤ ਕਰੋ ਸਿਰ ਸੁੱਟ ਕੇ। ਹਜ਼ਾਰਾਂ ਹੀ ਕਿਲੋਮੀਟਰ Q7 ਟਰੱਕ ਪਰਮਿੰਦਰ ਸਿੰਘ ਥਿੰਦ ਨੇ ਡਰਾਈਵ ਕੀਤਾ ਇੱਥੋਂ ਅਲਬਰਟਾ। ਤੇ ਇਉਂ ਵੀ ਨਹੀਂ ਸੀ ਹੁੰਦਾ ਵੀ ਜਿੱਥੇ ਜਾਣਾ ਵੀ ਉਹ ਇੰਸ਼ੋਰੈਂਸ ਲੈ ਲੈਣਗੇ। ਆਪਣਾ ਭਾਈਚਾਰਾ ਤੁਹਾਨੂੰ ਪਤਾ ਵੀ ਪੂਰਾ ਪਤਾ ਕਰਕੇ ਫਿਰ ਅੱਗੇ ਤੁਰਦਾ, ਪਰ ਮਿਹਨਤ ਬਹੁਤ ਕੀਤੀ। ਸੋ ਮਿਹਨਤ ਦਾ ਫਿਰ ਫਲ ਮਿਲਣਾ ਹੀ ਮਿਲਣਾ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਕਿ 11:15 ਵਜੇ ਰਾਜਨ ਸਾਹਨੀ ਜੀ ਮੇਰੇ ਨਾਲ ਸ਼ਾਮਲ ਹੋਣਗੇ। ਰਾਜਨ ਸਾਹਨੀ ਹੋਣੀ ਅਲਬਰਟਾ ਦੇ ਵਿੱਚ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਚੋਣ ਲੜ ਰਹੇ ਨੇ, ਜਿਹੜਾ ਬਹੁਤ ਵੱਡਾ ਮਾਰਕ ਹੈ। ਰਾਜਨ ਸਾਹਨੀ ਉਹਨਾਂ ਨੇ 2019 ਦੀ ਜਿਹੜੀ ਅਲਬਰਟਾ ਦੀ ਜਨਰਲ ਇਲੈਕਸ਼ਨ ਸੀ, ਕੈਲਗਰੀ ਨਾਰਥ ਈਸਟ ਦੇ ਵਿੱਚੋਂ ਜਿੱਤੀ। ਉਸ ਤੋਂ ਬਾਅਦ ਮਿਨਿਸਟਰ ਬਣੇ। ਪਹਿਲਾਂ ਮਿਨਿਸਟਰ ਆਫ ਕਮਿਊਨਿਟੀ ਐਂਡ ਸੋਸ਼ਲ ਸਰਵਿਸਿਜ਼ ਅਲਬਰਟਾ ਦੇ ਬਣੇ, ਫਿਰ ਮਿਨਿਸਟਰ ਆਫ ਟਰਾਂਸਪੋਰਟੇਸ਼ਨ ਬਣੇ ਅਲਬਰਟਾ ਦੇ। ਹੁਣ ਉਹ ਲੀਡਰਸ਼ਿਪ ਰੇਸ ਲੜ ਰਹੇ ਨੇ। ਭਾਈਚਾਰੇ ਨੇ ਮੈਂਬਰਸ਼ਿਪ ਬਹੁਤ ਜ਼ੋਰ ਦੇ ਨਾਲ ਬਣਾਈ ਹੈ ਅਤੇ ਅਗਲੇ ਮਹੀਨੇ ਬੈਲਟਸ ਜਿਹੜੇ ਨੇ ਉਹ ਆਉਣੇ ਸ਼ੁਰੂ ਹੋਣੇ ਨੇ ਅਤੇ ਫਿਰ ਉਹਦੀਆਂ ਵੋਟਾਂ ਪਾ ਕੇ ਤੁਸੀਂ ਘੱਲਣੇ ਨੇ ਅਤੇ ਫਿਰ ਰਿਜ਼ਲਟ ਆਏਗਾ। ਰਾਜਨ ਸਾਹਨੀ ਉਹਨਾਂ ਨਾਲ ਗੱਲਬਾਤ ਕਰਦੇ ਆ, ਕੀ ਵਿਜ਼ਨ ਆ ਅਲਬਰਟਾ ਦੇ ਵਿੱਚ, ਕਿਸ ਤਰ੍ਹਾਂ ਉਹ ਮਹਿਸੂਸ ਕਰਦੇ ਨੇ, ਤਰੱਕੀ ਕਿਵੇਂ ਹੋਏਗੀ। ਲੀਡਰਸ਼ਿਪ ਰੇਸ ਲੜਨ ਦੇ ਲਈ ਬਹੁਤ ਜਿਗਰਾ ਚਾਹੀਦਾ ਅਤੇ ਬਹੁਤ ਅਲੱਗ ਡੈਮੋਗ੍ਰਾਫਿਕ ਆ ਅਲਬਰਟਾ ਦੀ। BC ਅਲੱਗ ਹੈ, ਉਹ ਅਲੱਗ। ਉੱਥੇ ਵੱਡੇ ਨਾਮ ਨੇ ਜਿਹੜੇ ਖੱਟੇ ਨੇ ਸਾਡੀ ਕਮਿਊਨਿਟੀ ਨੇ। ਸਰਦਾਰ ਅਮਰਜੀਤ ਸਿੰਘ ਮੇਅਰ ਬਣੇ ਨੇ ਐਡਮਿੰਟਨ ਦੇ, ਸੋਹੀ ਹੋਣੀ, ਜੋਤੀ ਗੌਂਡੈਕ ਕੈਲਗਰੀ ਦੀ ਆਪਣੀ ਜਿਹੜੀ ਭਾਈਚਾਰੇ ਦੇ ਵਿੱਚੋਂ ਮੜੇ ਨੇ। ਹੁਣ ਰਾਜਨ ਸਾਹਨੀ, ਜੇ ਇਹ ਸਾਡਾ ਤੀਜਾ ਮਾਰਕਾ ਮਾਰਿਆ ਜਾਂਦਾ ਅਸੀਂ ਕਿਤੇ ਹੋਰ ਬੈਠਾਂਗੇ ਫਿਰ। ਰਾਜਨ ਸਾਹਨੀ ਜੀ ਸਵਾਗਤ, ਸਤਿ ਸ੍ਰੀ ਅਕਾਲ।
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਵੀ ਐਂਡ ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਜੀ, ਧੰਨਵਾਦ। ਤੇ ਮੈਂ ਤੁਹਾਡੇ ਬਾਰੇ ਦੱਸ ਰਿਹਾ ਸੀ, ਪਹਿਲੀ ਤਾਂ ਗੱਲ ਪਹਿਲਾਂ ਹੀ ਤੁਹਾਨੂੰ ਮੈਂ ਮੁਬਾਰਕਬਾਦ ਦੇ ਦੇਵਾਂ ਤੇ ਤੁਹਾਡੀ ਪੰਜਾਬੀ ਬਹੁਤ ਵਧੀਆ, ਆਨੰਦ ਆ ਗਿਆ ਸੁਣ ਕੇ। ਥੈਂਕ ਯੂ ਜੀ, ਤਾਂ ਬਹੁਤ ਬਹੁਤ ਧੰਨਵਾਦ। ਅੱਛਾ ਜੀ, ਆਪਣੇ ਬਾਰੇ ਥੋੜ੍ਹਾ ਜਿਹਾ ਦੱਸ ਕੇ ਤੇ ਫਿਰ ਆਪਾਂ ਕੰਜ਼ਰਵੇਟਿਵ ਪਾਰਟੀ ਦੀ UCP ਦੀ ਜਿਹੜੀ ਲੀਡਰਸ਼ਿਪ ਵੱਲ ਨੂੰ ਜਾਵਾਂਗੇ। ਪਹਿਲਾਂ ਆਪਣੇ ਬਾਰੇ ਥੋੜ੍ਹਾ ਜਿਹਾ ਸੁਣਨ ਵਾਲਿਆਂ ਨੂੰ ਦੱਸੋ ਜੀ। ਜ਼ਰੂਰ ਜੀ, ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਮੈਂ 2019 ਵਿੱਚ ਮੈਂ ਇਲੈਕਸ਼ਨ ਜਿੱਤੀ ਸੀਗੀ ਫॉर द ਯੂਨਾਈਟਿਡ ਕੰਜ਼ਰਵੇਟਿਵ ਪਾਰਟੀ, ਪਰ ਮੇਰਾ ਨਾਮ ਰਾਜਨ ਸਾਨੀ ਹੈ ਫਰਸਟ ਆਫ ਆਲ। ਤੇ ਮੇਰਾ ਜਨਮ ਇੱਥੇ ਕੈਲਗਰੀ ਦਾ ਹੈਗਾ, ਕੈਲਗਰੀ ਅਲਬਰਟਾ ਦਾ। ਮੰਮੀ ਡੈਡੀ ਮੇਰੇ ਜਲੰਧਰ ਤੋਂ ਹੈਗੇ ਆ ਤੇ ਮੇਰੇ ਸਹੁਰੇ ਚੰਡੀਗੜ੍ਹ ਤੋਂ ਹੈਗੇ ਆ। ਐਂਡ ਮੈਂ ਆਪਣੀ ਸਾਰੀ ਪੜ੍ਹਾਈ ਲਿਖਾਈ ਇੱਥੇ ਕੈਲਗਰੀ ਕੀਤੀ ਸੀ। ਮੇਰੇ 4 ਬੱਚੇ ਹੈਗੇ ਆ। ਮੇਰੀ ਵੱਡੀ ਬੇਟੀ ਇੰਜੀਨੀਅਰ ਹੈਗੀ ਆ, ਆਇਲ ਐਂਡ ਗੈਸ ਇੰਡਸਟਰੀ ਵਿੱਚ ਕੰਮ ਕਰ ਰਹੇ ਹੈਗੇ ਆ। ਐਂਡ ਜਦੋਂ ਮੈਂ ਇਹ ਸਲਾਹ ਬਣਾਈ ਸੀ ਕਿ ਮੈਂ ਪੋਲੀਟਿਕਸ ਵਿੱਚ ਮੈਂ ਹਿੱਸਾ ਲੈਣਾ ਹੈਗਾ, ਮੈਂ ਆਪਣੇ ਬੱਚਿਆਂ ਬਾਰੇ ਸੋਚ ਰਹੀ ਸੀਗੀ। ਤਾਂ ਸਿਰਫ ਆਪਣੇ ਬੱਚਿਆਂ ਬਾਰੇ ਨਹੀਂ, ਸਾਡੀ ਪੂਰੀ ਕਮਿਊਨਿਟੀ ਦੇ ਬੱਚਿਆਂ ਬਾਰੇ, ਅਲਬਰਟਨ ਜਿਹੜੇ ਸਾਡੇ ਵਾਸੀ ਰਹਿੰਦੇ ਆ, ਕਿ ਉਹਨਾਂ ਦੇ ਫਿਊਚਰ ਬਾਰੇ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ। ਕਿਉਂਕਿ ਹੁਣ ਅੱਜ ਕੱਲ੍ਹ ਇਕੋਨਮੀ ਵੀ ਡਾਊਨ ਹੋ ਚੁੱਕੀ ਸੀਗੀ ਬਿਫੋਰ ਦ ਪੈਂਡੈਮਿਕ। ਅਲਬਰਟਾ ਜਿਵੇਂ ਤੁਸੀਂ ਜਾਣਦੇ ਹੈਗੇ ਐਜ਼ ਐਨਰਜੀ ਡਿਪੈਂਡੈਂਟ ਪ੍ਰੋਵਿੰਸ, ਤਾਂ ਇਸ ਕਰਕੇ ਮੈਂ ਸੋਚਿਆ ਕਿ ਹੁਣ ਬੱਚਿਆਂ ਦੇ ਫਿਊਚਰ ਬਾਰੇ ਅਸੀਂ ਦੇਖੀਏ। ਐਂਡ ਸਾਡੀ ਆਪਣੀ ਕਮਿਊਨਿਟੀ ਤੋਂ ਘੱਟ ਸੀਗੀ ਰਿਪਰੈਜ਼ੈਂਟੇਸ਼ਨ, ਸਾਡੀ ਆਵਾਜ਼ ਤਾਂ ਪਹੁੰਚਦੀ ਨਹੀਂ ਸੀਗੀ ਵਿਧਾਨ ਸਭਾ ਤੱਕ। ਸੋ ਇਸ ਕਰਕੇ ਮੈਂ ਫੈਸਲਾ ਕੀਤਾ, ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ, ਐਂਡ ਦੈਟਸ ਹਾਊ ਆਈ ਗਾਟ ਇਨਵੋਲਵਡ ਇਨ ਪੋਲਿਟਿਕਸ। ਦੈਟਸ ਬਿਊਟੀਫੁਲ। ਅੱਛਾ, ਉਹਦੇ ਬਾਅਦ ਜੀ ਫਿਰ ਪਾਰਟੀ 'ਚ ਕੁਛ ਸਮਾਂ ਆ ਗਿਆ, ਜਿਸਨ ਕੈਨੀ ਉਹਨਾਂ ਨੇ ਡਿਸਾਈਡ ਕਰ ਲਿਆ ਵੀ ਨੈਕਸਟ ਲੀਡਰ ਆਉਣਾ ਚਾਹੀਦਾ ਹੈ। ਤੇ ਫਿਰ ਇਹ ਡਿਸੀਜ਼ਨ ਕਿ ਲੀਡਰਸ਼ਿਪ ਰੇਸ 'ਚ ਜਾਣਾ ਚਾਹੀਦਾ, ਇਹ ਬਹੁਤ ਵੱਡਾ ਇੱਕ ਡਿਸੀਜ਼ਨ ਹੈ। ਅਤੇ ਇਸ ਤਰ੍ਹਾਂ ਹੀ ਤੁਸੀਂ ਰਾਜਨੀਤੀ ਦੇ ਵਿੱਚ ਸਕਸੈਸ ਹੁੰਦੇ ਹੋ। ਜੇ ਵੱਡਾ ਸੋਚ ਕੇ ਤੁਰੋਗੇ ਤਾਂ ਹੀ ਵੱਡਾ ਹੋਏਗਾ। ਸੋ ਇਹ ਲੀਡਰਸ਼ਿਪ ਰੇਸ ਦਾ ਡਿਸੀਜ਼ਨ ਇਹ ਕੀ ਸੀ ਜੀ, ਇਹਦੇ ਬਾਰੇ ਸਮਝਾਇਓ। ਹਾਂਜੀ, ਕਾਫੀ ਬੋਲਡ ਸਟੈਪ ਸੀ ਫॉर श्योर, ਕਿਉਂਕਿ ਉਸ ਟਾਈਮ ਤੇ ਮੇਰਾ ਮਹਿਕਮਾ ਵੀ ਕਾਫੀ ਵਧੀਆ ਸੀਗਾ, ਮਿਨਿਸਟਰ ਆਫ ਟਰਾਂਸਪੋਰਟੇਸ਼ਨ। ਪਰ ਜਦੋਂ ਮੈਂ ਵੇਖਿਆ ਹੁਣ ਜੇਸਨ ਕੈਨੀ ਦਾ ਕਿਸ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਨੇ ਆਪਣਾ ਇਸਤੀਫਾ ਦੇ ਦੇਣਾ। ਤਾਂ ਜਦੋਂ ਉਹਨਾਂ ਨੇ ਇੱਕਦਮ ਅਨਾਊਂਸਮੈਂਟ ਦਿੱਤੀ ਐਂਡ ਫਿਰ ਅਸੀਂ ਸਾਰੇ ਸੋਚ ਰਹੇ ਸੀ ਵੀ ਕੌਣ ਆਏਗਾ ਅੱਗੇ। ਤਾਂ ਜਦੋਂ ਮੈਂ ਦੇਖਿਆ ਜਿਹੜੇ ਲੋਕ ਆ ਰਹੇ ਸੀ ਅੱਗੇ, ਹੁਣ ਇੱਕ ਤਾਂ ਕਾਫੀ ਮਸ਼ਹੂਰ ਹੋ ਗਏ ਹੈਗੇ ਆ, ਡੈਨੀਅਲ ਸਮਿਥ, ਸ਼ੀ ਇਜ਼ ਅ ਸੈਪਰੇਟਿਸਟ। ਇਹ ਤਾਂ ਅਸੀਂ ਬਿਲੀਵ ਹੀ ਨਹੀਂ ਕਰਦੇ, ਖਾਸ ਕਰਕੇ ਜਿਹੜੇ ਸਾਡੀ ਕਮਿਊਨਿਟੀ ਵਾਲੇ ਲੋਕ ਜਦੋਂ ਅਸੀਂ ਆਉਂਦੇ ਹਾਂ ਦੂਸਰੇ ਦੇਸ਼ਾਂ ਤੋਂ, ਅਸੀਂ ਕੈਨੇਡਾ ਆਉਂਦੇ ਹਾਂ, ਵੀ ਡੋਂਟ ਵਾਂਟ ਟੂ ਬੀ ਸੈਪਰੇਟ। ਐਂਡ ਜਿਹੜੇ ਬਾਕੀ ਕੈਂਡੀਡੇਟਸ ਆਏ ਸੀ, ਮੈਂ ਉਹਨਾਂ ਵੱਲ ਦੇਖਿਆ, ਮੈਂ ਕਿ ਇਹ ਕੈਂਡੀਡੇਟਸ ਸਾਡੇ ਸੂਬੇ ਵਾਸਤੇ ਠੀਕ ਨਹੀਂ ਹੈਗੇ। ਫਿਰ ਇਸ ਕਰਕੇ ਮੈਂ ਫਿਰ ਤੈਅ ਕੀਤਾ ਕਿ ਮੈਂ ਆਪਣਾ ਨਾਮ ਪਾਵਾਂਗੀ, ਕਿਉਂਕਿ ਮੇਰਾ ਐਕਸਪੀਰੀਅੰਸ ਵੀ ਬਹੁਤ ਜ਼ਿਆਦਾ ਹੈ। ਕਮ ਫਰਮ ਦੀ ਐਨਰਜੀ ਇੰਡਸਟਰੀ, ਆਈ ਹੈਵ ਐਨ MBA, ਤਕਰੀਬਨ 22-23 ਸਾਲ ਮੈਂ ਕੰਮ ਕੀਤਾ before getting into politics in high level positions, and government experience ਵੀ ਹੁਣ ਮੇਰਾ ਹੋ ਗਿਆ 3 ਸਾਲਾਂ ਵਿੱਚ। 2 ਵੱਡੇ ਮਹਿਕਮੇ ਸੀਗੇ that I was the Minister of Community and Social Services and Transportation. ਫਿਰ ਮੈਂ ਵੇਖਿਆ ਕਿ ਮੇਰੇ ਕੋਲ ਜ਼ਿਆਦਾ ਐਕਸਪੀਰੀਅੰਸ ਵੀ ਹੈਗਾ ਆ। I'm from a cultural community, ਕੰਮ ਵੀ ਕਾਫੀ ਕੀਤਾ। ਸੋ ਕਿਉਂ ਨਹੀਂ ਹੁਣ ਮੌਕਾ ਆ ਗਿਆ, ਪਹਿਲੀ ਵਾਰੀ ਹਿਸਟਰੀ ਵਿੱਚ ਆਪਣੀ ਕਮਿਊਨਿਟੀ ਤੋਂ ਕੋਈ ਅੱਗੇ ਆ ਰਿਹਾ, and I'm a deserving candidate, you know, compared to all of the others. So ਇਸ ਕਰਕੇ I put my name in the leadership race. ਸਨੀ ਜੀ, ਬਹੁਤ ਵੱਡਾ ਇਹ ਮਾਣ ਹੈ ਅਤੇ ਸਾਨੂੰ ਵੀ ਮਾਣ ਹੈ ਇਸ ਗੱਲ ਦਾ। ਅਤੇ ਇਹ ਦੱਸਿਓ ਹੁਣ, ਜੇ ਸਾਰੇ ਅਲਬਰਟਾ ਦੇ ਵਿੱਚ ਬੇਸਿਕਲੀ ਤੁਸੀਂ ਜੇ ਪ੍ਰੀਮੀਅਰ ਬਣਨਾ ਤਾਂ ਸਾਰੇ ਅਲਬਰਟਾ ਦਾ ਹੀ ਬਣਨਾ, ਪਰ ਸਟਿਲ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ, ਕਿੰਨੀ ਕੁ ਕਮਿਊਨਿਟੀ ਹੈ ਅਤੇ ਕਿਸ ਤਰ੍ਹਾਂ ਦੀ ਤੁਹਾਡੀ ਮੈਂਬਰਸ਼ਿਪ ਜਿਹੜੀ ਇਹ ਡਰਾਈਵ ਰਹੀ, ਅਤੇ ਸਾਰਾ ਅਲਬਰਟਾ ਤੁਸੀਂ ਵਿਜ਼ਿਟ ਕੀਤਾ, ਹਰ ਕਾਰਨਰ 'ਤੇ ਗਏ, ਅਤੇ ਮੈਨੂੰ ਸਾਰਾ ਜਿਹੜਾ ਜਤਿੰਦਰ ਸਿੰਘ ਤਾਤਲਾ ਨਾਲ ਤੁਹਾਡੇ ਮੁੰਡਾ ਸਾਡਾ ਕੰਮ ਕਰਦਾ ਦੱਸਦਾ ਰਿਹਾ ਮੈਨੂੰ ਪਿਛਲੇ 2 ਮਹੀਨੇ ਦੇ ਵਿੱਚ ਕੀ ਕਰਦੇ ਰਹੇ। ਅਤੇ ਮੈਨੂੰ ਸਾਰਾ ਜਿਹਾ ਇਹ ਕਮਿਊਨਿਟੀ ਦੇ ਬਾਰੇ ਦੱਸਿਓ, ਅਤੇ ਕਿੰਨੀ ਕੁ ਵੋਟਰ, ਕਿੰਨੀ ਕੁ ਜਿਹੜੇ ਨੇ ਸਾਡੀ ਮੈਂਬਰਸ਼ਿਪ ਹੈ, ਅਤੇ ਥੋੜ੍ਹਾ ਜਿਹਾ ਤਾਂ ਆਪਣਾ ਤਜਰਬਾ ਸਾਂਝਾ ਕਰਿਓ। ਜੀ, ਹੁਣ ਜਿਹੜੀ ਪੂਰੀ ਮੈਂਬਰਸ਼ਿਪ ਬਣੀ ਹੈਗੀ ਹੈ ਤਾਂ ਓਵਰ 123,000। ਤਾਂ ਜਿਹੜੀ ਸਾਡੀ ਜਿਵੇਂ ਐਥਨਿਕ ਕਮਿਊਨਿਟੀ ਤੁਸੀਂ ਸੋਚੋ, ਸਿਰਫ ਪੰਜਾਬੀ ਨਹੀਂ, ਸਾਊਥ ਏਸ਼ੀਅਨ, ਸਾਰੇ ਫਿਲੀਪੀਨੋਸ, ਮੇਰੇ ਖਿਆਲ 25,000 ਤਾਂ ਬਣ ਗਏ ਹੈਗੇ ਆ। ਹਜੇ ਡੇਟਾ ਐਨਾਲਿਸਿਸ ਚੱਲ ਰਹੀ ਹੈਗੀ ਆ। ਸੋ
ਜਿਵੇਂ ਮੈਂ ਕਹਿ ਰਹੀ ਸੀ ਕਿ ਸਾਡੀ ਜਿਹੜੀ ਕਲਚਰਲ ਕਮਿਊਨਿਟੀਜ਼ ਹੈਗੀਆਂ, ਤਾਕਤ ਵੀ ਹੈਗੀ ਆ, ਆਬਾਦੀ ਵੀ ਹੈਗੀ ਆ, ਤਾਂ ਉਹਨਾਂ ਦੀ ਆਵਾਜ਼ ਕਦੇ ਤੱਕ ਨਹੀਂ ਪਹੁੰਚਦੀ ਇਨ ਪਬਲਿਕ ਪਾਲਿਸੀ। ਪਹੁੰਚਦੀ ਤਾਂ ਹੈਗੀ ਪਰ ਘੱਟ ਪਹੁੰਚਦੀ ਹੈਗੀ ਆ। ਐਂਡ ਹੁਣ ਅਸੀਂ ਦੇਖ ਰਹੇ ਹੈਗੇ ਕਿ ਪੂਰੇ ਕੈਨੇਡਾ ਵਿੱਚ ਦ ਫੇਸ ਆਫ ਕੈਨੇਡਾ ਇਜ਼ ਚੇਂਜਿੰਗ, ਦ ਫੇਸ ਆਫ ਐਲਬਰਟਾ ਇਜ਼ ਚੇਂਜਿੰਗ। ਪਰ ਜਿਹੜੀਆਂ ਸਾਡੀਆਂ ਪ੍ਰਾਇਓਰਿਟੀਜ਼ ਹੈਗੀਆਂ ਅਲੱਗ ਨਹੀਂ ਹੈਗੀਆਂ ਫਰਮ ਅਦਰ ਐਲਬਰਟਨਸ। ਸਾਰੇ ਫੈਮਲੀਜ਼ ਚਾਹੁੰਦੇ ਹੈਗੇ ਵੀ ਸਾਨੂੰ ਅੱਛਾ ਹੈਲਥ ਕੇਅਰ ਮਿਲੇ, ਵੀ ਸਾਡੇ ਬੱਚਿਆਂ ਨੂੰ ਅੱਛੀ ਪੜ੍ਹਾਈ ਦੀਆਂ ਓਪਰਚੁਨਿਟੀਜ਼ ਮਿਲੇ, ਤਾਂ ਫਿਰ ਅਖੀਰ ਵਿੱਚ ਜੌਬ ਓਪਰਚੁਨਿਟੀਜ਼ ਮਿਲਣ, ਹੈ ਨਾ। ਐਂਡ ਕਈ ਵਾਰੀ ਜਿਹੜੀਆਂ ਪਾਲਿਸੀਜ਼ ਹੈਗੀਆਂ ਨੇ ਸਰਕਾਰ ਵੱਲੋਂ ਆਉਂਦੀਆਂ ਔਰ ਇਨ ਦ ਵਰਕ ਪਲੇਸ, ਜਿਹੜੀ ਸਾਡੀ ਕਮਿਊਨਿਟੀਜ਼ ਵਾਸਤੇ ਕਈ ਵਾਰੀ ਗਲਤ ਹੁੰਦੀਆਂ ਜਾਂ ਅਲੱਗ ਹੁੰਦੀਆਂ। ਹੁਣ ਇੱਕ ਐਗਜ਼ਾਮਪਲ ਮੈਂ ਦੇ ਸਕਦੀ ਹਾਂ, ਐਟ ਅ ਕਰੈਕਸ਼ਨਲ ਫੈਸਿਲਿਟੀ ਉਹਨਾਂ ਨੇ ਮਨਾ ਕਰ ਦਿੱਤਾ ਸੀ ਕਿਸੇ ਨੂੰ ਕਿ ਜੇ ਤੁਹਾਡੀ ਦਾੜੀ ਹੋਵੇ ਤੁਸੀਂ ਕੰਮ ਨਹੀਂ ਕਰ ਸਕਦੇ। ਇਹ ਬਿਲਕੁਲ ਗਲਤ ਪਾਲਿਸੀ ਹੈਗੀ ਹੈ, ਕਿਉਂਕਿ ਸਾਡੇ ਸਿੱਖਾਂ ਵਾਸਤੇ ਤਾਂ ਫਿਰ ਉਹ ਇਟਸ ਅ ਕਲੋਜ਼ਡ ਡੋਰ ਫॉर them। ਸੋ ਜਿਹੜੀਆਂ ਇਸ ਤਰ੍ਹਾਂ ਦੀਆਂ ਪਾਲਿਸੀਜ਼ ਹੈਗੀਆਂ ਨੇ ਸਿਰਫ ਸਾਡੀ ਕਮਿਊਨਿਟੀਜ਼ ਵਾਸਤੇ, ਬਟ ਅਦਰ ਕਮਿਊਨਿਟੀ ਉਹ ਅਸੀਂ ਦੇਖਣੀ ਹੈਗੀ ਵੀ ਸਾਰੀ ਜਿਹੜੀਆਂ ਬੰਦਿਸ਼ਾਂ ਹੈਗੀਆਂ ਉਹ ਅਸੀਂ we want to remove all of them. So when we're talking about governing for all of Alberta, ਇਹ ਇੱਕ ਗੱਲ ਮੇਰੇ ਦਿਮਾਗ ਵਿੱਚ ਹਮੇਸ਼ਾ ਆਉਂਦੀ ਰਹਿੰਦੀ ਹੈ ਵੀ ਸਾਰਿਆਂ ਵਾਸਤੇ ਅਸੀਂ ਦਰਵਾਜ਼ੇ ਖੋਲ੍ਹਣਾ ਚਾਹੁੰਦੇ ਹਾਂ। Nobody should be left out. ਜੀ ਰਾਜਨ ਜੀ, ਮੈਨੂੰ ਹੁਣ ਇਹ ਦੱਸਿਓ ਵੀ ਤੁਹਾਨੂੰ ਜਦ ਚੁਣਨਾ ਹੈ ਭਾਈਚਾਰੇ ਨੇ, ਤੁਹਾਨੂੰ ਲੀਡਰਸ਼ਿਪ ਰੇਸ ਦੇ ਵਿੱਚ ਆਪਣੇ ਜਿਹੜੀ ਵੋਟ ਪਾਉਣੀ ਹੈ, ਉਹਦੀ ਜਿਹੜੀ ਪ੍ਰਕਿਰਿਆ ਕੀ ਹੈ, ਉਹਦਾ ਸਿਸਟਮ ਕੀ ਹੈ? ਸਿਸਟਮ ਇਹ ਹੈ ਜੀ, ਹੁਣ ਸਾਡੀ ਮੈਂਬਰਸ਼ਿਪ ਬਣ ਚੁੱਕੀ ਹੈਗੀ ਆ ਔਰ ਮੇਰੇ ਸੂਬੇ ਵਿੱਚ ਮੇਰੇ ਹਲਕੇ ਵਿੱਚ ਕਾਫੀ ਸਾਰੀ ਅਸੀਂ ਮੈਂਬਰਸ਼ਿਪ ਬਣਾ ਚੁੱਕੇ ਹੈਗੇ ਆ। ਹੁਣ ਇਨ ਦ ਮੇਲ ਬੈਲਟ ਆਏਗੀ, ਬੈਲਟ ਵਿੱਚ ਫਿਰ ਇਟਸ ਅ ਪ੍ਰੈਫਰੈਂਸ਼ੀਅਲ ਬੈਲਟ ਵੀ ਤੁਸੀਂ ਫਿਰ ਜਿਨ੍ਹਾਂ ਨੂੰ ਮਿਲਦੀ ਹੈਗੀ ਆ ਬੈਲਟ ਉਹਨਾਂ ਨੇ ਨਾਂ ਲਿਖਣਾ ਹੈਗਾ ਆਪਣੇ ਕੈਂਡੀਡੇਟ ਦਾ, all the way, ਹੈ ਨਾ, ਰੈਂਕਿੰਗ all the way to 7 candidates. ਫਿਰ ਬਸ ਉਹ ਵਾਪਸ ਮੇਲ ਕਰਨੀ ਹੈਗੀ ਆ ਪਾਰਟੀ ਤੱਕ, ਫਿਰ ਉਹਨਾਂ ਨੇ ਆਪਣੀ ਗਿਣਤੀ ਕਰਨੀ ਹੈਗੀ ਆ। ਤੇ ਇੱਕ ਦਿਨ ਹੈਗਾ ਜਿੱਥੇ ਸਾਰੇ ਜਿਹੜੇ ਚਾਹੁੰਦੇ ਹੈਗੇ, ਜਿਹੜੇ who don't want to do the mail system, ਉਹ in person ਜਾ ਕੇ ਆਪਣੀ ਵੋਟ ਪਾ ਸਕਦੇ ਆ October 6th। ਸੋ ਇਸ ਕਰਕੇ ਮੈਂ ਬੇਨਤੀ ਕਰ ਰਹੀ ਹਾਂ ਜਿਹੜੇ ਸਾਰੇ ਸੁਣ ਰਹੇ ਹੈਗੇ, ਜੇ ਤੁਹਾਡੇ ਰਿਸ਼ਤੇਦਾਰ ਹੈਗੇ ਜਿਹੜੇ ਅਲਬਰਟਾ ਵਿੱਚ ਰਹਿੰਦੇ ਹੈਗੇ, ਤੁਸੀਂ ਉਹਨਾਂ ਨੂੰ ਜ਼ਰੂਰ ਕਹਿਣਾ to cast their vote, and especially for me. ਐਂਡ ਉਹਨਾਂ ਦੀ ਪਰ ਵੋਟਿੰਗ ਤੋਂ ਪਹਿਲਾਂ ਮੈਂਬਰਸ਼ਿਪ ਬਣਨੀ ਜ਼ਰੂਰੀ ਆ, ਜਿਹੜੀ ਕੱਟ ਆਫ ਡੇਟ ਲੰਘ ਗਈ ਆ। ਕੱਟ ਆਫ ਡੇਟ ਲੰਘੀ ਹੈਗੀ ਆ, ਅਸੀਂ ਬਹੁਤ ਕੋਸ਼ਿਸ਼ ਕੀਤੀ ਸੀ ਐਂਡ ਵੀ ਹੈਡ ਅ ਲੋਟ ਆਫ ਸਕਸੈਸ, ਬਟ ਜਿਹੜੇ ਹੁਣ ਸੋਚ ਰਹੇ ਹੈਗੇ ਜੀ ਮੈਂਬਰਸ਼ਿਪ ਲੈ ਕੇ ਅਸੀਂ ਵੋਟ ਕਰੀਏ, ਉਹ ਟਾਈਮ ਲੰਘ ਚੁੱਕਾ ਹੈਗਾ। ਪਰ ਜਿਹੜੀ ਸਾਡੀ ਐਗਜ਼ਿਸਟਿੰਗ ਮੈਂਬਰਸ਼ਿਪ ਹੈਗੀ ਆ ਉਹਨਾਂ ਨਾਲ ਅਸੀਂ ਮਿਲ ਰਹੇ ਹੈਗੇ ਆ, ਉਹਨਾਂ ਨੂੰ ਅਸੀਂ ਚਿੱਠੀਆਂ ਭੇਜ ਰਹੇ ਹੈਗੇ ਆ, ਕਿਉਂਕਿ ਇਟਸ ਵੈਰੀ ਇੰਪੋਰਟੈਂਟ ਕਿ ਸਾਰੇ ਆਉਣ, ਕਿਉਂਕਿ ਇਹੀ ਤਾਂ ਮੌਕਾ ਹੁੰਦਾ ਹੈ ਡੈਮੋਕ੍ਰੇਸੀ ਵਿੱਚ, ਯੂ ਗੈਟ ਦ ਰਾਈਟ ਟੂ ਵੋਟ। ਐਂਡ ਇਹ ਜਿਹੜਾ ਇਲੈਕਸ਼ਨ ਹੈਗਾ ਆ, ਦੇਖੋ ਜੇ ਗਲਤ ਬੰਦੇ ਆ ਗਏ ਅੱਗੇ ਫਿਰ ਤਾਂ ਬਹੁਤ ਹੀ ਮੁਸ਼ਕਿਲ ਹੋਣਾ ਆ for Alberta, but the right leader, and I'm the right leader, ਫਿਰ ਅਸੀਂ ਤਰੱਕੀ ਬਾਰੇ ਅਸੀਂ ਸੋਚ ਸਕਦੇ ਹਾਂ ਵੀ ਇਕਨੋਮੀ ਕਿਸ ਤਰ੍ਹਾਂ ਵਧਾਉਣੀ ਹੈਗੀ ਆ, ਬੱਚਿਆਂ ਨੂੰ ਅੱਛੇ ਪਾਸੇ ਕਿਸ ਤਰ੍ਹਾਂ ਪਾਉਣਾ, all those things. That's what we need. ਰਾਜਨ ਜੀ, ਇੱਕ ਇਹ ਦੱਸਿਓ ਜਿਹੜੀ ਐਗਜ਼ਿਸਟਿੰਗ ਮੈਂਬਰਸ਼ਿਪ ਤੁਸੀਂ ਕਿਹਾ, ਇੱਕ ਤਾਂ ਹੁਣ ਜਿਹੜੇ ਤੁਸੀਂ ਬਣਾਏ ਨੇ ਮੈਂਬਰਸ਼ਿਪ ਡਰਾਈਵ ਦੇ ਵਿੱਚ, ਤੇ ਉਦੋਂ ਪਹਿਲਾਂ ਜਿਹੜੇ UCP ਦੇ ਮੈਂਬਰ ਹੋਣਗੇ ਉਹ ਵੀ ਵੋਟਸ ਪਾਉਣਗੇ? ਬਿਲਕੁਲ ਜੀ, ਬਿਲਕੁਲ ਜੀ, ਜਿਹਨਾਂ ਦੇ ਕੋਲ ਵੈਲਿਡ ਮੈਂਬਰਸ਼ਿਪ ਹੈਗੀ ਆ ਉਹ ਸਾਰੇ ਵੋਟ ਪਾ ਸਕਦੇ ਆ। ਮੈਂਬਰਸ਼ਿਪ ਡਰਾਈਵ ਤੋਂ ਪਹਿਲਾਂ 60,000 ਵੋਟਿੰਗ ਮੈਂਬਰਸ਼ਿਪ ਸੀ, ਸੋ ਹੁਣ 123 ਲੱਖ ਤੱਕ ਪਹੁੰਚ ਚੁੱਕੀ ਹੈਗੀ ਆ। ਸੋ lots of opportunity. So 123,000 ਟੋਟਲ ਮੈਂਬਰ ਨੇ। ਸੋ ਲਾਸਟ ਜਿਹੜੀ ਲੀਡਰਸ਼ਿਪ ਬਿਡ ਹੋਈ ਸੀ ਜਦ ਜੇਸਨ ਕੈਨੀ ਹੋਣੀ ਵਿਨ ਕੀਤੇ, ਕਿੰਨੀ ਕੁ ਮੈਂਬਰਸ਼ਿਪ, ਕਿੰਨੀਆਂ ਕੁ ਵੋਟਾਂ ਜਦ ਪੈਂਦੀਆਂ ਨੇ ਜਿੱਤ ਜਾਂਦਾ ਹੈ ਕੋਈ ਲੀਡਰ, ਤੇ ਪਾਸਟ ਕੀ ਹੈ? ਲਾਸਟ ਟਾਈਮ ਤਾਂ ਘੱਟ ਹੀ ਵੋਟਾਂ ਪਈਆਂ ਸੀ, ਮੇਰੇ ਖਿਆਲ 50% ਤੋਂ ਜ਼ਿਆਦਾ, 60,000 ਤਕਰੀਬਨ ਮੈਂਬਰਸ਼ਿਪ ਬਣੀ ਸੀ ਐਂਡ 30,000 ਤੋਂ ਉੱਪਰ ਵੋਟ ਪਈ ਸੀ। ਪਰ ਜੇ ਤੁਸੀਂ ਟ੍ਰੈਡੀਸ਼ਨਲੀ ਦੇਖੋ, ਹਿਸਟੋਰਿਕਲੀ ਦੇਖੋ, ਜਨਰਲੀ 60% ਆਉਂਦੀ ਹੈਗੀ ਹੈ ਵੋਟ ਪਾਉਣ ਵਾਸਤੇ। ਸੋ ਜੇ ਅਸੀਂ 60% of 123,000 ਦੇਖੀਏ, ਮੇਬੀ 70,000-75,000 ਹੈ ਨਾ, ਐਂਡ ਇਹ ਅੱਛਾ ਆਊਟਕਮ ਹੈਗਾ ਆ। ਸੋ ਇਹ ਅਸੀਂ ਚਾਹੁੰਦੇ ਹੈਗੇ ਆ ਕਿ ਅਸੀਂ ਚਾਹੁੰਦੇ ਵੀ 100% ਵੋਟ ਆਉਣੀ ਚਾਹੀਦੀ ਆ, ਪਰ ਜਿਹੜੀ ਆਮ ਜਨਤਾ ਹੈਗੀ ਇਟਸ ਯੂਜੂਅਲੀ ਅਬਾਊਟ 60%। ਰਾਜਨ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਜਿਵੇਂ ਸ਼ੁਰੂ 'ਚ ਤੁਹਾਨੂੰ ਮਾਣ ਦਿੱਤਾ ਕਿ ਪੰਜਾਬੀ ਬਹੁਤ ਵਧੀਆ ਬੋਲਦੇ ਹੋ,
ਤੇ ਬੜਾ ਚੰਗਾ ਲੱਗਿਆ ਤੇ ਬਹੁਤ ਇੱਕ ਨਿੱਘਰ ਕਦਮ ਹੈ, ਠੋਸ ਕਦਮ ਹੈ, ਵੈਰੀ ਸੋਲਿਡ ਸਟੈਪ ਟੂਵਰਡ ਡੈਮੋਕ੍ਰੇਸੀ, ਤੇ ਜਿਹਦੇ 'ਚ ਸਾਡੀ ਵਿਨ ਹੋਵੇ। ਉਸ ਦੇਸ਼ ਦੇ ਵਿੱਚ 1897 'ਚ ਪਹਿਲਾ ਸਿੱਖ ਜਿਹੜਾ BC ਦੇ ਵਿੱਚ ਉਤਰਿਆ, ਤੇ 125 ਸਾਲਾਂ ਦੇ ਵਿੱਚ ਸਾਡੇ MP, ਸਾਡੇ MLAs ਤੇ ਸਾਡੇ ਪਾਰਟੀ ਲੀਡਰਸ਼ਿਪ ਦੇ ਲਈ ਨੈਕਸਟ ਜਿਹੜੀ ਰੋਡ ਪੇਵ ਹੋ ਰਹੀ ਹੈ ਟੂ ਬਿਕਮ ਪ੍ਰੀਮੀਅਰ ਆਫ ਅਲਬਰਟਾ, ਉਹਦੇ 'ਚ ਰਾਜਨ ਸਾਹਨੀ ਹੋਣੀ ਮੇਰੇ ਨਾਲ ਗੱਲਬਾਤ ਕਰ ਰਹੇ ਸੀ। ਅਖੀਰ 'ਚ ਕੋਈ ਗੱਲਬਾਤ ਜਿਹੜੀ ਮੈਂ ਨਾ ਪੁੱਛ ਸਕਿਆ, ਤੁਸੀਂ ਐਡ ਕਰਨੀ ਚਾਹੋ ਰਾਜਨ? ਥੈਂਕ ਯੂ ਜੀ। ਹੁਣ ਇਹੀ ਸਾਡੀ ਅਰਦਾਸ ਹੈਗੀ ਆ ਕਿ ਇਹ ਰਸਤੇ ਖੁੱਲ ਜਾਣ ਟੂ encourage other people to run for politics too. ਬਸ ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹ ਰਹੀ ਹੈਗੀ ਹਾਂ ਕਿ ਸਾਡੇ ਸੂਬੇ ਵਿੱਚ ਬਹੁਤ ਜ਼ਿਆਦਾ ਓਪਰਚੁਨਿਟੀ ਹੈਗੀ, ਅਸੀਂ ਕਾਫੀ ਤਰੱਕੀ ਕਰ ਸਕਦੇ ਹਾਂ, ਕਾਫੀ ਅਸੀਂ ਅੱਗੇ ਜਾ ਸਕਦੇ ਹਾਂ। ਐਂਡ ਮੈਂ ਬਸ ਇਹੀ ਕਹਿਣਾ ਚਾਹ ਰਹੀ ਹਾਂ ਕਿ ਜਿਹੜੇ ਸੁਣ ਰਹੇ ਹੈਗੇ ਆ, ਜਿਹੜੇ ਤੁਹਾਡੇ ਰਿਸ਼ਤੇਦਾਰ ਹੈਗੇ ਆ, ਤੁਹਾਡੇ ਫਰੈਂਡਸ ਜਿਹੜੇ ਅਲਬਰਟਾ ਵਿੱਚ ਰਹਿੰਦੇ, ਤੁਸੀਂ ਜ਼ਰੂਰ ਉਹਨਾਂ ਨਾਲ ਗੱਲ ਕਰਨਾ। ਐਂਡ ਮੈਨੂੰ ਉਮੀਦ ਹੈ ਕਿ ਕਾਫੀ ਸਾਰੇ ਸਾਡੇ ਮੈਂਬਰਸ ਵੀ ਬਣ ਚੁੱਕੇ ਹੈਗੇ ਆ। there's lots who have friends and relatives in BC who are members, ਵੀ ਉਹਨਾਂ ਨੂੰ ਵੀ ਇੱਕ ਵਾਰੀ ਕਹਿਣਾ ਕਿ ਰਾਜਨ ਸਾਨੀ ਖੜੀ ਆ ਮੁੱਖ ਮੰਤਰੀ ਦੀ ਪੋਜੀਸ਼ਨ ਵਾਸਤੇ। I'm a deserving candidate, ਤਾਂ ਜ਼ਰੂਰ ਮੈਨੂੰ ਵੋਟ ਪਾਉਣਾ। ਐਂਡ ਜੇ ਉਹ ਮੇਰੇ ਨਾਲ ਗੱਲ ਵੀ ਕਰਨਾ ਚਾਹ ਰਹੇ, ਮੈਨੂੰ ਡਾਇਰੈਕਟਲੀ ਕੰਟੈਕਟ ਵੀ ਕਰ ਸਕਦੇ ਆ। ਸੋ ਥੈਂਕ ਯੂ ਸੋ ਮਚ ਜੀ ਫॉर ਦਿਸ ਓਪਰਚੁਨਿਟੀ। ਜੀ ਧੰਨਵਾਦ, ਬਹੁਤ ਬਹੁਤ ਬੈਸਟ ਵਿਸ਼ੇਸ। ਤੇ ਲੀਡਰਸ਼ਿਪ ਜਦ ਮੇਲ ਇਨ ਬੈਲਟ ਸ਼ੁਰੂ ਹੋਣਗੇ, ਇੱਕ ਵਾਰ ਫਿਰ ਉਸ ਸਮੇਂ ਜਦ ਤੁਸੀਂ ਮੁਨਾਸਬ ਸਮਝਿਓ ਤਾਂ ਆਪਾਂ ਗੱਲਬਾਤ ਕਰਾਂਗੇ ਤੇ ਸੁਨੇਹਾ ਜ਼ਰੂਰ ਦੇਵਾਂਗੇ। ਧੰਨਵਾਦ ਤੇ ਸ਼ੁਭ ਸ਼ਾਮਾਂ। ਥੈਂਕ ਯੂ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਾਜਨ ਸਾਨੀ ਗੱਲਬਾਤ ਕਰ ਰਹੇ ਸੀ। ਸਰ ਜਤਿੰਦਰ ਸਿੰਘ ਤਾਤਲਾ ਜਿਹੜੇ ਸਪੈਸ਼ਲ ਐਡਵਾਈਜ਼ਰ ਸਨ ਜਦ ਮਿਨਿਸਟਰ ਆਫ ਟਰਾਂਸਪੋਰਟੇਸ਼ਨ ਅਲਬਰਟਾ ਦੇ, ਰਾਜਨ ਸਾਨੀ ਸਨ। ਜਤਿੰਦਰ ਤਾਤਲਾ ਲੰਮੇ ਪਿੰਡ ਹੈ, ਬਿਲਕੁਲ ਰਾਏਕੋਟ ਦੇ ਨਾਲ, ਬਹੁਤ ਮਿਹਨਤ ਕਰਦਾ ਮੁੰਡਾ। ਤੇ ਹੁਣੇ ਹੀ ਤੇ ਸ਼ੁਭ ਸ਼ਾਮਾ ਰਾਜਨ ਸਾਨੀ ਉਹਨਾਂ ਨਾਲ ਗੱਲਬਾਤ ਬਹੁਤ ਵਧੀਆ ਕੀਤੀ। ਬੰਦੇ ਦੇ ਔਰੇ ਦੇ, ਬੰਦੇ ਦੇ ਪ੍ਰਭਾਵ ਤੋਂ ਪਤਾ ਲੱਗਦਾ ਇਨਸਾਨ ਕਿਹੋ ਜਿਹਾ। ਰਾਜਨ ਸਾਨੀ ਉਹਨਾਂ ਨੂੰ ਜਿੰਨੇ ਵੀ ਅਲਬਰਟਾ ਤੁਸੀਂ ਬੈਠੇ ਹੋ, ਚਾਂਸ ਜਦ ਕਮਿਊਨਿਟੀ ਨੂੰ ਮਿਲਦਾ ਇੱਕ ਵਾਰ ਜ਼ੋਰ ਲਾ ਦੇਣਾ ਚਾਹੀਦਾ, ਆਪਣੇ ਵੱਲੋਂ ਬੈਸਟ ਆਫ ਬੈਸਟ ਕਰਦੇ ਹੋ। ਬਾਕੀ ਜਿਹੜੀਆਂ ਪਾਤਸ਼ਾਹੀਆਂ ਮਿਲਣੀਆਂ ਨੇ, ਜਿਹੜੀਆਂ ਸਿੱਖਾਂ ਨੂੰ ਮਾਣ ਮਿਲਣਾ ਹੈ, ਗਰੀਬ ਸਿੱਖਾਂ ਨੂੰ ਪਾਤਸ਼ਾਹੀਆਂ ਮਿਲਦੀਆਂ, ਧੁਰ ਦਰਗਾਹੋਂ ਮਿਲਦੀਆਂ, ਉਹਨੂੰ ਕੋਈ ਰੋਕ ਨਹੀਂ ਸਕਦਾ। ਬਸ ਮਨ ਦੇ ਵਿੱਚ ਮਲਾਲ ਚਾਹੀਦਾ, ਮਨ 'ਚ ਸਤਿਕਾਰ ਚਾਹੀਦਾ। ਵਪਾਰਕ ਸੰਦੇਸ਼ਾਂ ਤੋਂ ਬਾਅਦ ਜਿੰਨੀ ਸਿਮਜ਼ ਉਹਨਾਂ ਨਾਲ ਗੱਲ ਕਰਦੇ ਹਾਂ, ਸਰੀ ਕੀ ਕਰ ਰਹੀ ਹੈ ਅੱਜ ਕੱਲ੍ਹ, ਸਰੀ 'ਚ ਵੱਡੇ ਵੱਡੇ ਜਿਹੜੇ ਨੇ ਉਹ ਗੱਲਾਂ ਬਾਤਾਂ ਹੋ ਰਹੀਆਂ ਨੇ। ਗੱਲ ਪੈਸਾ ਧੇਲਾ ਕਿੰਨਾ ਕੁ ਹੈ, ਬੜੀ ਇੱਕ ਦੂਜੀ ਵੀ ਕਿ ਰਿਚ ਕੋਲਮੈਨ ਉਹਨਾਂ ਨੇ ਐਲੀਵੇਟਸ ਲੈਂਗਲੀ ਦੇ ਨਾਂ ਦੇ ਸਲੇਟ ਦੇ ਥੱਲੇ ਆਪਣੀ ਸ਼ੁਰੂਆਤ ਕਰ ਦਿੱਤੀ ਹੈ। ਅਤੇ ਇਸ ਵੀਕਐਂਡ 'ਤੇ ਭਾਈਚਾਰੇ ਦੇ ਵਿੱਚੋਂ ਕੌਂਸਲਰ ਦੇ ਲਈ ਵੱਡੇ ਨਾਂ ਜਿਹੜੇ ਆ ਰਹੇ ਨੇ। ਸੈਟਰਡੇ ਨੂੰ ਸਮਾਗਮ ਹੈ। ਬਹੁਤ ਖੁਸ਼ੀ ਦੀ ਗੱਲ ਹੈ ਕਿ ਅਵਤਾਰ ਸਿੰਘ ਗਿੱਲ ਸਾਡਾ ਰਾਜਾ ਬੁੱਕਣ ਵਾਲੀ ਹੈ, ਅਤੇ ਉਹਨਾਂ ਦੇ ਸਪੁੱਤਰ ਹਰਮਨ ਗਿੱਲ ਵੀ ਇਸ ਸਲੇਟ ਦੇ ਵਿੱਚ ਰਿਚ ਕੋਲਮੈਨ ਦੀ ਵਿੱਚ ਕੌਂਸਲਰ ਵੱਲੋਂ ਸਾਡਾ ਪੁੱਤਰ 24 ਵਰ੍ਹਿਆਂ ਦਾ ਸ਼ੁਰੂਆਤ ਕਰ ਰਿਹਾ ਆਪਣੀ ਪਾਰੀ। ਅਤੇ ਇਸ ਤਰ੍ਹਾਂ ਹੀ ਹੈ, ਇਹ ਛਾਲਾਂ ਵੱਡੀਆਂ ਮਾਰ ਕੇ ਤੁਰਨਾ ਪੈਂਦਾ। ਸੋ ਸੋਮਵਾਰ ਨੂੰ ਉਹਦੇ ਬਾਰੇ ਹੋਰ ਜਾਣਕਾਰੀ ਦੇਵਾਂਗੇ। ਅਤੇ ਵਪਾਰਕ ਸੰਦੇਸ਼ਾਂ ਤੋਂ ਬਾਅਦ ਜਿੰਨੀ ਉਹਨਾਂ ਨਾਲ ਗੱਲ ਕਰਦੇ ਹਾਂ। ਰਾਜਨ ਸਾਨੀ ਹੋਰਾਂ ਨਾਲ ਤੁਸੀਂ ਗੱਲਬਾਤ ਸੁਣ ਰਹੇ ਸੀ ਜਦ ਸਾਡੇ ਹੜ੍ਹ ਆਏ ਐਬਸਫੋਰਡ ਦੇ ਵਿੱਚ, ਜਦ ਵੀ ਰਾਜਨ ਸਾਨੀ BC ਦਾ ਦੌਰਾ ਕਰਕੇ ਗਏ ਨੇ। ਫੰਡ ਰੇਜ਼ਿੰਗ ਜਿਹੜੇ ਲੋਕਲ ਗੁਰਦੁਆਰਿਆਂ ਦੇ ਵਿੱਚ ਅਤੇ ਹੋਰ ਔਰਗੇਨਾਈਜੇਸ਼ਨ ਦੇ ਨਾਲ, ਟਰੱਕਰ ਦੇ ਲਈ ਰੈਸਟ ਏਰੀਏ 18 ਦੇ ਕਰੀਬ ਉਹਨਾਂ ਨੇ ਏਰੀਏ ਦੇ ਵਿੱਚ ਜਿਹੜੇ ਨੇ ਅਨਾਊਂਸ ਕੀਤੇ ਬਣ ਰਹੇ ਨੇ। ਦਸ਼ਮੇਸ਼ ਕਲਚਰ ਸੈਂਟਰ ਗੁਰਦੁਆਰਾ ਸਾਹਿਬ ਲਈ $2 ਮਿਲੀਅਨ ਦੇ ਕਰੀਬ ਅਲਬਰਟਾ ਦੀ ਸਰਕਾਰ ਤੋਂ ਉਹ ਲੈ ਕੇ ਆਏ। ਸੋ ਇਹ ਚੀਜ਼ਾਂ ਨੇ, ਇੱਕ ਵਾਰ ਜਦ ਤੁਸੀਂ ਹੋਰ ਤਾਕਤ ਦੇ ਦਿਓਗੇ ਫਿਰ ਬਹੁਤ ਵੱਡੀ ਗੱਲ ਆ। ਹੁਣ ਜਿੰਨੀ ਸਿਮਜ਼ ਮੇਰੇ ਨਾਲ ਨੇ, ਜਿੰਨੀ ਸਿਮਜ਼ ਹੋਣੀ ਭਾਈਚਾਰੇ ਦੇ ਵਿੱਚ ਪਿਛਲੇ 15+ ਈਅਰ ਤੋਂ, ਰਾਦਰ 20 ਸਾਲ ਇਹ ਹੋ ਗਏ ਜਦ ਦੇ ਉਹ ਰਾਜਨੀਤੀ ਵਾਲੇ ਪਾਸੇ ਆਏ। ਪਹਿਲਾਂ ਬੋਲਦੇ ਉਹਨਾਂ ਨੂੰ ਆਪਾਂ ਸੁਣਦੇ ਸੀ ਜਾਂ ਟੀਚਰ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਸਨ। ਉਸ ਤੋਂ ਬਾਅਦ ਫਿਰ MP ਬਣ ਗਏ, MP ਬਣਨ ਤੋਂ ਬਾਅਦ ਫਿਰ MLA ਬਣ ਗਏ, ਮਿਨਿਸਟਰ ਆਫ ਸੀਨੀਅਰ ਸਿਟੀਜ਼ਨਸ਼ਿਪ, ਅਤੇ ਹੁਣ ਉਹ ਮੇਅਰ ਦੀ ਚੋਣ ਲੜ ਰਹੇ ਨੇ ਸਿਟੀ ਆਫ ਸਰੀ ਲਈ। ਇਸ ਸਮੇਂ ਉਹਨਾਂ ਨੇ ਆਪਣੀ MLA-ਸ਼ਿਪ ਤੋਂ ਜਿਹੜਾ ਲੀਵ ਆਫ ਐਬਸੈਂਸ ਲਈ ਆ, ਬਿਨਾਂ
ਬਿਨਾਂ ਤਨਖਾਹ ਲਏ ਜਿੰਨਾ ਚਿਰ ਉਹਨਾਂ ਦੀ ਕੈਂਪੇਨ ਸ਼ੁਰੂ ਹੋਈ, ਬਹੁਤ ਵੱਡੀ ਉਹਨਾਂ ਨੇ ਗੱਲ ਕੀਤੀ ਕਿ ਮੈਂ ਹੁਣ ਬਿਨਾਂ ਤਨਖਾਹ ਤੋਂ ਆਪਣੀ ਛੁੱਟੀ ਲੈ ਰਹੀ ਹਾਂ MLA-ਸ਼ਿਪ ਤੋਂ, ਅਤੇ ਮੈਂ ਹੁਣ ਮੇਅਰ ਲਈ ਚੋਣ ਲੜ ਰਹੀ ਹਾਂ, ਜਿਹੜਾ ਵੱਡਾ ਇੱਕ ਕਦਮ ਹੈ। ਸੋ ਜਿਨੀ ਸਿੰਘ ਮੇਰੇ ਨਾਲ ਗੱਲਬਾਤ ਕਰਨਗੇ। ਪਿਛਲੇ ਦਿਨਾਂ ਦੇ ਵਿੱਚ ਕੁਛ ਉਹਨਾਂ ਨੇ ਅਨਾਊਂਸਮੈਂਟਸ ਕੀਤੀਆਂ ਨੇ ਬੇਸਮੈਂਟਸ ਦੇ ਬਾਰੇ, ਅਤੇ ਇੱਕ ਕੱਲ੍ਹ ਮੇਅਰ ਮਕੱਲਮ ਨੇ ਪਰਸੋਂ ਰਾਦਰ 60,000 ਸੀਟਾਂ ਵਾਲਾ ਇੱਕ ਸਟੇਡੀਅਮ ਬਣਾਉਣ ਦੀ ਗੱਲ ਕੀਤੀ। ਸ਼ਹਿਰ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ, ਪ੍ਰਾਇਓਰਟੀ ਕੀ ਹੈ, ਸ਼ਹਿਰ ਦੇ ਵਿੱਚ ਪੈਸਾ ਧੇਲਾ ਕਿੰਨਾ ਪਿਆ, ਇਸ ਦੇ ਬਾਰੇ ਜਿਹੜੀਆਂ ਸਾਰੀਆਂ ਗੱਲਾਂ ਨਾਲ ਨਾਲ ਹੋਣੀਆਂ ਚਾਹੀਦੀਆਂ ਨੇ, ਅਤੇ ਸਾਨੂੰ ਪ੍ਰਾਇਓਰਟੀ ਕਿਹੜੀਆਂ ਚੀਜ਼ਾਂ ਦੀ ਜਿਹੜੀ ਇਮੀਡੀਏਟ ਜ਼ਰੂਰਤ ਹੈ, ਇਸ ਦੀ ਵੀ ਗੱਲ ਨਾਲ ਨਾਲ ਹੋਣੀ ਚਾਹੀਦੀ ਹੈ। ਅਨਾਊਂਸਮੈਂਟ ਸਾਰੇ ਪੋਲੀਟੀਕਲ ਜਿੰਨੀ ਵੀ ਇਹ ਸਲੇਟਸ ਨੇ ਉਹਨਾਂ ਨੇ ਕਰਨੀਆਂ ਨੇ, ਪਰ ਕੀ ਉਹ ਬਾਈਬਲ ਹੈ, ਫੀਜ਼ੇਬਲ ਹੈ, ਇਹਦੇ 'ਤੇ ਵੀ ਸਾਨੂੰ ਕ੍ਰਾਸ ਐਗਜ਼ਾਮੀਨੇਸ਼ਨ ਕਰਨੀ ਚਾਹੀਦੀ ਹੈ। ਜਿੰਨੀ ਜੀ ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅੱਛਾ, ਪਹਿਲੀ ਅਨਾਊਂਸਮੈਂਟਸ ਤੁਹਾਡੀ ਕੈਂਪੇਨ ਟ੍ਰੇਲ ਤੋਂ ਮੇਰਾ ਖਿਆਲ ਬੇਸਮੈਂਟਸ ਦੇ ਬਾਰੇ ਸੀ, ਉਹਦੇ ਬਾਰੇ ਪਹਿਲਾਂ ਤਾਂ ਦੱਸੋ ਜੀ, ਕੀ ਹੈ ਉਹ? ਆਪਾਂ ਨੂੰ ਪਤਾ ਇਸ ਵਕਤ ਸ਼ਹਿਰ ਦੇ ਵਿੱਚ ਬਹੁਤ ਕਮੀ ਹੈਗੀ ਆ ਕਿਰਾਏ ਦੀ ਜਗ੍ਹਾ ਲੈਣ ਲਈ ਤੇ ਨਾਲੇ ਜਾਂ ਘਰ ਖਰੀਦਣ ਲਈ, ਤੇ ਮਹਿੰਗਾਈ ਵੀ ਬਹੁਤ ਹੋ ਗਈ ਆ। ਇਸ ਹਾਊਸਿੰਗ ਕ੍ਰਾਈਸਿਸ ਵਿੱਚ ਆਪਾਂ ਨੂੰ ਪਤਾ ਆ ਬਹੁਤ ਸਾਰੇ ਘਰ ਹੈਗੇ ਆ ਜਿਨ੍ਹਾਂ ਦੇ ਕੋਲ ਅਨਰਜਿਸਟਰਡ ਸਵੀਟਸ ਹੈਗੀਆਂ ਜੀ। ਸੋ ਅਸੀਂ 1 ਸਾਲ ਦੀ ਐਮਨੈਸਟੀ ਅਨਾਊਂਸ ਕੀਤੀ ਆ ਵੀ ਲੋਕਾਂ ਕੋਲ 1 ਸਾਲ ਹੋਊਗਾ ਆਪਣੀ ਸਵੀਟ ਨੂੰ ਰਜਿਸਟਰ ਕਰਨਾ, ਤੇ ਫਿਰ 3 ਸਾਲ ਹੋਣਗੇ ਜਿਹੜਾ ਹੋਮ ਓਨਰ ਆ ਉਹਨੂੰ ਉਸ ਸਵੀਟ ਨੂੰ ਕੰਪਲਾਇੰਸ ਵਿੱਚ ਲੈ ਕੇ ਆਉਣਾ। ਅੱਛਾ ਜੀ। ਇਹਦੇ ਨਾਲ ਫਾਇਦਾ ਹੋਊਗਾ ਜਿਹੜੇ ਆਪਣੇ ਟੈਨੈਂਟ ਆ, ਵੀ ਉਹਨਾਂ ਨੂੰ ਡਰ 'ਚ ਨਾ ਰਹਿਣਾ ਪਊਗਾ ਵੀ ਮੇਰੀ ਡੋਰ ਤੇ ਨੌਕ ਆਊਗਾ ਤਾਂ ਮੈਨੂੰ ਬੇਘਰ ਹੋਣਾ ਪੈਣਾ, ਤੇ ਨਾਲੇ ਜਿਹੜਾ ਹੋਮ ਓਨਰ ਆ ਉਹਨੂੰ ਵੀ ਮਨ ਦੀ ਵੀ ਸ਼ਾਂਤੀ ਮਿਲੂਗੀ, ਉਹਨੂੰ ਵੀ ਪਤਾ ਆ ਵੀ 3 ਸਾਲ ਲਈ ਮੇਰੇ ਕੋਈ ਫਾਈਨ ਨਹੀਂ ਲੱਗਣਾ, ਪਰ ਮੇਰੇ ਕੋਲ 3 ਸਾਲ ਹੈਗੇ ਆ ਵੀ ਮੈਂ ਆਪਣੀ ਸਵੀਟ ਨੂੰ ਕੰਪਲਾਇੰਸ ਵਿੱਚ ਲੈ ਆਵਾਂ। ਇਹ ਹਾਊਸਿੰਗ ਕ੍ਰਾਈਸਿਸ ਵਿੱਚ ਇਹ ਕਰਨਾ ਬਹੁਤ ਹੀ ਜ਼ਰੂਰੀ ਆ। ਸੋ ਹੋਰ ਇਸ ਨੂੰ ਮੈਂ ਐਲੈਬੋਰੇਟ ਕਰਦੇ ਹਾਂ, ਕਿਸੇ ਘਰ ਦੇ ਵਿੱਚ 2 ਜਾਂ 3 ਸਵੀਟਸ ਨੇ, ਇੱਕ ਲੀਗਲ ਹੈ, 2 ਇਲੀਗਲ ਨੇ, ਉਹਨੂੰ ਪਹਿਲਾਂ ਤਾਂ 1 ਸਾਲ ਦਾ ਸਮਾਂ ਮਿਲੇਗਾ, ਉਹ ਸਿਟੀ ਨਾਲ ਰਜਿਸਟਰਡ ਕਰੇਗਾ, ਉਸ ਤੋਂ ਬਾਅਦ 3 ਸਾਲ ਦਾ ਸਮਾਂ ਤੁਸੀਂ ਉਹਨੂੰ ਦੇ ਰਹੇ ਹੋ ਕੰਪਲਾਇੰਸ, ਮਤਲਬ ਬਾਈ ਲਾ ਦੇ ਹਿਸਾਬ ਨਾਲ ਉਹ ਆਪਣੀ ਬੇਸਮੈਂਟ ਨੂੰ ਜਿਹੜਾ ਸਿਟੀ ਦੇ ਸਟੈਂਡਰਡ ਦਾ ਉਹ ਬਣਾਵੇ। ਤੇ ਨਾਲੇ ਦੇਖੋ ਸਾਡੇ ਸਿਟੀ ਦੇ ਵਿੱਚ ਲੀਗਲ ਸਵੀਟਸ ਆਰ ਅਲਾਉਡ, ਉਹਨਾਂ ਦੀ ਇਜਾਜ਼ਤ ਹੈਗੀ ਆ, ਪਰ ਤੁਹਾਨੂੰ ਰਜਿਸਟਰ ਕਰਨੀਆਂ ਪੈਂਦੀਆਂ ਆ ਤੇ ਤੁਹਾਨੂੰ ਰਿਕੁਆਇਰਮੈਂਟਸ ਮੀਟ ਕਰਨੀ ਪੈਂਦੀ ਆ। ਜਦੋਂ ਘਰਾਂ ਦੀ ਇੰਨੀ ਕਮੀ ਹੈਗੀ ਆ, ਇਹ ਲੋਕਾਂ ਆਪਾਂ ਨੂੰ ਬੇਘਰ ਨਹੀਂ ਕਰ ਸਕਦੇ, ਪਰ 3 ਸਾਲਾਂ ਤੋਂ ਬਾਅਦ ਜੇ ਕੰਪਲਾਇੰਸ ਵਿੱਚ ਨਾ ਹੋਣ then the bylaws will work। ਇੱਕ ਹੋਰ ਮੈਂ ਆਪਣੇ ਵੱਲੋਂ ਇਹ 'ਚ ਐਡ ਕਰਨਾ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ 'ਤੇ ਵਿਚਾਰ ਕਰਿਓ, ਆਪਣੀ ਕੈਂਪੇਨ ਨਾਲ ਗੱਲ ਕਰਿਓ। ਟੈਨੈਂਟਸ ਅਤੇ ਲੈਂਡਲੋਰਡ ਦੇ ਜਿਹੜੇ ਝਗੜੇ ਨੇ, ਓਬਵੀਅਸਲੀ ਉਹ 'ਚ ਮਲਟੀਪਲ ਅਥਾਰਟੀਜ਼ ਕੰਮ ਕਰਦੀਆਂ ਨੇ, ਟੈਨੈਂਸੀ ਵੀ ਨਾਲ ਆ, ਬਾਈ ਲਾਅ ਵਾਲੇ ਸਾਡੇ ਸਿਟੀ ਦੇ ਜਾਂਦੇ ਨੇ, ਪੁਲਿਸ ਵੀ ਆਉਂਦੀ ਹੈ। ਉਹ ਝਗੜੇ ਨੇ, ਉਹ ਝਗੜੇ ਕਾਹਦੇ ਨੇ? ਕਦੇ ਪਾਰਕਿੰਗ ਦੇ, ਕਦੇ ਖੜਕੇ ਦੇ, ਕਦੇ ਕੁਛ ਅਜਿਹਾ ਵੀ ਕੀਤਾ ਜਾਵੇ ਜਦ ਇਹ ਸਾਰੀਆਂ ਬੇਸਮੈਂਟਸ ਜਿਹੜੀਆਂ ਰਜਿਸਟਰਡ ਹੋਣ, ਹੋਰ ਬੇਸਮੈਂਟਾਂ ਬਣਨ, ਅਤੇ ਲੋਕਾਂ ਦਾ ਜਿਹੜਾ ਰੈਂਟ ਵੀ ਸਸਤਾ ਹੋਵੇ ਉਸ ਸਮੇਂ ਦੇ ਹਿਸਾਬ ਨਾਲ। ਪਰ ਬਾਈ ਲਾਅ ਦੇ ਕੋਲ ਕੁਝ ਜਾਂ ਬਾਈ ਲਾਅ ਅਫੀਸਰ ਕੁਝ ਅਸਾਈਨ ਕੀਤੇ ਜਾਣ ਜਿਹੜੇ ਸਪੈਸੀਫਿਕਲੀ ਇਸ ਮੁਸ਼ਕਲ ਨੂੰ ਇੱਕ ਬੈਟਰ ਗਰਾਊਂਡ 'ਤੇ ਜਾ ਕੇ ਦੋਨਾਂ ਦੀ ਸੁਲ੍ਹਾ ਕਰਾਉਣ ਦੀ ਗੱਲ, ਕਿਉਂਕਿ ਇੱਕ ਅਥਾਰਟੀ ਦੇ ਤੌਰ 'ਤੇ ਉਹ ਜਾ ਕੇ, ਸੋ ਇਹ ਮੁਸ਼ਕਲ ਦੇ ਵਿੱਚੋਂ ਆਪਾਂ ਬਾਹਰ ਰਹੀਏ, ਇਹਦੇ 'ਤੇ ਵੀ ਵਿਚਾਰ ਕਰਿਓ। ਬਿਲਕੁਲ। ਅੱਛਾ ਜੀ, ਦੂਸਰੀ ਗੱਲ, ਹੁਣ ਜਦ ਤੁਸੀਂ ਸ਼ਹਿਰ ਰਨ ਕਰਨਾ ਹੈ, ਤੁਸੀਂ ਜੇ ਚੋਣ ਜਿੱਤਦੇ ਹੋ, ਮੇਅਰ ਬਣਦੇ ਹੋ, ਸ਼ਹਿਰ ਦੀ ਜਿਹੜੀ ਫਿਸਕਲ ਸਿਚੁਏਸ਼ਨ ਹੈ, ਉਹਦਾ ਪੈਸਾ ਧੇਲਾ ਹੈ, ਉਹਦੇ ਬਾਰੇ ਤੁਹਾਡੇ ਕੋਲ ਕਿੰਨੀ ਕੁ ਜਾਣਕਾਰੀ ਹੈ? ਸ਼ਹਿਰ ਫਾਈਨੈਂਸ਼ੀਅਲੀ ਕਿੱਥੇ ਕੁ ਖੜਾ ਹੁਣ? ਦੇਖੋ, ਫਾਈਨੈਂਸ਼ੀਅਲ ਟ੍ਰਾਂਸਪੈਰੈਂਸੀ ਚਾਹੀਦੀ ਆ, ਜਿਹੜੀ ਇਸ ਕਾਉਂਸਲ ਨੇ, ਇਸ ਮੇਅਰ ਨੇ ਵਾਲੀ ਦਿੱਤੀ ਨਹੀਂ ਗੀ ਹੈਗੀ, ਪਰ ਉਸ ਹਿਸਾਬ ਦੇ ਨਾਲ ਆਪਾਂ ਨੂੰ ਪਤਾ ਆ ਵੀ ਬਹੁਤ ਸਾਰਾ ਪੈਸਾ ਖਰਚ ਹੋ ਰਿਹਾ ਆ, ਜਿਹੜਾ ਪੁਲਿਸਿੰਗ ਟ੍ਰਾਂਜਿਸ਼ਨ ਤੇ ਲੱਗਾ ਆ, ਤੇ ਜਿਹਦੀ ਅੱਜ ਤੱਕ ਆਪਣੇ ਕੋਲ ਹਿਸਾਬ ਕਿਤਾਬ ਹੈ ਨਹੀਂ। ਪਰ ਮੈਂ ਇਹ ਜ਼ਰੂਰ ਕਹੂੰਗੀ,
ਸਿਟੀ ਨੂੰ ਇਨਫਰਾਸਟ੍ਰਕਚਰ ਦੀ ਲੋੜ ਆ। ਇਨਫਰਾਸਟ੍ਰਕਚਰ ਜਦੋਂ ਆਪਾਂ ਬਣਾਈਦਾ ਆ, ਬੇਸ਼ੱਕ ਦੀ ਪਾਰਕ ਹੋਣ, ਬੇਸ਼ੱਕ ਦੀ ਰੈਕਰੀਏਸ਼ਨ ਸੈਂਟਰਸ ਹੋਣ, ਸਾਡੇ ਸੀਨੀਅਰ ਸੈਂਟਰਸ ਹੋਣ, ਸਾਡੀਆਂ ਸੜਕਾਂ ਨੂੰ ਸਵਾਰਿਆ ਜਾਈਏ, ਉਹ ਲੋਕਾਂ ਦੀ ਸਹੂਲਤਾਂ ਲਈ ਹੁੰਦਾ ਆ। ਉਹਨਾਂ ਦੀ ਕਮੀ ਰਹਿ ਗਈ ਆ ਪਿਛਲੇ 4 ਸਾਲਾਂ ਦੇ ਵਿੱਚ, ਕਿਉਂਕਿ ਮੇਅਰ ਤੇ ਕਾਉਂਸਲ ਇੱਕੋ ਹੀ ਲੜਾਈ ਲੜਦੇ ਰਹੇ ਆ ਯੂਨੀਫਾਰਮ ਦੀ, ਵੀ ਪੁਲਿਸ ਯੂਨੀਫਾਰਮ ਦੀ। ਇਹਦੇ ਕਰਕੇ ਬਹੁਤ ਸਾਰੇ ਕੰਮ ਸੀਗੇ ਸਰੀ ਦੇ ਵਿੱਚ ਜਿਹੜੇ ਨਹੀਂ ਕਰ ਹੋਏ, ਹੁਣ ਇਲੈਕਸ਼ਨ ਦੇ ਲਾਗੇ ਆ ਕੇ ਉਹ ਅਨਾਉਂਸਮੈਂਟ ਹੋ ਰਹੇ ਆ। ਅੱਛਾ ਜੀ, ਇੱਕ ਵੱਡੀ ਅਨਾਉਂਸਮੈਂਟ ਜਿਹੜੀ ਕੀਤੀ ਹੈ 60,000 ਸੀਟਾਂ ਵਾਲੇ ਇੱਕ ਸਟੇਡੀਅਮ ਦੀ, ਉਸ ਨੂੰ ਤੁਸੀਂ ਆਪਣੇ ਤੌਰ ਤੇ ਕਿਵੇਂ ਸੋਚਦੇ ਹੋ? ਇੱਕ ਵਾਰੀ ਫੇਰ ਮੇਅਰ ਨੇ ਸਾਡੀ ਸਿਟੀ ਨੂੰ ਹੀ ਇੱਕ ਜੋਕ ਜਿਹੀ ਬਣਾ ਦਿੱਤੀ ਆ। ਦੇਖੋ 60,000 ਦਾ ਸਟੇਡੀਅਮ ਕਹਿ ਕੇ ਵਿਦਆਊਟ ਅ ਬਿਜ਼ਨਸ ਪਲਾਨ, ਵਿਦਆਊਟ ਅ ਸਟੱਡੀ, ਫੇਰ ਕਹਿੰਦਾ ਉੱਥੇ ਪਾਰਕਿੰਗ ਨਹੀਂ ਹੋਣੀ, ਸਾਰੇ ਸਕਾਈ ਟ੍ਰੇਨ ਚ ਚੜ੍ਹ ਕੇ ਜਾਣਗੇ ਜਾਂ ਰੈਪਿਡ ਟ੍ਰਾਂਜ਼ਿਟ ਸਿਸਟਮ। ਮੈਂ ਸੋਚਦੀ ਹਾਂ ਜੇ ਤੁਸੀਂ ਨਿਊਟਨ ਚ ਰਹਿੰਦੇ ਆ ਤੁਹਾਨੂੰ ਕਿੰਨਾ ਚਿਰ ਲੱਗੂਗਾ? ਜੇ ਨਿਊਟਨ ਚ ਰਹਿੰਦੇ ਆ ਤੁਸੀਂ ਕਾਰ ਲੈ ਕੇ ਸਕਾਈ ਟ੍ਰੇਨ ਕੋਲ ਜਾਓਗੇ, ਫੇਰ ਹੀ ਚੜ੍ਹਨਗੇ, ਉੱਥੇ ਵੀ ਹੈ ਨਹੀਂ ਗੀ। ਜਿਹੜੇ ਬਾਹਰਲੇ ਸ਼ਹਿਰਾਂ ਦੇ ਆ, ਆਬਟਸਫੋਰਡ ਵਾਲੇ ਆ, ਉਹ ਕਿੱਦਾਂ ਆਉਣਗੇ ਸਕਾਈ ਟ੍ਰੇਨ ਫੜ ਕੇ? ਸੋ ਇਸ ਕਰਕੇ ਉਸਨੇ ਜਿਸ ਤਰੀਕੇ ਦੇ ਨਾਲ ਕੀਤਾ ਇੱਕ ਮਖੌਲ ਬਣ ਗਿਆ। ਇੱਕ ਆਪਾਂ ਨੂੰ ਇਹ ਵੀ ਸੋਚਣਾ ਪੈਣਾ ਆ 60,000 BC ਪਲੇਸ ਕਹਿੰਦਾ ਆ, ਉਹਨਾਂ ਦੀ 20,000 ਮਸੀ ਹੁੰਦੀ ਆ, ਲੋਕ ਆਉਂਦੇ ਆ, ਉਹਨਾਂ ਦੀ ਕਪੈਸਿਟੀ ਹੈਗੀ ਆ 54,000। ਉਹ ਕਹਿੰਦੇ 20-21,000 ਆਉਂਦਾ ਆ, ਤੇ ਬਹੁਤ ਵਾਰੀ ਉਹਨਾਂ ਨੂੰ they run in a deficit, ਤੇ ਉਹਨਾਂ ਕੋਲ 2 ਵੱਡੀਆਂ ਟੀਮਾਂ ਵੀ ਹੈਗੀਆਂ ਆ, ਤੇ ਨਾ ਹੀ ਸਾਡੇ ਕੋਲ ਕੋਈ ਟੀਮਾਂ ਅਖਰੂ ਕੀਤੀਆਂ ਆ। ਪਰ ਸਾਡੇ ਮੇਅਰ ਨੇ ਇਹ ਜ਼ਰੂਰ ਕਹਿ ਦਿੱਤਾ ਵੀ 60,000 ਦਾ ਸਾਨੂੰ ਚਾਹੀਦਾ ਆ, ਇਸ ਕਰਕੇ ਮੈਂ ਬਣਾਊਂਗਾ, ਕਰਕੇ ਮੈਂ ਹਰੇਕ ਕੰਮ ਕਰਦਾ ਆ। ਪਰ ਮੈਂ ਕਹੂੰਗੀ ਵੀ ਮੈਨੂੰ ਦੱਸੋ ਉਹਨ ਕਿਹੜਾ ਕੰਮ ਕੀਤਾ? ਜਿਹੜੀ ਸਕਾਈ ਟ੍ਰੇਨ ਬਣੀ ਉਹ ਥੈਂਕ ਯੂ ਟੂ ਦ ਫੈਡਰਲ ਸਰਕਾਰ ਐਂਡ ਪ੍ਰੋਵਿੰਸ਼ੀਅਲ ਸਰਕਾਰ। ਤੇ ਬਾਕੀ ਜਿਹੜਾ ਟ੍ਰਾਂਜ਼ਿਸ਼ਨ ਆ, ਇਟਸ ਅ ਮੈਸ, ਦ ਪੁਲਿਸਿੰਗ ਟ੍ਰਾਂਜ਼ਿਸ਼ਨ। ਖਰਚੇ ਦਾ ਕਿਸੇ ਨੂੰ ਨਹੀਂ ਪਤਾ। ਇੰਨਾ ਹਾਲੇ 80 SPS ਆਫਿਸਰਸ ਔਨ ਦ ਸਟਰੀਟ ਆ। ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਨਾ, ਇਹ ਅਨਾਉਂਸਮੈਂਟ ਨੇ, ਤੁਸੀਂ ਕੱਲ 2 ਦਿਨ ਹੋ ਗਿਆ ਜਿਹਨੂੰ ਵੀ ਮਿਲੀ ਦਾ ਉਹੀ ਕਹਿ ਦਿੰਦੇ ਆ ਬਈ ਵਾਟ ਇਜ਼ ਦਿਸ ਨੌਨਸੈਂਸ। ਤੇ ਸਾਨੂੰ ਇੱਥੇ ਜ਼ਰੂਰਤ ਹੈਗੀ ਆ। ਵੀ ਨੀਡ ਹਾਕੀ arenas, we need baseball, we need places for football, for soccer, we need fine arts, we need pickleball, we need grass hockey fields. But ਇਹ announcement ਤਾਂ ਉਸ ਤਰ੍ਹਾਂ ਦਾ ਹੀ ਲੱਗਦਾ ਆ। ਇਸ ਤਾਂ ਜਦੋਂ ਪਿਛਲੇ ਇਲੈਕਸ਼ਨ ਵਿੱਚ ਇਹਨ ਕਿਹਾ ਸੀਗਾ there will be a Ferris wheel and a canal, ਵੀ ਅਸੀਂ ਸਰੀ ਜਿਹੜਾ ਉਧਰ ਆਪਣੇ ਵਾਲੀ ਵਿੱਚ ਏਰੀਆ ਹੈਗਾ ਆ ਨਾ, ਨਹਿਰ ਕਹਿੰਦੇ ਇੱਕ ਬਣਾਉਣੀ ਹੈ। ਬਿਲਕੁਲ ਠੀਕ, ਉਹਨੂੰ ਨਹਿਰ ਬਣਾ ਦੇਣੀ ਆ। ਇਹ ਤਾਂ ਬਸ ਇੱਕ ਇਟਸ ਨਾਟ ਈਵਨ ਫਨੀ, ਬਟ ਇਟ ਇਜ਼ ਫਨੀ। CBC ਵਾਲੇ ਤੁਸੀਂ ਜਿੱਥੇ ਵੀ ਮੀਡੀਆ ਵਿੱਚ ਚੱਲ ਜਾਵੋ, ਸਾਰੇ ਇਹੀ ਕਹਿ ਜਾਂਦੇ ਆ 60,000। ਜਿਹੜੀ ਲੋਕਲ ਜਿਹੜੀ ਬਾਕੀ ਮੀਡੀਆ ਨੇ ਗੱਲਬਾਤ ਕੀਤੀ ਹੈ, 54,000 BC ਪਲੇਸ ਦੀ ਕਪੈਸਿਟੀ ਹੈ ਜੀ। ਉਹਨਾਂ ਕੋਲ 2 ਟੀਮਾਂ ਨੇ, ਵੈਨਕੂਵਰ ਵਾਈਟ ਕੈਪਸ ਤੇ BC ਲਾਇਨ ਦੀਆਂ। ਉਹ ਕਹਿੰਦੇ ਅੱਪਰ ਬੋਲ ਇਹ ਭਰਦਾ ਜਿਹਦੇ 'ਚ 20,000 ਦੇ ਕਰੀਬ ਲੋਕ ਆਉਂਦੇ ਨੇ। ਅੱਛਾ, ਹੁਣ ਆਪਾਂ 60,000 ਦਾ ਸਟੇਡੀਅਮ ਕਿੱਥੇ ਬਣਨਾ ਹੈ, ਕਿਹੜੀ ਜਗ੍ਹਾ ਹੈ, ਉਸ ਏਰੀਏ ਦੇ ਵਿੱਚ ਰੈਪਿਡ ਜਿਹੜੀ ਟ੍ਰਾਂਜ਼ਿਟ ਉਹ ਕਿਵੇਂ ਜਾਣੀ ਹੈ? ਜੇ ਅਰੀਨਾ ਹੈ, ਅਰੀਨੇ ਦੀ ਵੀ ਗੱਲ ਚੱਲਦੀ ਹੈ। ਅਰੀਨਾ ਦੇ ਲਈ ਤੁਹਾਨੂੰ ਓਬਵੀਅਸਲੀ ਡਿਫਰੈਂਟ ਇੱਕ ਇਨਫਰਾਸਟ੍ਰਕਚਰ ਹੈ ਅਰੀਨਾ ਦਾ, ਜਿਹਦੇ 'ਚ ਬਾਸਕਟਬਾਲ ਜਾਂ ਹਾਕੀ ਖੇਲੀ ਜਾ ਸਕਦੀ ਹੈ। ਹੁਣ ਜਿਹੜੇ ਆਲੇ ਦੁਆਲੇ ਵੀ ਵੱਡੇ ਜਿਹੜੇ ਸਟੇਡੀਅਮ ਨੇ, ਐਡਮਿੰਟਨ ਦਾ ਕਾਮਨਵੈਲਥ ਸਟੇਡੀਅਮ ਹੈ, 56,000 ਕਪੈਸਿਟੀ ਹੈ। ਓਲੰਪਿਕ ਸਟੇਡੀਅਮ ਮੌਂਟਰੀਅਲ ਦਾ, ਉਹਦਾ 56,000 ਕਪੈਸਿਟੀ ਹੈ। ਹੁਣ ਆਪਣੇ ਵਰਗੇ ਸ਼ਹਿਰ ਦੇ ਵਿੱਚ ਜਿੱਥੇ 60,000 ਦੀ ਇੱਕ ਕਪੈਸਿਟੀ ਦੀ ਗੱਲ ਹੈ, ਤੇ ਉੱਥੇ ਟੀਮ ਸਾਡੇ ਕੋਲ ਕੋਈ ਹੈ ਨਹੀਂ। ਸੋ ਇਹ ਜਿਹੜੀ ਮਤਲਬ ਮੈਂ ਕਹਿਣਾ ਵੀ ਅਨਾਉਂਸਮੈਂਟ ਸਾਰੀਆਂ ਇਹ ਕੈਂਪੇਨਸ ਕਰਨਗੀਆਂ, ਸਾਰੀਆਂ ਸਲੇਟਸ ਕਰਨਗੀਆਂ, ਪਰ ਉਹ ਯਾਰ ਕੈਂਪੇਨ ਜਿਹੜੀਆਂ ਅਨਾਉਂਸਮੈਂਟਸ ਚਾਹੀਦੀਆਂ ਫੀਜ਼ੇਬਲ ਹੋਣ, ਕਮਿਊਨਿਟੀ ਉਸ 'ਤੇ ਵਿਚਾਰ ਵੀ ਕਰੇ ਵੀ ਇਹਦੇ 'ਤੇ ਕੀ ਖਰਚਾ ਆਊ, ਇਹ ਕਿੱਥੇ ਬਣੂ, ਉਹ ਜ਼ਮੀਨ ਕਿੱਥੇ ਲਈ ਜਾਊ,
ਕਿਹੜੇ ਏਰੀਏ 'ਚ ਬਣਨਾ ਹੈ, ਉੱਥੇ ਕਿਸ ਤਰ੍ਹਾਂ ਜਿਹੜਾ ਹੁਣ ਸਕਾਈ ਟ੍ਰੇਨ ਦੀ ਵੀ ਗੱਲ ਚੱਲ ਰਹੀ ਹੈ। ਅੱਛਾ ਜਗਨੀਤ ਸਿੰਘ ਜੀ, LRT ਪਹਿਲੀ ਕੌਂਸਲ ਨੇ ਲਿੰਡਾ ਹੈਪਨਰ ਲਾਈਟ ਰੇਲ ਤੇ ਗੱਲ ਚੱਲ ਪਈ, ਲਾਈਟ ਰੇਲ ਜਾਏਗੀ ਜੀ ਗਿਲਫਰਡ ਨੂੰ, ਉਧਰ ਜ਼ਮੀਨਾਂ ਖਰੀਦੀਆਂ ਗਈਆਂ, ਫਿਰ ਸਕਾਈ ਟ੍ਰੇਨ ਦੀ ਗੱਲ ਚੱਲ ਪਈ। ਹੁਣ ਸਕਾਈ ਟ੍ਰੇਨ ਜਿਹੜੀ ਫਰੇਜ਼ਰ ਦੇ ਆਲੇ ਦੁਆਲੇ ਉੱਥੇ ਜ਼ਮੀਨਾਂ 12 15 ਮਿਲੀਅਨ ਦਾ ਏਕੜ ਹੋ ਗਿਆ। ਪਹਿਲਾਂ LRT ਦੇ ਨਾਲ ਜਿਹੜੀ ਆਪਣੀ ਕਿੰਗ ਜਾਰਜ ਤੇ ਜਿੱਥੇ ਜਿੱਥੇ ਜਾ ਕੇ ਸਟੇਡੀਅਮ ਬਣਨੇ ਸਟੇਸ਼ਨ ਬਣਨੇ ਨੇ ਉੱਥੇ ਜ਼ਮੀਨਾਂ ਲੈ ਲਈਆਂ ਬਿਲਡਰਸ ਨੇ, ਅਤੇ ਉਸ ਤੋਂ ਬਾਅਦ ਹੁਣ ਫਿਰ ਸਕਾਈ ਟ੍ਰੇਨ ਵਾਲੇ ਪਾਸੇ ਨੂੰ ਉੱਥੇ ਆਮ ਬੰਦੇ ਨੇ ਕਿਹਨੇ ਜਾਣਾ ਜਿੱਥੇ 15 ਮਿਲੀਅਨ ਦਾ ਏਕੜ ਵਿਕ ਗਿਆ। ਸੋ ਇਹ ਜਿਹੜੀ ਟ੍ਰਾਂਜਿਟ ਦਾ ਵੀ ਸਿਸਟਮ ਹੈ, ਉਹਦੇ ਬਾਰੇ ਜਾਂ ਸੜਕਾਂ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਦੇਖੋ, ਸਾਡੀਆਂ ਸੜਕਾਂ ਦਾ ਬੁਰਾ ਹਾਲ ਪਿਆ ਆ। ਅੱਜ ਮੈਂ ਕਿੰਗ ਜੋਰਜ ਤੇ ਆ ਰਹੀ ਸੀਗੀ, ਏਦਾਂ ਲੱਗਦਾ ਸੀਗਾ ਜਿੱਦਾਂ ਟੋਇਆਂ ਵਿੱਚ ਦੀ ਲੰਘ ਰਹੀ। ਤੇ ਪਰ ਇਹ ਜਿਹੜੀ ਸਰਕਾਰ ਦਾ ਕੰਮ ਸੀਗਾ ਸੜਕਾਂ ਨੂੰ ਸਵਾਰਨਾ, ਪਿਛਲੇ 4 ਸਾਲਾਂ ਦੇ ਵਿੱਚ ਇਹਨਾਂ ਨੇ ਉਹ ਬਾਹਲਾ ਕੰਮ ਕੀਤਾ ਨੇ। ਹੁਣ ਥੋੜੇ ਟੰਕੇ ਲਾਉਂਦੇ ਫਿਰਦੇ ਆ ਕਰਕੇ ਇਲੈਕਸ਼ਨ ਆਉਣ ਵਾਲਾ ਆ। ਪਰ ਮੈਂ ਇਹ ਜ਼ਰੂਰ ਕਹਿਣਾ ਹੈ ਵੀ ਇਹਨਾਂ ਨੇ ਕੱਲ ਅਨਾਊਂਸ ਕੀਤਾ ਸੀਗਾ ਵੀ ਇਹ ਜਿਹੜਾ ਸਟੇਡੀਅਮ ਹੈ ਇਹ ਬਣੂਗਾ ਫਲੀਟਵੁੱਡ ਵਿੱਚ, ਅੱਛਾ, ਜਿੱਥੇ ਸਕਾਈ ਟ੍ਰੇਨ ਸਟੇਸ਼ਨ ਹੋਣਾ ਆ। ਪਰ ਕਹਿੰਦਾ ਆਲੇ ਦੁਆਲੇ ਪਾਰਕ ਹੋਊਗੀ, ਗ੍ਰੀਨ ਸਪੇਸ, ਪਰ ਕੋਈ ਕਾਰ ਪਾਰਕਿੰਗ ਨਾ ਹੋਊਗੀ। ਕਹਿੰਦਾ ਪਾਰਕਿੰਗ ਦੀ ਜ਼ਰੂਰਤ ਨਹੀਂ ਕਰਕੇ ਲੋਕ ਪਬਲਿਕ ਟ੍ਰਾਂਜ਼ਿਟ ਲੈ ਕੇ ਆਉਣਗੇ। ਤੇ ਸਾਰੇ ਇਹ ਹੱਸਦੇ ਆ ਸਰੀ ਦੇ ਵਿੱਚ ਵੀ ਕਿਹੜੀ ਪਬਲਿਕ ਟ੍ਰਾਂਜ਼ਿਟ, ਕਿੱਥੇ ਹੈਗੀ ਇਹ ਪਬਲਿਕ ਟ੍ਰਾਂਜ਼ਿਟ ਵੀ ਜਿੱਥੇ ਕਾਰਾਂ ਦੀ ਨਹੀਂ ਲੋੜ ਪੈਣੀ ਲੋਕਾਂ ਨੂੰ ਜਾਣ ਨੂੰ। ਸੋ ਇਸ ਕਰਕੇ ਇਹਦੇ ਨਾਲ ਵੀ ਤੁਸੀਂ ਸੋਚੋ, ਬਿਨਾਂ ਕੋਈ ਸਟੱਡੀ ਕਰਕੇ ਐਲਾਨ ਕਰ ਦਿੱਤਾ ਵੀ ਉਹ ਸਕਾਈ ਟ੍ਰੇਨ ਦੇ ਸਟੇਸ਼ਨ ਦੇ ਲਾਗੇ ਹੀ ਬਣਨੀ ਆ, ਨਾ ਕਮਿਊਨਿਟੀ ਦਾ ਕੋਈ ਕੰਸਲਟੇਸ਼ਨ ਨਾ ਵਾਸਤਾ। ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ, ਕਿਸੇ ਵੀ ਸੂਬੇ ਦੇ ਵਿੱਚ ਐਸੀ ਅਰੀਨਾ ਹੈ ਨਹੀਂ ਵੀ ਜਿੱਥੇ ਤੁਸੀਂ ਵਾਈਟ ਕੈਪਸ ਨੂੰ ਵੀ ਪਾ ਸਕਦੇ ਆ, ਤੇ ਜਿੱਥੇ ਤੁਸੀਂ ਹਾਕੀ ਵੀ ਖੇਲ ਸਕਦੇ ਆ, ਸੌਕਰ ਵੀ ਖੇਲ ਸਕਦੇ ਆ, ਤੇ ਬੇਸਬਾਲ ਵੀ ਖੇਲ ਸਕਦੇ ਆ। there is nowhere। ਪਰ ਮੈਂ ਸਮਝਦੀ ਆ ਸਾਨੂੰ ਇਵੈਂਟ ਵੈਨਿਊ ਚਾਹੀਦਾ ਆ, ਸਾਨੂੰ ਆਰਟ ਸੈਂਟਰ ਚਾਹੀਦਾ ਆ। ਸਾਡੇ ਆਰਟਿਸਟ ਲਈ ਬਹੁਤ ਕੰਮ ਹੈਗਾ ਆ। ਅਸੀਂ ਏਡਾ ਵੱਡਾ ਸ਼ਹਿਰ ਆ, ਅਸੀਂ ਆਪਣੇ ਓਰਕੈਸਟਰਾ ਨੂੰ ਵੀ ਨਹੀਂ ਸਪੋਰਟ ਕਰ ਰਹੇ। ਪਰ ਕੱਲ ਇੱਕ ਗੱਲ ਹੋਰ ਸੋਚੋ, ਜਦੋਂ ਮੇਅਰ ਨੂੰ ਗਾਂ TV ਤੇ ਪੁੱਛਿਆ ਗਿਆ, ਉਹਨੂੰ ਦੱਸਾਂ ਕੀ ਜਵਾਬ ਦਿੱਤਾ? ਕਹਿੰਦਾ ਸਰੀ 'ਚ ਬਹੁਤ ਵੱਡੇ ਫੰਕਸ਼ਨ ਹੁੰਦੇ ਆ, ਸਾਡੀ ਵਿਸਾਖੀ ਬਹੁਤ ਵੱਡੀ ਹੁੰਦੀ ਆ, ਪਰ ਵਿਸਾਖੀ ਆਪਾਂ ਫਿਰ ਅੰਦਰ ਜਾ ਕੇ ਸਟੇਡੀਅਮ 'ਚ ਕਰਨੀ ਹੈ। ਉੱਥੇ 5 ਲੱਖ ਦਾ ਇਕੱਠ ਹੈ, ਉਹ ਸਟੇਡੀਅਮ 'ਚ ਥੋੜਾ ਸਮਾਉਣਾ 60,000 ਬੰਦਿਆਂ ਨੇ। ਤੇ ਨਾਲੇ ਜਿਹੜੀ ਵਿਸਾਖੀ ਹੁੰਦੀ ਆ ਉਹ ਬਾਹਰ ਵਾਲਾ ਮਾਹੌਲ ਹੁੰਦਾ ਆ ਜੀ। People walk and people set up their stalls। ਪਰ ਇਸ ਕਰਕੇ ਮੈਨੂੰ ਇਹ ਨਹੀਂ ਪਤਾ ਵੀ ਸਾਡੇ ਸ਼ਹਿਰ ਦੇ ਵਿੱਚ ਆਮ ਇਨਸਾਨ ਸਟਰਗਲ ਕਰ ਰਿਹਾ ਹੈ ਰੋਟੀ ਕੱਪੜਾ ਮਕਾਨ ਲਈ ਜੀ। ਉਹ ਚਾਹੁੰਦਾ ਸਹੂਲਤਾਂ ਆਪਣੇ ਬੱਚਿਆਂ ਲਈ, ਆਪਣੇ ਬਜ਼ੁਰਗਾਂ ਲਈ ਤੇ ਆਪਣੇ ਲਈ, ਜਿਹੜੀਆਂ ਉਹਦੀ ਲਾਈਫ ਥੋੜੀ ਆਸਾਨ ਕਰ ਦੇਣ। ਸੜਕਾਂ ਸਵਾਰ ਹੋ ਜਾਣ, ਇਨਕਰੀਜ਼ ਦਾ ਬੱਸ ਸਰਵਿਸ, ਸਕਾਈ ਟ੍ਰੇਨ ਬਣ ਜਾਣੀ ਹੈ, ਪਰ ਹਾਲੇ ਬਣੀ ਨਹੀਂ। ਜਦ ਤੱਕ ਤਾਂ ਬੱਸ ਸਰਵਿਸਿਸ ਤਾਂ ਹੋਰ ਚਾਹੀਦੀਆਂ ਆ। ਇੰਪਰੂਵ ਦ ਟ੍ਰੈਫਿਕ ਫਲੋ, ਬਿਲਡ ਰੈਕ੍ਰੀਏਸ਼ਨ ਸੈਂਟਰਸ, ਬਿਲਡ ਆਈਸ ਫੀਲਡਸ, ਬਿਲਡ ਸੀਨੀਅਰ ਸੈਂਟਰਸ। ਸਾਡੇ ਬਜ਼ੁਰਗ ਪਾਰਕਾਂ 'ਚ ਬੈਠੇ ਆ, ਮੀਂਹ ਦੇ ਵਿੱਚ ਵੀ, ਧੁੱਪ ਦੇ ਵਿੱਚ ਵੀ। ਸੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜਾ ਸਰੀ ਦੇ ਵਿੱਚ ਬਣਾਉਣ ਵਾਲੀਆਂ ਆ। ਹਸਪਤਾਲ ਦੀ ਗੱਲ, ਹਸਪਤਾਲ ਦੀ ਵੀ ਗੱਲ ਦੱਸੋ। ਹਾਂਜੀ, ਹਸਪੀਟਲ ਦੀ, ਤੀਸਰੇ ਹਸਪੀਟਲ, ਦੂਸਰਾ ਤਾਂ ਚਲੋ ਸ਼ੁਰੂ ਹਲੇ ਹੋਇਆ ਨਹੀਂ, ਕੰਮ ਪਲੈਨਿੰਗ ਦੇ ਵਿੱਚ ਆ, ਪਰ ਉਹਦੇ ਲਈ ਜ਼ਮੀਨ ਤੀਸਰੇ ਹਸਪਤਾਲ ਲਈ ਵੀ ਲੱਭੀ ਜਾ ਸਕਦੀ ਹੈ। 60,000 ਸਟੇਡੀਅਮ ਦੀ ਤਾਂ ਗੱਲ ਠੀਕ ਹੈ, ਉਦੋਂ ਪਹਿਲਾਂ ਮੇਰੇ ਖਿਆਲ 11 ਘੰਟੇ 12 ਘੰਟੇ ਵੇਟ ਹੈ ਐਮਰਜੈਂਸੀ ਦੇ ਵਿੱਚ, ਉਹਦਾ ਕੋਈ ਕੁਛ ਕਰਨ ਦੀ ਲੋੜ ਹੈ। ਦੇਖੋ, ਆਪਣਾ ਸ਼ਹਿਰ ਇੰਨਾ ਵੱਧ ਰਿਹਾ ਆ, ਪ੍ਰੀ ਪਲਾਨਿੰਗ ਕਰਨੀ ਪੈਣੀ ਆ। ਆਪਾਂ ਨੂੰ ਸਕੂਲਾਂ ਲਈ ਵੀ ਜਗ੍ਹਾ ਚਾਹੀਦੀ ਹੈ। ਬਹੁਤ ਸਾਰੀਆਂ ਚੀਜ਼ਾਂ ਹੈਗੀਆਂ। ਜਦੋਂ ਤੁਸੀਂ ਟਾਵਰ ਬਿਲਡ ਕਰਦੇ ਆ, ਉਹਨਾਂ ਟਾਵਰ ਦੇ ਵਿੱਚ ਵੀ ਬੱਚੇ ਜਾਂਦੇ ਆ, ਰਹਿੰਦੇ ਆ ਮਾਂ ਪਿਓ ਦੇ ਨਾਲ। ਸੋ ਸਕੂਲਸ, ਵੀ ਨੀਡ ਸੋ ਮੈਨੀ ਫੈਸਿਲਿਟੀਜ਼। ਪਰ ਇੱਕ ਵਾਰੀ ਫਿਰ ਮੇਅਰ ਨੇ ਜਿੱਦਾਂ ਪਿਛਲੀ ਵਾਰੀ ਲੋਕਾਂ ਦੇ ਮੂਹਰੇ ਕਨਾਲ ਸੈੱਟ ਦਿੱਤਾ ਸੀ, ਤੇ ਨਾਲ ਹੀ ਫੈਰਿਸ ਵੀਲ, ਐਤਕੀ 60,000 ਸਪੇਸ ਸਟੇਡੀਅਮ। ਇੱਕ ਗੱਲ ਆਪਾਂ ਨੂੰ ਇਹ ਵੀ ਸੋਚਣੀ ਪੈਣੀ ਸੀਗੀ ਵੀ ਕਿੰਨੇ ਡੈਕੇਡਸ ਲੱਗੇ ਸੀਗੇ ਮੌਂਟਰੀਅਲ ਨੂੰ to pay off that Olympic stadium।
ਕਿੰਨੇ ਡੈਕੇਡਸ। ਇੱਕ ਇਹ ਦੱਸਿਓ ਜੀ ਆਖਰੀ ਮੈਨੂੰ ਕਿ ਲੋਕਾਂ ਦੀ ਬਹੁਤ ਵੱਡੀ ਮੰਗ ਹੈ ਕਿ ਸਾਡਾ ਵਾਰਡ ਸਿਸਟਮ ਬਣਨਾ ਚਾਹੀਦਾ। ਤੁਸੀਂ ਇਸ 'ਤੇ ਕੀ ਸਟੈਂਡ ਕਰਦੇ ਹੋ? ਵਾਰਡ ਸਿਸਟਮ ਤੁਸੀਂ ਪਸੰਦ ਕਰਦੇ ਹੋ? ਕਿਉਂਕਿ ਰਿਪਰਜੈਂਟੇਸ਼ਨ ਹੈ ਨਹੀਂ ਲੋਕਾਂ ਦੀ। 6 ਲੱਖ ਦੇ ਕਰੀਬ ਸ਼ਹਿਰ ਹੈ, 8 ਉਹਦੇ ਜਿਹੜੇ ਨੇ ਕੌਂਸਲਰ ਨੇ। ਹੁਣ ਨਿਊਟਨ ਜਿੰਨੀਆਂ ਸਾਡੀਆਂ ਵੱਡੀਆਂ ਸਾਡੀ ਬੱਸੋਂ ਨੇ ਉੱਥੇ ਦੀ ਰਿਪਰਜੈਂਟੇਸ਼ਨ ਹੈ ਨਹੀਂ। ਵਾਰਡ ਸਿਸਟਮ ਬਾਰੇ ਕੀ ਸੋਚਦੇ ਹੋ? ਵੋਟ ਸਿਸਟਮ ਇਜ਼ ਗੁੱਡ, ਪਰ ਇਸ ਵਕਤ ਆਪਣੇ ਕੋਲ ਹੈ ਨਹੀਂ। ਪਰ ਅਸੀਂ ਜਿਹੜੇ ਆਪਣੇ ਕੈਂਡੀਡੇਟ ਚੁਣੇ ਆ, ਅਸੀਂ ਸੋਚ ਕੇ ਚੁਣੇ ਆ ਵੀ ਉਹ ਡਿਫਰੈਂਟ ਇਲਾਕਿਆਂ ਵਿੱਚ ਰਹਿੰਦੇ ਹੋਣ ਤੇ ਉਹਨਾਂ ਨੂੰ ਰੈਪਰੈਜ਼ੈਂਟ ਵੀ ਫਿਰ ਕਰਨਗੇ। ਉਹਨਾਂ ਨੂੰ ਦੇਖੋ, ਜਦੋਂ ਵੀ ਤੁਸੀਂ ਜਿੱਤ ਜਾਵੋ ਤੁਹਾਨੂੰ ਸਾਰੇ ਸਰੀ ਦਾ ਸੋਚਣਾ ਪੈਂਦਾ ਆ, ਪਰ ਫਿਰ ਵੀ ਇਲਾਕੇ ਨੂੰ ਆਪਣੀ ਆਵਾਜ਼ ਚਾਹੀਦੀ ਹੁੰਦੀ ਆ। ਨਿਊਟਨ ਦੇ ਵਿੱਚ ਆਪਣੇ ਕੋਲ ਫਿਲ ਗੇਰੀ, ਹੂ ਇਜ਼ ਦ ਪ੍ਰੈਜ਼ੀਡੈਂਟ ਆਫ ਦੀ ਨਿਊਟਨ BIA, ਉਹ ਵੀ ਨਿਊਟਨ ਵਿੱਚ ਰਹਿੰਦਾ ਆ। ਤੇ ਪਰਮਜੀਤ ਮੱਲੇ, the lawyer who is on the slate, he is also from Newton. ਮੈਂ ਵੀ ਨਿਊਟਨ ਇਲਾਕੇ ਦੇ ਵਿੱਚ ਪਿਛਲੇ 11 ਸਾਲਾਂ ਦੀ ਰਹਿ ਰਹੀ ਹਾਂ ਤੇ ਮੈਂ ਤਾਂ ਇਹੋ ਹੀ ਕਹੂੰਗੀ, ਨਿਊਟਨ ਵਿੱਚ 160,000 ਲੋਕ ਰਹਿ ਰਿਹਾ ਇਸ ਵਕਤ, 160,000। ਆਪਾਂ ਜਦੋਂ ਜਾਈਏ ਖਲੌਣਾ ਦੇ ਵਿੱਚ, ਉਹਦੇ ਵਿੱਚ ਸਿਰਫ 1 ਲੱਖ ਤੋਂ ਥੋੜਾ ਕੀ ਉੱਪਰ ਆ ਉਹਨਾਂ ਦਾ ਪੋਪੂਲੇਸ਼ਨ। ਜਿਹੜੀਆਂ ਸਹੂਲਤਾਂ ਉੱਥੇ ਹੈਗੀਆਂ ਆ ਸਾਡੇ ਸਰੀ ਵਿੱਚ ਹੈ ਨਹੀਂ। ਸੋ ਇਸ ਕਰਕੇ ਬਹੁਤ ਵੱਡੀ ਗੱਲ ਸੋਚਣ ਵਾਲੀ ਆ ਵੀ ਨਿਊਟਨ ਪਿਛਲੇ ਕਾਉਂਸਲ ਨੇ, ਉਦੋਂ ਪਿਛਲੇ ਕਾਉਂਸਲ ਨੇ ਵੀ ਸਦਾ ਹੀ ਲਾਰੇ ਲਾ ਕੇ ਤੇ ਨਿਊਟਨ ਪਿੱਛੇ ਰਹਿ ਜਾਂਦਾ ਹੈ, ਲਾਈਕ ਦੀ ਨਿਗਲੈਕਟਡ ਚਾਈਲਡ। ਸੋ ਇਸ ਕਰਕੇ ਜਦੋਂ ਅਸੀਂ ਫੇਅਰਨੈਸ ਦੀ ਗੱਲ ਕਰੀਦੀ ਆ, ਉਹ ਫੇਅਰਨੈਸ ਸਿਰਫ ਇੰਡੀਵਿਜੂਅਲ ਲਈ ਨਹੀਂ, ਉਹ ਸਾਡੇ ਡਿਫਰੈਂਟ ਪਾਰਟਸ ਆਫ ਸਰੀ ਲਈ ਵੀ ਹੋਣੀ ਚਾਹੀਦੀ ਆ। ਧੰਨਵਾਦ ਜੀ ਸ਼ਾਮਲ ਹੋਣ ਲਈ ਤੇ ਆਪਣੀ ਗੱਲਬਾਤ ਕਰਨ ਲਈ। ਆਉਣ ਵਾਲੇ ਸਮਿਆਂ ਦੇ ਵਿੱਚ ਹੋਰ ਸਮਾਂ ਤੁਹਾਡਾ ਲੈ ਕੇ ਲੋਕਾਂ ਦੇ ਸਵਾਲ ਵੀ ਤੁਹਾਡੇ ਤੱਕ ਡਾਇਰੈਕਟ ਤੁਹਾਨੂੰ ਸਵਾਲ ਪੁੱਛ ਸਕਣ। ਸੋ ਜਿਉਂ-ਜਿਉਂ ਇਹ ਕੈਂਪੇਨ ਗਰਮ ਹੋਣੀ ਆ, ਤਿਉਂ-ਤਿਉਂ ਤੁਹਾਡੇ ਤੋਂ ਜਾਂ ਬਾਕੀ ਜਿੰਨੇ ਵੀ ਇਸ ਸਲੇਟਸ ਜਿਹੜੀਆਂ ਲੜ ਰਹੀਆਂ ਨੇ ਮੇਅਰ ਨੇ, ਉਹਨਾਂ ਤੋਂ ਸਵਾਲ ਜਿਹੜੇ ਲੋਕ ਪੁੱਛਣਾ ਚਾਹੁੰਦੇ ਨੇ, ਤੁਹਾਡੇ ਤੋਂ ਵੀ ਨੈਕਸਟ ਟਾਈਮ ਜਾਂ ਸਟੂਡੀਓ 'ਤੇ ਆਵਾਂਗੇ, ਲਾਈਨਸ ਖੋਲਾਂਗੇ ਤੇ ਲੋਕ ਡਾਇਰੈਕਟ ਤੁਹਾਡੇ ਤੋਂ ਸਵਾਲ ਪੁੱਛਣਗੇ। ਥੈਂਕ ਯੂ। ਸੋ ਇਹ ਇਸ ਵਾਰ ਆਪਾਂ ਪ੍ਰੈਕਟਿਸ ਇਹ ਕਰਨੀ ਆ ਵੀ ਜਿਹੜਾ ਵੀ ਆਵੇ ਸੀਟ 'ਤੇ ਬੈਠੇ ਉਸ ਨੂੰ 5-4 ਮਿੰਟ ਪੁੱਛ ਕੇ ਲਾਈਨਾਂ ਤੁਹਾਡੇ ਲਈ ਖੋਲ੍ਹ ਦਿਆ ਕਰਨੀਆਂ। ਤੁਸੀਂ ਪੁੱਛਿਆ ਕਰੋ ਸਾਰੇ ਸਵਾਲ, ਇਸ ਤਰ੍ਹਾਂ ਹੀ ਕਰਨ ਦੀ ਲੋੜ ਹੈ। ਅਤੇ ਸ਼ਹਿਰ ਨੂੰ ਬਹੁਤ ਹੋਰ ਕੁਛ ਪ੍ਰਾਇਓਰਟੀਜ਼ ਦੀ ਜ਼ਰੂਰਤ ਹੈ। ਉਹਦੇ ਵਿੱਚੋਂ ਸਾਰਿਆਂ ਦੀਆਂ ਸਲੇਟਸ ਵੇਖ ਕੇ, ਸਾਰਿਆਂ ਦਾ ਪਲੇਟਫਾਰਮ ਵੇਖ ਕੇ ਫਿਰ ਤੁਹਾਨੂੰ ਵੋਟ ਪਾਉਣ ਦੀ ਜ਼ਰੂਰਤ ਹੈ ਇਸ ਵਾਰ, ਕਿ ਸ਼ਹਿਰ 'ਚ ਕਿਹੜੀਆਂ ਚੀਜ਼ਾਂ ਜਿਹੜੀਆਂ ਪ੍ਰਾਇਓਰਟੀ 'ਤੇ ਨੇ। ਕੌਣ ਕੀ ਕਹਿੰਦਾ ਹੈ, ਲੋਕ ਕੋਈ ਆ ਕੇ ਇਨਫਲੂਐਂਸ ਤੁਹਾਡੇ ਕੋਈ ਕਰਦਾ ਹੈ, ਕੋਈ ਪੈਸੇ ਧੇਲੇ ਵਾਲਾ ਜ਼ੋਰ ਦਿੰਦਾ, ਇਸ ਗੱਲ 'ਤੇ ਨਹੀਂ ਜਾਣਦੇ। ਸੁਤੰਤਰ ਇੰਡੀਪੈਂਡੈਂਟ ਮੇਅਰ ਹੋਵੇ, ਇੰਡੀਪੈਂਡੈਂਟ ਮੇਅਰ ਦੀ ਸਲੇਟ ਹੋਵੇ, ਉਹ ਤੁਹਾਡੇ ਸ਼ਹਿਰ ਲਈ ਕੁਛ ਕਰ ਸਕਦਾ। ਜਿਹੜੇ ਕੋਈ ਵੀ ਮੇਅਰ ਹੋਵੇ ਜਿਹਦਾ ਬੈਕ 'ਤੇ ਪਤਾ ਲੱਗ ਜਾਵੇ ਪਿੱਛੇ ਖਿਡਾਰੀ ਕੌਣ ਨੇ, ਉਹ ਸਾਡੇ ਸ਼ਹਿਰ ਲਈ ਕੰਮ ਨਹੀਂ ਕਰ ਸਕਦਾ। ਸੋ ਇਹਦੇ ਲਈ ਇਸ ਵਾਰ ਦੀ ਜਿਹੜੀ ਚੋਣ ਆ ਬੜੀ ਅਲੱਗ ਹੋਏਗੀ। ਲੋਕਾਂ ਦੀ ਕਚਹਿਰੀ ਦੇ ਵਿੱਚ ਜਿਸ ਤਰ੍ਹਾਂ ਇਹ ਆਉਣਗੇ ਪ੍ਰਾਇਓਰਟੀ ਦੇ ਤੌਰ 'ਤੇ, ਮੇਰੇ ਖਿਆਲ ਕੱਲੇ ਸਾਰੇ ਸਾਡੇ ਸ਼ੋਅ ਦੇ ਵਿੱਚ ਆ ਗਏ, ਸਮੀਰ ਉਹਨਾਂ ਦੇ, ਮੇਰੇ, ਅਤੇ ਉਸ ਤੋਂ ਬਾਅਦ ਜਦ ਵੀ ਕਿਸੇ ਵੀ ਸ਼ੋਅ 'ਚ ਕੋਈ ਆਵੇ, ਸਟੂਡੀਓ ਦੇ ਤੌਰ 'ਤੇ ਖੁੱਲ੍ਹੀਆਂ ਲਾਈਨਾਂ ਤੁਹਾਡੇ ਲਈ ਖੋਲ੍ਹੀਆਂ ਜਾਣ, ਤੁਸੀਂ ਸਵਾਲ ਪੁੱਛੋ, ਫਿਰ ਪਤਾ ਲੱਗੇ। ਹਾਂ, ਪਰ ਉਹ ਕਾਲਰ ਨੇ ਜਿਹੜੇ ਰੋਜ਼ਮਰਾ ਦੇ ਕਾਲਰ ਨੇ ਜਿਹੜੇ ਸਾਡੇ ਨਾਲ ਗੱਲਾਂ ਕਰਦੇ ਨੇ, ਉਹ ਹੋਣ, ਇਉਂ ਨਾ ਹੋਣ ਵੀ ਖੜੇ ਪੈਰ ਨਵੇਂ ਕਾਲਰ 40 ਆ ਗਏ, ਸੈਟਅਪ ਕਾਲਰਸ ਨਾ ਹੋਣ, ਉਹਦੇ 'ਤੇ ਵੀ ਅਸੀਂ ਨਹੀਂ। ਅਕਸਰ ਇਹ ਇਲੈਕਸ਼ਨਾਂ 'ਚ ਇਸ ਤਰ੍ਹਾਂ ਹੋ ਜਾਂਦਾ। ਪਿੰਡ ਨਾ ਸਾਡੇ ਭਾਈ ਲੱਗਦਾ ਹੀ ਘਰਾਂ ਦੇ ਵਿੱਚੋਂ ਨਾਥ, ਜਿਹਨੂੰ ਅਸੀਂ ਸਪੀਕਰ ਵਾਲਾ ਕਹਿੰਦੇ ਸੀ, ਬੜਾ ਭਾਈ ਉਹਨੂੰ ਕਹਿੰਦੇ, ਉਹ ਜਿਹੜਾ ਕਹਿੰਦਾ ਹੁੰਦੀ ਆਵਾਜ਼ ਦੇਖੀ ਚੈੱਕ ਕਰੀ। ਲక్ష్ਮੀ ਭਰਜਾਈ ਨੇ ਕਹਿਣਾ, ਜਦ ਤੂੰ ਸ਼ਾਫਰ ਲਾਇਆ ਨਾ, ਚਿੱਠੀ ਮੇਰੇ ਢੋਲ ਨੂੰ ਪਹੁੰਚਾਈ ਵੇ ਕਬੂਤਰਾ। ਮੈਂ ਕੋਠੇ 'ਤੇ ਖੜੀ ਸੁਣਦੀ ਸੀ ਜੀ, ਬਹੁਤ ਸਾਫ਼ ਆਵਾਜ਼ ਸੀ। ਮਨੋਹਰ ਨੂੰ ਸਾਰੀ ਜ਼ਿੰਦਗੀ ਨਮੋਹਰ ਕਹਿੰਦਾ ਰਿਹਾ ਉਹ, ਸਾਡੇ ਬੈਟਰੀਆਂ ਭਰਦਾ ਦਰਾਹੇ ਉਹ ਮਨੋਹਰ।
ਮਨੋਹਰ ਨੂੰ ਆਦਤ ਬਹੁਤ ਸੀ, ਉਹ ਸਿਰ ਮਾਰਦਾ ਤੇ ਖੱਬੀ ਅੱਖ ਦੱਬਦਾ। ਇੱਕ ਵਾਰ ਟਰੈਕਟ ਠੀਕ ਕਰਾਉਣ ਗਏ ਹੋਏ, ਡੈਨਮੋ ਉਹਨੇ ਠੀਕ ਕਰਤੀ, ਉਹ ਹੌਲੀ ਬੋਲਦਾ ਹੁੰਦਾ ਗਾ, ਕੱਢੋ 100 ਰੁਪਈਆ। ਮੈਂ ਕਿਹਾ ਤੂੰ ਦੇ 50 ਹੋਰ। ਕਹਿੰਦਾ ਮੈਂ ਕਿਵੇਂ ਦੇਵਾਂ? ਮੈਂ 150 ਦੀਆਂ ਤੂੰ ਅੱਖਾਂ ਮਾਰਤੀਆਂ ਜਦ ਦਾ ਲੱਗਿਆ ਖੱਬੀ ਅੱਖ ਦੱਬਦਾ। ਉਹ ਕਲਕੱਤੇ ਤੁਰੀਆਂ ਹੋਈਆਂ ਗੱਡੀਆਂ ਮਨੋਹਰ ਦੇ ਆ ਕੇ ਸੈੱਟ ਕੀਤੇ। ਬੈਟਰੀ ਕਹਿੰਦੇ ਬੈਟਰੀ ਬਦਲਦਾ, ਉਹ ਡੈਨਮੋ ਸੈੱਟ ਕਰਦਾ, ਅਤੇ ਇੱਕ ਦਿਨ ਦੀ ਉਹ ਆਊਟਿੰਗ ਹੁੰਦੀ ਪੰਜਾਬ ਦੇ ਪਿੰਡਾਂ ਦੇ ਵਿੱਚ, ਨੇੜੇ ਸ਼ਹਿਰ 'ਚ ਜਾਣਾ। ਸੋ ਪੁਰਾਣੀਆਂ ਗੱਲਾਂ। ਨਾਥ ਕਿ ਮਿਸਤਰੀ ਭਾਈਚਾਰੇ 'ਚੋਂ ਸੀ, ਰਾਮਗੜੀਆ ਸੀ, ਉਹ ਸਾਨੂੰ ਮੰਜੇ 'ਤੇ ਵੀ ਨਾ ਬੈਠਣ ਦਿਆ ਕਰੇ। ਬੜਾ ਸੀ 25-30 ਸਾਲ ਸਾਤੋਂ, ਦੌਣ 'ਤੇ ਬੈਠਣ ਦਿਆ ਕਰੇ। ਪਰ ਹਟੋ, ਮਸ਼ੀਨ ਨੂੰ ਹੱਥ ਨਾ ਲਾਇਓ, ਤਵਿਆਂ ਵਾਲੀ ਉਹਦੀ ਮਸ਼ੀਨ ਹੁੰਦੀ, ਨਿਗਾਹ ਰੱਖਦੇ ਵੀ ਇਹਨੇ ਸੂਈ ਕਦ ਕੱਢਣੀ ਹੈ ਅਤੇ ਅਸੀਂ ਕਦ ਲੈ ਕੇ ਭੱਜਣਾ। ਫਿਰ ਉਹ ਰਿਕਾਰਡ ਕੱਢਦਾ, ਫਿਰ ਉਹਨੂੰ ਫੂਕ ਮਾਰਦਾ, ਫਿਰ ਉਹਦੇ 'ਤੇ ਰੇਸ਼ਮੀ ਰੁਮਾਲ ਇੱਕ ਜਿਹੜਾ ਹੁੰਦਾ ਉਹ ਮਾਈਕ 'ਤੇ ਬੰਨ੍ਹਦਾ, ਇੱਕ ਕਾਟਨ ਜਿਹੜਾ ਹੁੰਦਾ ਸੂਤੀ ਹੁੰਦਾ ਉਹਦੇ ਨਾਲ ਉਹਨੂੰ ਸਾਫ਼ ਕਰਦਾ। ਇਕੱਲੇ ਰਿਕਾਰਡ, ਇੱਕ ਵੱਡਾ ਟੈਚੀ, ਵੱਡੀ ਉਹਦੀ ਲੱਕੜ ਦੀ ਪੇਟੀ ਜਿਹਦੇ ਜਿੰਦਾ ਲੱਗਦਾ, ਉਹ 'ਚ ਸਾਰਿਆਂ 'ਚ ਰਿਕਾਰਡ ਹੁੰਦੇ ਉਹਦੇ, ਡੱਡਾ ਕਹਿੰਦੇ ਰਿਕਾਰਡ। ਜਿੰਨੇ ਜੋ ਅਗਲਾ ਪੀ ਜਾਂਦਾ ਤਿਉਂ ਤੇ ਉਹਦੇ ਮੰਜੇ 'ਤੇ ਬੈਠੀ ਜਾਂਦਾ, ਕੰਨ ਕੋਲ ਬੈਠੇ ਹੁੰਦੇ 6 ਜਣੇ ਲਾਈਨ ਲਾ ਕੇ। ਨਾਥ ਬੜੇ ਭਾਈ ਲਾ ਯਾਰ ਮਾਣਕ, ਪਿੱਛੇ ਹੋ ਕੇ ਬੈਠ, ਹਲੇ ਬਹੁਤ ਲੋਕਾਂ ਦੀ ਜਿਹੜੀ ਮੰਗ ਆ, ਹਲੇ ਪਿੱਛੇ ਹੋ ਜਾ, ਤੂੰ ਗੱਲ ਨਾ ਕਰ ਮੇਰੇ ਨਾਲ। ਬਹੁਤ ਘੱਟ ਬੋਲਦਾ, ਗੁਲਾਮ ਅਲੀ ਵਾਂਗੂ ਘੱਟ ਬੋਲਦਾ। ਉਹ ਹਰ ਵਕਤ ਸੋਚਦਾ ਰਹਿੰਦਾ ਕੁਛ ਨਾ ਕੁਛ, ਸੋਚਦਾ ਪਤਾ ਨਹੀਂ ਕੀ ਸੀ। ਜੇ ਅਸੀਂ ਕਹਿੰਦੇ ਵੀ ਆਹ ਲਾ ਦੇ, ਕਹਿੰਦਾ ਪਹਿਲਾਂ ਚਾਹ ਲਿਆ, ਨਾਲੇ ਭੁਜੀਆ ਲੈ ਕੇ ਆਈ ਥੱਲਿਓ, ਫਿਰ ਤੇਰੇ ਵਾਲਾ ਲਾਉਣਾ। ਸਾਡੇ ਵਾਲਾ ਕਿਹੜਾ ਹੁੰਦਾ? ਫਿਰ ਚੱਕਵੇਂ ਵਾਲੇ ਆਉਂਦੇ ਵਿੱਚ ਚਮਕੀਲਾ ਲਾ ਯਾਰ। ਬੱਲੇ ਬੱਲੇ ਦੀਆਂ ਕਹਾਣੀਆਂ ਸੀ। ਸਮਾਂ ਬਹੁਤ ਛੇਤੀ ਗੁਜ਼ਰ ਗਿਆ। ਮੁੜ ਕੇ ਆ ਕੇ ਕਰਮ ਸਿੰਘ ਸੇਖੋਂ ਉਹਨਾਂ ਨਾਲ ਗੱਲ ਕਰਦੇ ਹਾਂ ਹੁਣੇ। ਨਹੀਂ, 2 ਬੁੱਧਵਾਰ ਮੱਲਮ ਅਤੇ ਫਿਰ ਬਾਹਰੀ ਕੋਹੀ ਬਲਦਾ ਦੀਵਾ, 2 ਕਹਾਣੀਆਂ ਸੁਣਾਈਆਂ 1947, 15 ਅਗਸਤ ਦਾ ਜਦ ਦਾ ਲੰਘ ਗਿਆ। ਇਹ ਵੀ ਇੱਕ ਯਾਦ ਰੱਖਣ ਵਾਲੀ ਕਹਾਣੀ ਹੈ, ਸਾਡੇ ਨਾਲ ਕੀ ਹੋਇਆ। ਸਰ ਕਰਮ ਸਿੰਘ ਸੇਖੋਂ ਉਹਨਾਂ ਨੇ ਫੋਨ ਕੀਤਾ ਪਿਛਲੇ ਬੁੱਧਵਾਰ ਪਰਸੋਂ, ਅਤੇ ਜਦ ਉਹਨਾਂ ਨੇ ਫੋਨ ਕੀਤਾ 85 ਵਰ੍ਹਿਆਂ ਦੀ ਉਮਰ ਹੈ ਅਤੇ ਬਹੁਤ ਭਾਵੁਕ ਸਨ। ਉਹ ਕਹਿੰਦੇ ਮੇਰਾ ਯਾਰ ਮੈਨੂੰ ਯਾਦ ਆਉਂਦਾ ਲਹਿੰਦੇ ਪੰਜਾਬ ਦਾ। ਸਰ ਸੇਖੋਂ ਨੇ ਟਰਾਂਸਪੋਰਟ ਦੇ ਵਿੱਚ ਵੱਡਾ ਨਾਂ ਕਮਾਇਆ। ਮੋਗਾ ਗੁਹਾਟੀ ਰੋਡਵੇਜ਼ ਉਹਨਾਂ ਦੀ MGR ਹੁੰਦੀ। ਕਲਕੱਤੇੋਂ ਤੁਰੇ, ਫਿਰ ਸ਼ਾਹਦਰੇ ਦਿੱਲੀ ਆ ਗਏ। ਝੰਡਿਆਣਾ ਪਿੰਡ ਹੈ ਮੋਗੇ ਦੇ ਨੇੜੇ। ਚੜ੍ਹਦੀ ਕਲਾ 'ਚ ਰਹੇ ਪੂਰੇ। ਖੜਕਾਟ ਵੀ ਬਹੁਤ ਪਾਉਂਦੇ ਰਹੇ ਕਲਕੱਤੇ। ਬਹੁਤ ਵਧੀਆ ਗਰੁੱਪ ਬਾਈ ਕਮਿੱਕਰ ਸਿੰਘ ਮਕੰਦਪੁਰੀ ਹੈ ਉਹਨਾਂ ਦਾ, ਗੋਰਖੇ ਸਹੌਲੀ ਉਹਨਾਂ ਦਾ ਵੱਡਾ ਗਰੁੱਪ ਸੀ ਬਾਈ ਉਹਨਾਂ ਦਾ, ਸਭ ਤੋਂ ਬਹੁਤ ਵੱਡੇ ਨੇ। ਪਰ ਇਹਨਾਂ ਦੀਆਂ ਪੈੜਾਂ ਅਸੀਂ ਵੇਖਦੇ ਰਹੇ ਕਲਕੱਤੇ ਦਾ ਜਾਣਾ, ਗੱਲਾਂ ਹੁੰਦੀਆਂ ਗਰਾਜਾਂ ਦੇ ਵਿੱਚ। ਅਤੇ ਦੇਖੋ ਸਬੱਬ ਕੀ ਮਿਲਿਆ ਇੱਥੇ ਦੀ ਕਹਾਣੀ ਤੋਂ ਬਾਅਦ ਬਾਈ ਜੀ ਨੇ ਗੱਲ ਕੀਤੀ ਉਹਨਾਂ ਤੋਂ। ਉਹਨਾਂ ਦੀ ਜ਼ੁਬਾਨੀ ਪੁੱਛਦੇ ਹਾਂ ਬਈ ਉਹ ਕੀ ਕਹਾਣੀ ਸੀ ਅਤੇ ਕੌਣ ਆ ਲਹਿੰਦੇ ਪੰਜਾਬ 'ਚ ਜਿਹਨੂੰ ਯਾਦ ਕਰਦੇ, ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੇਖੋਂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ। ਪਹਿਲਾਂ ਤੁਹਾਨੂੰ ਤੇ ਆਪਣੇ ਸਰੋਤਿਆਂ ਨੂੰ ਮੇਰੇ ਕਰਨਿਓ ਵੈਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਵਾਜ਼ ਰੋਜ਼ ਮਾਰਾ ਤੰਦਰੁਸਤੀ ਦੇਵੇ, ਤੁਹਾਨੂੰ ਖੁਸ਼ੀਆਂ ਬਖਸ਼ੇ ਪਰਮਾਤਮਾ। ਹਾਂਜੀ ਬਾਈ ਜੀ। ਅੱਛਾ ਇਉਂ ਦੱਸਿਓ ਜੀ, ਉਹ ਜਿਹੜੀ ਤੁਹਾਡੀ ਪਿੱਛੋਂ ਪਹਿਲਾਂ ਤਾਂ ਰੇਡੀਓ ਬੰਦ ਕਰਿਓ, ਆਵਾਜ਼ ਆਉਣੋਂ ਨਹੀਂ ਹਟਣੀ। ਨਹੀਂ ਮੇਰੇ ਨਾਲ ਹੀ ਗੱਲ ਕਰਿਓ, ਰੇਡੀਓ ਤੋਂ ਨਾ ਸੁਣਿਓ। ਕਰਤਾ ਤੇ ਉਹ ਉਸ ਦਿਨ ਜਦ ਕਹਾਣੀ ਸੁਣੀ, ਫਿਰ ਉਹ ਬਚਪਨ ਦੀ ਕਿਹੜੀ ਯਾਦ ਆਈ? ਲਹਿੰਦੇ ਪੰਜਾਬ 'ਚ ਕੌਣ ਯਾਰ ਹੈ ਜਿਹਨੂੰ ਫੋਨ ਕੀਤਾ? ਫਿਰ ਬਚਪਨ ਦੀ ਮੈਂ ਤੁਹਾਨੂੰ ਦੱਸਦਾ, ਉਹਦਾ ਨਾਂ ਸੀ ਹੈਗਾ ਬਸ਼ੀਰ। ਅੱਛਾ ਜੀ। ਤੇ ਸਾਡੇ ਨਾਲ 3-4 ਪੀੜ੍ਹੀਆਂ ਨਾਲ ਹੀ ਕੰਟੈਕਟ ਸੀ ਉਹਦਾ। ਮਤਲਬ ਜਿਹਨੂੰ ਆਪਾਂ ਸੀਰੀ ਕਹਿ ਦਿੰਦੇ, ਸੀਰੀ ਨਹੀਂ, ਪਰਿਵਾਰਕ ਮੈਂਬਰ ਹੀ ਸੀ ਸਾਡੇ। ਤੇ ਉਹ ਸਾਡੇ ਨਾਲ, ਮੇਰੇ ਨਾਲ ਹੀ ਰਹਿੰਦਾ ਹੁੰਦਾ ਸੀ। ਦੋਨੇ ਭਾਈ ਇਕੱਠੇ ਰਹਿੰਦੇ ਹੁੰਦੇ, ਇਕੱਠਿਆਂ ਨੂੰ ਪੜ੍ਹਨ ਜਾਣਾ। ਉਦੋਂ ਆਨਾ ਫੀਸ ਹੁੰਦੀ, ਮਦਰਸੇ 'ਚ ਪੜ੍ਹਦੇ ਹੁੰਦੇ ਸੀ। ਅੱਛਾ ਜੀ। ਤੇ ਅਸੀਂ, ਮੇਰੇ ਬਾਪੂ ਨੇ ਸਾਨੂੰ ਕਿਤਾਬਾਂ ਫੱਟੀ ਹੁੰਦੀ ਸੀ, ਤੇ ਕਾਇਦਾ ਫੱਟੀ ਜੀ ਲੈ ਦੇਣੀ, ਪੈਨਸ਼ਨ ਪੁਲਸਨ ਘੱਟ ਕੇ ਦੇ ਦੇਣੀਆਂ ਗਾਨਿਆਂ ਦੀਆਂ। ਤੇ ਅਸੀਂ ਚੱਲ ਸਕੂਲ ਦੋਨਾਂ ਭਾਈਆਂ ਨੇ ਜਾ ਵੜਨਾ, ਇਕੱਠਿਆਂ ਨੇ ਰੋਟੀ ਖਾਣੀ।
ਮੇਰੀ ਬੇਬੇ ਨੇ ਚੂਰੀ ਕੁੱਟ ਕੇ ਤਾਂ ਸਾਨੂੰ ਦੋਹਾਂ ਨੂੰ ਦੇ ਦੇਣੀ। ਅੱਛਾ ਵੀ ਵਸੀਰ ਤੋਂ ਅੱਡ ਨਾ ਰੋਟੀ ਖਾਈ ਤੇ ਵਸੀਰ ਦੇ ਨਾਲ ਰੋਟੀ ਖਾਈ। ਵਾਹ। ਤੇ ਅਸੀਂ ਇਕੱਠਿਆਂ ਨੇ ਰੋਟੀ ਖਾਣੀ, ਇਕੱਠਿਆਂ ਨੇ ਰਹਿਣਾ ਜੀ। ਬਹੁਤ ਮੈਂ ਉਦਾਸ ਹੋਇਆ। ਪਹਿਲਾਂ ਮੇਰੇ ਵੱਡੇ ਭਰਾ ਦਾ ਵਿਆਹ ਸੰਨ 43 ਚ ਹੋਇਆ। ਅੱਛਾ ਜੀ। ਤੇ ਉਦੋਂ ਮੇਰਾ ਮੈਥੋਂ ਵੱਡਾ ਸੀ ਜਿਹੜਾ, ਉਹਦੇ ਵਿਆਹ ਨੂੰ ਫਿਰ ਰਹਿਮਾ ਸਾਡਾ ਚਾਚਾ ਸੀ ਜਿਹੜਾ ਉਹ ਜਿਉਂਦਾ ਸੀ ਉਦੋਂ, ਉਹ ਵਿਆਹ ਤੇ ਆਇਆ ਸੀ ਉਹਨਾਂ ਨਾਲ ਲੈ ਕੇ ਤੇ ਚਾਚੀ ਨੂੰ ਸਲਮਤੇ ਨਾਲ ਲੈ ਕੇ। ਵਾਹ। ਤੇ ਅਸੀਂ ਜਦੋਂ ਉੱਥੇ ਨਨਕਾਣਾ ਸਾਹਿਬ 92 ਚ ਮੈਂ ਵੀ ਉੱਥੇ ਚਲੋ ਆਪਣਾ ਮਹਾਰਾਜ ਦੀ ਕਿਰਪਾ ਸੀਗੀ, ਆਪਣਾ ਜਥਾ ਲੈ ਕੇ ਪਾਕਿਸਤਾਨ ਗਿਆ 92 ਚ ਘੁੰਮਣ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਜੀ। ਤੇ ਭੋਲਾ ਸਿੰਘ ਵਿਰਕ ਦਾ ਬਰਨਾਲੇ ਵਾਲੇ ਦਾ ਪਿਓ ਨਾਲ, ਤੇ ਉਹ 5-6 ਜਣੇ ਬਰਨਾਲੇ ਇਧਰੋਂ ਉਧਰੋਂ ਮੇਰੇ ਦੋਸਤ ਫਰੈਂਡ ਸਾਰੇ ਇਕੱਠੇ ਸੀ। ਤੇ ਅਸੀਂ ਜਦੋਂ ਉੱਥੋਂ ਨਿਕਲ ਕੇ ਬਾਹਰ ਬਹਿ ਗਏ, ਬੜੇ ਲੋਕ ਆਉਂਦੇ ਆ ਉੱਥੇ ਸਪੀਕਰਾਂ 'ਚ ਬੋਲਦੇ ਆ, ਤੇਰਾ ਪਿੰਡ ਫਲਾਨੇ ਪਿੰਡ ਦਾ ਕੋਈ ਬੰਦਾ ਮਿਲ ਜੇ, ਫਲਾਨੇ ਪਿੰਡ ਦਾ ਬੰਦਾ ਮਿਲ ਜੇ। ਅਸੀਂ ਉਹ ਉੱਥੇ ਆ ਗਿਆ ਕੁਦਰਤੀ ਆ ਕੇ, ਤੇ ਅਸੀਂ ਮਗਾ ਮੁਸਲਮਾਨ ਦੇ ਹੋਟਲ ਦੇ ਬਾਹਰ ਬੈਠੇ ਸੀ ਜੀ 7-8 ਜਣੇ। ਉਹਨੇ ਮੁਸਲਮਾਨ ਕਹਿੰਦਾ ਵੀ ਤੁਸੀਂ ਕੱਪੜੇ ਬਦਲੋ, ਬੱਚਿਆਂ ਨੂੰ ਕਹਿੰਦਾ ਬਰਤਨ ਸਾਫ਼ ਕਰੋ ਸਵਾ ਨਾ, ਤੇ ਆਪਾਂ ਇਹਨਾਂ ਨੂੰ ਖਾਣਾ ਖਵਾਉਣਾ। ਚੱਲ ਜੀ ਅਸੀਂ ਉੱਥੇ ਹੋਈ ਨੀ, ਬੜੇ ਵਸੀਰ ਆ ਗਿਆ। ਵਸੀਰ ਆ ਕੇ ਕਹਿੰਦਾ ਯਾਰ ਵੀ ਕੋਈ ਬੰਦਾ ਮਿਲ ਜੂ ਸਾਡੇ ਪਿੰਡ ਦਾ, ਮੈਨੂੰ ਬਹੁਤ ਚਿਰ ਗੇੜਾ ਮਾਰਦੇ ਨੂੰ ਹੋ ਗਿਆ ਤੇ ਉਮਰ ਵੀ ਉਸ ਚੱਲੀ, ਤੇ ਮਿਲੂ ਕਿ ਨਹੀਂ ਮਿਲੂ। ਤੇ ਮੈਂ ਕਿਹਾ, ਮੈਂ ਹੀ ਕੋਲੇ ਮੂਹਰੇ ਬੈਠਾ ਸੀ, ਜਾਨੀ ਮੇਰੇ ਨਾਲ ਹੀ ਜਥਾ ਗਿਆ ਸੀ। ਤੇ ਕੀ ਕਹਿੰਦਾ ਵੀ ਝੰਡਿਆਣੇ ਦਾ ਕੋਈ ਹੈ? ਹਾਂ, ਮਤਲਬ ਕਹਿੰਦਾ ਵੀ ਝੰਡਿਆਣੇ ਦਾ ਕੋਈ ਬੰਦਾ ਨੇੜੇ ਤੇੜੇ ਦਾ ਮਿਲ ਜੇ ਮੋਗੇ ਦੇ। ਮੈਂ ਕਿਹਾ ਨੇੜੇ ਤੇੜੇ ਦਾ ਕਿਹੜਾ ਬੰਦਾ, ਕਿਹੜੇ ਪਿੰਡ ਦਾ ਚੜਨਾ, ਕਿਹੜਾ ਨੱਥੂਆਣਾ, ਮਟਵਾਣੀ, ਮਹਿਣਾ, ਝੰਡਿਆਣਾ। ਮੈਂ ਕਿਹਾ ਝੰਡਿਆਣੇ ਕਿਹਨੂੰ ਜਾਣਦਾ? ਨਾਂ ਲਿਆ ਤੇ ਉਹਨੇ ਉੱਚੀ ਦੇਣਾ ਚੀਜ਼ ਮਾਰੀ, ਰੋਣ ਲੱਗ ਗਿਆ ਤੇ ਮੈਨੂੰ ਜੱਫੀ ਪਾ ਲਈ। ਜੱਫੀ ਪਾ ਕੇ ਮੈਨੂੰ ਕਹਿੰਦਾ ਤੂੰ ਕਰ। ਮੈਂ ਕਿਹਾ ਹਾਂ। ਉਹ ਕਹਿੰਦਾ ਵੀਰ ਮਸਾਂ ਮਿਲੇ ਆਪਾਂ, ਮੈਨੂੰ ਸਿਆਣ ਲਿਆ। ਮੈਂ ਕਿਹਾ ਨਹੀਂ। ਮੈਨੂੰ ਕਹਿੰਦਾ ਆਪਾਂ ਨਿੱਕੇ ਹੁੰਦੇ ਪਰਸੀਨ ਵੱਢਣ ਜਾਂਦੇ ਹੁੰਦੇ ਸੀਗੇ ਮੋਗੇ ਮੁੱਢੀ, ਪਰਸੀਨ ਕਿੱਥੇ ਕਸੇ ਕੁਸੇ ਤੇ ਹੁੰਦੇ, ਕਾਸ ਨਹੀਂ ਜਾਂਦੀ, ਉਹ ਚ ਭੂੰਡੀਆਂ ਜਿਹੀਆਂ ਹੁੰਦੀਆਂ ਲਾਲ ਲਾਲ ਬਹੁਤ, ਉਹ ਪਜਾਮਿਆਂ ਚ ਜਾਂਦੀਆਂ ਦੀ ਬੜੀ ਦੰਦੀ ਵੱਢਦੀਆਂ ਸੀ। ਤੇ ਮੈਨੂੰ ਕਹਿੰਦਾ ਮਜ਼ਾਕ ਕਰਕੇ ਕਹਿੰਦਾ ਤੂੰ ਕਹਿੰਦਾ ਨਾ ਮੁਸਲਿਆ ਵੱਢ ਪੱਠੇ ਮੈਂ ਤਾਂ ਭਰੀ ਪਾਊਂਗਾ। ਮੈਂ ਕਿਹਾ ਹੁਣ ਇੰਨੇ ਚਿਰ ਦੀ ਚੇਤਾ ਭੁੱਲ ਗਿਆ। ਮੈਂ ਕਿਹਾ ਯਾਰ ਮੇਰੇ ਨਹੀਂ ਯਾਰ ਹੋਣੀ। ਕਹਿੰਦਾ ਰੇਮੇ ਨੂੰ ਜਾਣਦਾ? ਮੈਂ ਕਿਹਾ ਮੇਰੇ ਮੂੰਹ ਤਾਂ ਹੀ ਨਿਕਲ ਗਈ। ਮੈਂ ਕਿਹਾ ਤੁਹਾਡਾ ਚਾਚਾ ਸੀ। ਮੈਨੂੰ ਕਹਿੰਦਾ ਅੱਛਾ ਮਗਾ। ਕਹਿੰਦਾ ਮੈਂ ਬਸੀਰ ਹਾਂ। ਜੱਫੀ ਪਾਈ ਅਸੀਂ ਬਹੁਤ ਰੋਏ, ਬਹਿ ਗਏ ਉੱਥੇ, ਗੱਲਾਂ ਬਾਤਾਂ ਕੀਤੀਆਂ, ਸਾਨੂੰ ਇਹਨਾਂ ਨੇ ਪ੍ਰਵਾਸ ਦਿੱਤਾ, ਦੋਨਾਂ ਨੂੰ ਚਾਹ ਪਾਣੀ ਅਸੀਂ ਪੀਤਾ। ਮੈਨੂੰ ਕਹਿੰਦਾ ਵੀ ਨਾਲ ਚੱਲੋ। ਉੱਥੇ ਜਾ ਕੇ ਨੇ ਬਹੁਤ ਤਰੱਕੀ ਕੀਤੀ, ਪੁਲਿਸ ਵਿੱਚ ਭਰਤੀ ਹੋ ਗਿਆ। ਅੱਛਾ। ਪੁਲਿਸ ਵਿੱਚ ਭਰਤੀ ਹੋ ਗਏ ਤੇ ਚੰਗਾ ਅਫਸਰ ਰਿਟਾਇਰ ਹੋਇਆ। ਉੱਥੇ ਜਾ ਕੇ ਫਾਰਮ ਫੂਰਮ ਵੀ ਬਣਾ ਲਿਆ, ਘਰ ਕੋਰ ਚੰਗਾ, ਖੇਤ ਚ ਬਹੁਤ ਚੰਗਾ ਘਰ ਪਾਇਆ। ਅੱਛਾ, ਰਹਿੰਦੇ ਕਿੱਥੇ ਨੇ ਉੱਥੇ ਫਿਰ? ਉੱਥੇ ਮਿੰਟਗੁਮਰੀ। ਅੱਛਾ। ਮੈਂ ਕਿਹਾ ਵਜ਼ੀਰ ਇਹਨਾਂ ਨੇ ਜਾਣ ਨਹੀਂ ਦੇਣਾ। ਕਹਿੰਦਾ ਬਾਈ ਜੀ ਮੇਰਾ ਕੋਡਮ MP ਹੈ, ਮੈਂ ਆਪੇ ਚਿੱਠੀ ਲਊਂ ਤੇ ਮੈਂ ਇਹਨਾਂ ਨੂੰ ਹੋਣਾ ਵੀ ਮੈਂ ਲੈ ਕੇ ਚੱਲਿਆ। ਅਸੀਂ ਉੱਥੇ ਅੰਦਰ ਚਲੇ ਗਏ, ਕਮੇਟੀ ਤੋਂ ਪੁੱਛਿਆ, ਉਹ ਕਹਿੰਦਾ ਵੀ ਤੁਸੀਂ ਜਾ ਸਕਦੇ ਆ। ਸਾਰਾ ਹਾਲਾ ਹਵੀਲਾ ਅਸੀਂ ਦੱਸਿਆ। ਘਰੇ ਲੈ ਗਿਆ ਸਾਨੂੰ। ਘਰੇ ਲਿਜਾ ਕੇ ਤੇ ਕੁੜੀਆਂ ਨੂੰ ਉੱਚੀ ਉੱਚੀ ਬਾਜਾਂ ਮਾਰੇ ਲੈ ਰੋਏ। ਕਹਿੰਦਾ ਉਹ ਮੇਰਾ ਵੀਰ ਆ ਗਿਆ, ਉਹ ਮੇਰਾ ਵੀਰ ਆ ਗਿਆ, ਉਹ ਮੇਰਾ ਵੀਰ ਆ ਗਿਆ। ਤੇ ਉਹ ਕੁੜੀਆਂ ਨੇ ਭੱਜੇ ਆਏ, ਨਿਆਣੇ ਨੂੰ। ਸਾਡੀ ਚਾਚੀ ਵੀ ਜਿਉਂਦੀ ਸੀ ਸਲਾਮ ਤੇ ਉਦੋਂ। ਅੱਛਾ। ਭੱਜ ਕੇ ਮੈਨੂੰ ਜੱਫੀ ਚ ਲੈ ਕੇ ਬਹੁਤ ਰੋਈ। ਤੇ ਜਵਾਕਾਂ ਨੇ
ਨੇ ਬੜੀ ਇੱਜ਼ਤ ਕੀਤੀ, ਗੋਡੀਆਂ ਹੱਥ ਲਾਇਆ, ਬਹਿ ਗਏ ਅਸੀਂ। 40 ਘੰਟਾ ਸਾਡਾ ਰੋਣਾ ਤੋਂ ਅੱਧਾ ਘੰਟਾ ਵੀ ਮੁੱਕਿਆ ਨਹੀਂ। ਫਿਰ ਮੈਨੂੰ ਕਹਿੰਦਾ ਕੀ ਖਾਏਗਾ ਹੁਣ? ਮੈਂ ਕਿਹਾ ਵੀ ਨਿੱਕੇ ਹੁੰਦੇ ਆਪਾਂ ਕਹਿੰਦੇ ਹੁੰਦੇ ਸੀਗੇ ਜੋ ਸਕੂਲੋਂ ਆਉਣਾ ਸੇਵੀਆਂ ਖਾਣੀਆਂ, ਤੇ ਆਪਾਂ ਕਹਿੰਦੇ ਹੁੰਦੇ ਸੀਗੇ ਚੱਲ ਅੱਜ ਚਾਚੀ ਕੋਲ ਚੱਲੀਏ ਯਾਰ, ਉੱਥੇ ਚਾਚੀ ਕੋਲ ਸੇਵੀਆਂ ਖਾਵਾਂਗੇ। ਹਾਂ, ਤੇ ਮੈਂ ਕਿਹਾ ਚਾਚੀ ਸੇਵੀਆਂ ਖਾਵਾਂਗੇ, ਬਣਾਈ ਤੂੰ। ਵਾਹ। ਪਾਣੀ ਚੱਲਦੇ ਰੋਂਦੀ ਰੋਂਦੀ ਕਹਿੰਦੀ। ਮੈਂ ਕਿਹਾ ਕੋਈ ਨੀ, ਤੂੰ ਕੋਲੇ ਬਹਿ ਜੀ, ਚੱਕ ਕੇ ਸੇਵੀਆਂ ਦੀ ਮੁੱਠ ਭਰ ਕੇ ਵਿੱਚ ਸਿੱਟਦੀ ਤੂੰ। ਸਾਨੂੰ ਲੱਗੂਗਾ ਵੀ ਸਾਡੀ ਸਾਨੂੰ ਸਾਡੀ ਚਾਚੀ ਦਾ ਸਵਾਦ ਆਊ। ਤੇ ਉਹਨੇ ਸੇਵੀਆਂ ਬਣਾਈਆਂ, ਅਸੀਂ ਉੱਥੇ ਖਾਧੀਆਂ। ਉਹਨੇ ਕੋਲ ਮੈਨੂੰ ਟੈਲੀਫੋਨ ਕੀਤਾ ਵੀ ਤੂੰ ਹੁਣੇ ਆ ਇੱਥੇ। ਉਹ ਕਹਿੰਦਾ ਵੀ ਇਹੋ ਜਿਹਾ ਕੰਮ, ਕਹਿੰਦਾ ਵੀ ਮੈਂ ਕਹਿੰਦਾ ਵੀ ਹੁਣੇ ਆ, ਮੇਰੇ ਕੋਲ ਛੇਤੀ ਪਹੁੰਚਦਾ ਹੋ ਜਾ। ਚੱਲ ਉਹ ਆ ਗਿਆ। 14 ਦਿਨ ਦਾ ਵੀਜ਼ਾ ਲੱਗਦਾ ਪਾਕਿਸਤਾਨ ਦਾ ਜੀ, ਤੇ ਉਹਨੂੰ ਕਹਿੰਦਾ ਵੀ ਵੀਜ਼ਾ ਹੋਰ ਵਧਾ ਦੇ 14 ਦਿਨ ਦਾ। ਸਾਡਾ 28 ਦਿਨ ਦਾ ਵੀਜ਼ਾ ਲਵਾਤਾ ਉਹਨੇ। ਬੱਲਾ 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 ਬੱਲਾ। ਫਿਰ ਸਾਨੂੰ ਉਹਨੇ ਸਾਰਾ ਪਾਕਿਸਤਾਨ ਘੁਮਾਇਆ, ਸਾਰੇ ਪਿੰਡ ਦੇ ਮੁਸਲਮਾਨ ਸੀ ਜਿੰਨੇ, ਸਾਰਿਆਂ ਨੂੰ ਮਿਲਾ ਕੇ ਲਿਆਇਆ, ਨੇੜੇ ਤੇੜੇ ਦਿਆਂ ਨੂੰ। ਅੱਛਾ, ਉਸ ਦਿਨ ਜਾਂ ਫਿਰ ਸੇਖੋਂ ਸਾਹਿਬ ਕਹਾਣੀ ਸੁਣਨ ਤੋਂ ਬਾਅਦ ਫੋਨ ਕੀਤਾ, ਫਿਰ ਕੀ ਕਹਿੰਦਾ ਭਰਾ? ਉਹ ਉਦੋਂ ਵੱਜਦੇ ਸੀ ਉੱਤੇ 1, 1:30, 2। ਬਿਲਕੁਲ। ਪਹਿਲਾਂ ਤਾਂ ਕੱਟਦਾ, ਫਿਰ ਉਹਨੇ ਕਿਹਾ ਵੀ ਇਹ ਕਿਹੜੀ ਐਮਰਜੈਂਸੀ ਪੈ ਗਈ, ਫੋਨ ਕਰੀ ਜਾਂਦਾ, ਕੋਈ ਗੱਲ ਨਾ ਹੋ ਗਈ ਹੋਵੇ। ਤੇ ਮੈਨੂੰ ਉਹਨੇ ਫੋਨ ਚੱਕਿਆ, ਕਹਿੰਦਾ ਵੀਰ। ਵਾਹ ਵਾਹ। ਮੈਂ ਕਿਹਾ ਹਾਂ। ਕਹਿੰਦਾ ਸੌਖਾ ਕਰੇ? ਮੈਂ ਕਿਹਾ ਹਾਂ ਸੌਖਾ। ਕਹਿੰਦਾ ਫਿਰ ਤੂੰ ਦਿਲ ਕਿਉਂ ਭਰਿਆ? ਮੈਂ ਕਿਹਾ ਵੀਰ, ਮੈਂ ਅੱਜ ਸਰਦਾਰ ਅਜੀਤ ਸਿੰਘ, ਹਰਜੀਤ ਸਿੰਘ ਤੇ ਰੇਡੀਓ ਸ਼ੇਰੇ ਪੰਜਾਬ ਤੋਂ ਉਹਨਾਂ ਨੇ ਕਹਾਣੀ 47 ਦੀ ਸੁਣਾਈ, ਮੇਰੇ ਤੋਂ ਬੋਲ ਨਹੀਂ ਰਹੀ ਵੀ ਤੂੰ ਮੈਨੂੰ ਫੇਸ ਟੂ ਫੇਸ ਹੋ ਇਸੇ ਮੋਬਾਈਲ ਤੇ। ਫਿਰ ਆਪਦੇ ਪੁੱਤੇ ਨੂੰ ਕਿਹਾ ਵੀ ਮੋਬਾਈਲ ਖੋਲ ਦੇ, ਮੈਨੂੰ ਕਰਕੇ ਦੇ ਠੀਕ, ਤੇ ਮੈਂ ਆਪਦਾ ਵੀਰ ਦੇਖਣਾ ਹੈ। ਫਿਰ ਉਹ ਮੈਨੂੰ ਕਹਿੰਦਾ ਵੀ ਗੱਲ, ਮੈਂ ਕਿਹਾ ਗੱਲ ਨਾ ਹੋਈ ਵੀ ਮੈਨੂੰ ਵਿਛੋੜਾ ਮੈਥੋਂ ਤੇਰਾ ਚੱਲਿਆ ਨਹੀਂ ਗਿਆ, ਮੈਥੋਂ ਤੇਰਾ ਵਿਛੋੜਾ ਨਹੀਂ ਬਸੀਰ ਚੱਲਿਆ ਗਿਆ। ਅੱਛਾ, ਕਿੰਨੇ ਸੇਖੋਂ ਸਾਹਿਬ ਤੋਂ ਛੋਟੇ ਨੇ ਉਹ, ਤੇ ਸਿਹਤ ਸੂਤ ਠੀਕ ਆ ਉਹਨਾਂ ਦੀ? ਸਿਹਤ ਮੇਰੇ ਵਰਗਾ ਹੀ ਹੈ, ਬਸ ਲੱਤਾਂ ਘੱਟ ਕੰਮ ਕਰਦੀਆਂ। ਮੈਥੋਂ ਵੱਡਾ ਸੀਗਾ 6-7 ਮਹੀਨੇ। ਕਮਾਲ ਹੋ ਗਈ, ਕਿੱਡਾ ਵੱਡਾ ਸਫ਼ਰ ਹੈ। ਅਸੀਂ ਜਿਹੜੇ ਹੁਣ ਪਤਾ ਨਹੀਂ ਜ਼ਿੰਦਗੀ ਦੇ ਇਸ ਸਮੇਂ 'ਚ ਆ ਕੇ ਕਿਤੇ ਮਿਲਣਾ ਸੀ ਜਾਂ ਕਲਕੱਤੇ ਜਾਣਾ ਗੱਡੀਆਂ ਨਾਲ, ਤਾਂ MGR ਦਾ ਨਾਂ ਸੁਣਨਾ, ਕਦੇ ਤੁਹਾਡੇ ਦਰਸ਼ਨ ਨਹੀਂ ਹੋਏ। ਸੁਣਨ ਵਾਲਿਆਂ ਨੂੰ ਦੱਸਦਾ, ਸਰਦਾਰ ਦੀ ਸ਼ਮਕ ਚੱਲਦੀ ਉੱਥੇ ਕਲਕੱਤੇ, ਮਾੜੀ ਮੋਟੀ ਗੱਲ ਨਹੀਂ ਸੀ, ਬਹੁਤ ਵੱਡਾ ਗਰੁੱਪ ਸੀ। ਜਿਵੇਂ ਪਹਿਲਾਂ ਬਾਈ ਦੱਸ ਕੇ ਹਟਿਆ, ਕਮਿੱਕਰ ਸਿੰਘ ਮੁਕੰਦਪੁਰੀ ਉਹਨਾਂ ਨਾਲ, ਗੋਰੇ ਸਹੌਲੀ ਵਾਲਿਆਂ ਨਾਲ, ਉਸੇ ਸਮੇਂ 'ਚ ਇਸਰਾਰ ਮਾਨ ਹੋਣੀ ਗਏ ਨੇ। ਬਹੁਤ ਪੈੜਾਂ, ਪਹਿਲੇ ਗੁਰਦੁਆਰਾ ਸਾਹਿਬ ਇਹਨਾਂ ਦੇ ਵੱਡੇ ਬ੍ਰਦਰ ਜਿਨ੍ਹਾਂ ਨੇ ਉੱਥੇ ਗੁਰਦੁਆਰੇ ਜਿਹੜੇ ਬਣਾਏ, ਬਹੁਤ ਤਕੜਾ ਪਰਿਵਾਰ ਸੀ, ਅਤੇ ਬਹੁਤ ਗੱਡੀਆਂ, ਹੁਣ ਵੀ ਟਰਾਲੇ ਟਰੂਲੇ ਚੱਲਦੇ ਨੇ। ਅਤੇ ਫਿਰ ਇੱਥੇ ਆ ਗਏ, ਪ੍ਰਵਾਸ ਹੋ ਗਿਆ। ਸਰਦਾਰ ਬਲਵੰਤ ਸਿੰਘ ਰਾਮੂਵਾਲੀਏ ਨਾਲ ਬਹੁਤ ਮਿੱਤਰਤਾ, ਅਤੇ ਸਰਦਾਰ ਸਾਹਿਬ ਬਹੁਤ ਚੜ੍ਹਦੀ ਕਲਾ 'ਚ ਰਹੇ ਨੇ ਉੱਥੇ। ਜੋਤੀ ਬਾਸੂ ਨਾਲ ਯਾਰੀ ਸੀ ਬਹੁਤ, ਐਨ ਜੁੰਡੀ ਦੇ ਯਾਰਾਂ ਵਰਗੀ। ਅਤੇ ਉੱਥੇ ਫਿਰ ਖੜਕਦੀਆਂ ਵੀ ਰਹੀਆਂ, ਪੂਰਾ 2 ਗਰੁੱਪ ਬਣ ਗਏ, ਗਰੁੱਪਾਂ ਦੇ ਵਿੱਚ ਫਿਰ ਨੁਕਸਾਨ ਵੀ ਹੋਏ, ਅਤੇ ਪਰ ਚੜ੍ਹਦੀ ਕਲਾ 'ਚ ਰਹੇ। ਅਤੇ ਕੱਲ੍ਹ ਅਸੀਂ 1.25 ਘੰਟਾ ਦੇ ਕਰੀਬ ਲੱਗੇ ਰਹੇ। ਪੁਰਾਣੀਆਂ ਗੱਲਾਂ, ਹਾਲਾਂਕਿ ਮੇਰੇ ਤੋਂ 30 ਸਾਲ ਵੱਡੇ ਨੇ, ਪਰ ਮੈਨੂੰ ਹੁਣ ਉੱਥੇ ਦੀ ਸੋਝ ਹੈ, ਇਹ ਇਲਾਕੇ ਦਾ ਪਤਾ ਹੈ, ਵੱਡੇ ਟਰਾਂਸਪੋਰਟਰਾਂ ਦੀ ਗੱਲ ਹੈ। ਅਤੇ ਸੇਖੋਂ ਸਾਹਿਬ ਚੜ੍ਹਦੀ ਕਲਾ 'ਚ ਰਹਿਣਾ, ਛੇਤੀ ਦਰਸ਼ਨ ਕਰਾਂਗੇ, ਬੈਠ ਕੇ ਗੱਲਾਂ ਬਾਤਾਂ ਕਰਾਂਗੇ, ਗੁਰੂ ਕਿਰਪਾ ਰੱਖੇ। ਕਿਤੇ ਦਰਸ਼ਨ ਮੈਂ ਤੁਹਾਡੇ ਨਾ, ਮੈਂ ਆਊਂਗਾ ਜੀ, ਮੈਂ ਆਊਂਗਾ ਮੈਂ ਦਰਸ਼ਨ ਹੀ ਕਰਨੇ। ਨਹੀਂ ਉਹ ਨਾ ਕਹੋ, ਵੱਡੇ ਹੋ ਤੁਸੀਂ, ਵੱਡੇ ਹੋ, ਮੈਂ ਆਊਂਗਾ ਆਪ। ਥੈਂਕ ਯੂ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਰਦਾਰ ਕਰਮ ਸਿੰਘ ਸੇਖੋਂ, ਝੰਡਿਆਣਾ ਪਿੰਡ ਹੈ। MGR ਵਾਲੇ ਇਹਨਾਂ ਨੂੰ ਕਹਿੰਦੇ ਸੀ, ਮੋਗਾ ਗੁਹਾਟੀ ਰੋਡਵੇਜ਼। 84 ਤੋਂ ਪਹਿਲਾਂ ਸਰਦਾਰਾਂ ਦੀਆਂ ਤੂਤੀਆਂ ਬੋਲਦੀਆਂ। ਕਲਕੱਤੇ
ਤੇ ਹਜ਼ਾਰ ਟਰੱਕ ਸੋਢੀ ਟਰਾਂਸਪੋਰਟ ਦਾ ਹੁੰਦਾ। ਕਿਤੇ ਛੋਟੀਆਂ ਨਹੀਂ ਗੱਲਾਂ ਹੈ, ਆਗਰੇ ਤੋਂ ਪਤਾ ਲੱਗਦਾ ਸੋਢੀ ਟਰਾਂਸਪੋਰਟ ਦੀਆਂ ਗੱਲਾਂ ਹੁੰਦੀਆਂ। LCR ਦਾ ਲੁਧਿਆਣਾ ਕਲਕੱਤਾ ਰੋਡਵੇਜ਼ ਵਾਲਿਆਂ ਦੀਆਂ ਬਹੁਤ ਗੱਡੀਆਂ ਸੀ, MGR ਦੀਆਂ। ਅਤੇ ਉੱਥੇ ਕਿਤੇ ਸ਼ਮਕ ਚੱਲਦੀ ਬਾਈ ਕਮਿੱਕਰ ਮੁਕੰਦਪੁਰੀਏ ਦਾ ਨਾਂ ਚੱਲਦਾ ਕੋਈ ਸਮਾਂ ਸੀ ਕਲਕੱਤੇ। ਐਡਾ ਜੁਰਕਾ ਸੀ, ਸਿਰੇ ਲਿਆ ਦਿੰਦਾ ਕਹਾਣੀ। ਮੁੜ ਕੇ ਜਮਾ ਹੀ ਬਦਲ ਗਿਆ ਧਰਮ ਵਾਲੇ ਪਾਸੇ। 84 ਤੋਂ ਬਾਅਦ 80% ਇਹਨਾਂ ਟਰਾਂਸਪੋਰਟਰਾਂ ਨੇ 84 ਤੋਂ ਬਾਅਦ ਖੱਤ ਕੱਢਣੇ ਛੱਡਤੇ ਅਤੇ ਦਾੜੇ ਪ੍ਰਕਾਸ਼ ਕਰ ਲਏ, ਦਸਤਾਰਾਂ ਬੰਨ੍ਹ ਲਈਆਂ। ਬਹੁਤ ਕੁਝ ਕਲਕੱਤੇ ਦੀ ਧਰਤ ਤੋਂ ਹੋਇਆ, ਬੜੇ ਮੁਹਿੰਮਾਂ ਉੱਥੋਂ ਸਰ ਹੋਈਆਂ ਅਤੇ ਬਹੁਤ ਵੱਡਾ ਨਾਂ ਸੀ। ਜੋਤੀ ਬਾਸੂ ਨੇ 84 ਦੇ ਵਿੱਚ ਬੜਾ ਖਿਆਲ ਕੀਤਾ ਕੌਮ ਦਾ। ਦਿੱਲੀੋਂ ਚੜ੍ਹ ਗਿਆ ਜਹਾਜ਼ ਉਹ, ਉਹਦੇ ਜਾਣ ਤੋਂ ਪਹਿਲਾਂ ਜਿਹੜਾ ਉਹਨੇ ਜਾ ਕੇ ਕੰਟਰੋਲ ਕਰਤਾ। ਕੇ ਦੀਪ ਅਤੇ ਮਾਈ ਮੋਹਣੋਂ ਹਰ ਸਾਲ ਗਾਉਂਦੇ ਜਦ ਉੱਥੋਂ ਹੇਮਗਿਰੀ ਜਾਂ ਪੰਜਾਬ ਮੇਲ ਚੜ੍ਹਨਾ ਕੇ ਦੀਪ ਅਤੇ ਜਗਮੋਹਨ ਕੌਰ ਨੇ ਹਾਬੜੇ ਸਟੇਸ਼ਨ 'ਤੇ ਭੰਗੜਾ ਪਾਉਣ ਲੱਗ ਜਾਣਾ, ਇੰਨੀ ਕਾਇਮ ਹੁੰਦੀ ਸੀ। ਇਹਨਾਂ ਦੀਆਂ ਪੈੜਾਂ ਅਸੀਂ ਵੇਖੀਆਂ ਜਾ ਕੇ ਜਦ ਕਲਕੱਤੇ 84 82 83 'ਚ ਗਿਆ ਮੈਂ ਪਹਿਲੀ ਵਾਰ। ਬੱਲੇ ਬੱਲੇ ਆ ਯਾਦਾਂ ਨੇ, ਉਹ ਸੁਣਦੇ ਰਹੇ ਮੈਨੂੰ ਬਹੁਤ ਚਿਰ ਦੇ। ਗੱਲਾਂ ਬਾਤਾਂ ਰਾਹ ਦੀਆਂ ਮੈਂ ਕਰਨੀਆਂ, ਕਹਿੰਦੇ ਮੈਂ ਕਹਿਣਾ ਮੁੰਡਾ ਇਹ ਸਾਡਾ ਕੌਣ ਹੈ, ਕਿਹੜੇ ਪਿੰਡਾਂ ਦਾ ਹੈ, ਇਹ ਸਾਡੀਆਂ ਗੱਲਾਂ ਕਰਦਾ ਹੈ। ਅਤੇ ਕੱਲ੍ਹ ਅਸੀਂ ਫਿਰ ਲੱਗੇ ਰਹੇ, ਕਾਇਮ ਨੇ ਹਲੇ, ਚੜ੍ਹਦੀ ਕਲਾ 'ਚ ਨੇ। ਸਮਾਂ ਬਹੁਤ ਸਮਰੱਥ ਹੈ, 7 ਲੱਖ ਰੁਪਈਆ ਖਰਚ ਕੇ LP ਜਦ 82 83 'ਚ ਸੜਕ 'ਤੇ ਜਾਣੀ ਤਾਂ ਟਰਾਂਸਪੋਰਟਰਾਂ ਨੇ ਇਹਨਾਂ ਨੇ ਮੁੱਛ ਨੂੰ ਹੋੜਾ ਦੇ ਕੇ ਚਾਂਦੀ ਦੀ ਡੱਬੀ 'ਚੋਂ ਛੱਕ ਕੇ ਮਾਵਾ ਟਾਂਕ ਕੇ ਕਹਿਣਾ ਰਬੜ 'ਤੇ ਜਾਂਦੀ ਆ 7 ਲੱਖ ਦੀ ਤੁਰੀ ਓਏ। ਮਾੜੀ ਮੋਟੀ ਗੱਲ ਨਹੀਂ ਸੀ ਹੈ। ਸਾਰਾ ਕੁਝ 84 ਨੇ ਸਾਡਾ ਇੱਕ ਨਹੀਂ ਨਾ ਖੋਇਆ, ਸਾਰਾ ਕੁਛ ਇਹ ਖੋਹਤਾ। ਕਲਕੱਤਿਓਂ ਦਿੱਲੀਓਂ ਪਿੰਡ, ਪਟਨਿਓਂ ਲੋਕ ਪਿੰਡ ਆ ਗਏ ਅਤੇ ਵੱਡੇ ਪਟਨੇ ਗਰੇਵਾਲ ਗੁਡਸ ਕੈਰੀਅਰ ਦਾ ਨਾਂ ਸੀ ਬਹੁਤ ਵੱਡਿਆ, ਬਾਈ ਸਿੱਧੂ ਫੋਨ ਕਰਦੇ ਹੁੰਦੇ ਆ। ਅਤੇ ਇਹ ਬਹੁਤ ਚੜ੍ਹਤਾਂ ਸੀ। ਜਦ ਹੱਥੀਂ ਫਿਰ ਗੁਰੂ ਸਾਹਿਬ ਦੀਆਂ ਫੋਟੋਆਂ ਲਾਉਣੀਆਂ ਪਈਆਂ ਸ਼ੋਅ ਤੋਂ, ਅਤੇ ਬਾਜ ਲਾ ਕੇ ਟੰਗਣੇ ਪਏ ਗੱਭੇ ਜਿੱਥੇ ਧੂਫਾਂ ਧੁਖਦੀਆਂ, ਉਹ ਫੋਟੋਆਂ ਲਾਉਣੀਆਂ ਪਈਆਂ ਬਾਬੇ ਦੀਪ ਸਿੰਘ ਦੀਆਂ। ਬਹੁਤ ਰੋਏ। ਇੱਧਰੋਂ ਗੱਡੀਆਂ ਗਈਆਂ 84 'ਚ ਕਲਕੱਤੇ ਨੂੰ, ਅਤੇ ਉੱਧਰੋਂ ਰਾਮਗੜ੍ਹ ਤੋਂ ਯੋਧੇ ਫੌਜੀ ਜਿਹੜੇ ਤੁਰ ਪਏ। ਰਾਹ 'ਚ ਜਦ ਗੱਡੀਆਂ ਚੰਪਾਰਨ ਗੋਬਿੰਦਪੁਰ ਦੇ ਏਰੀਏ ਦੇ ਵਿੱਚ ਪੜਾਅ ਤੋਂ ਅੱਗੇ ਉਹਨਾਂ ਨਾਲ ਮੱਥੇ ਹੋਏ, ਉਹ ਗਾਲਾਂ ਕੱਢਣ ਉੱਚੀ, ਉਹ ਕਿੱਥੇ ਨੂੰ ਜਾਂਦੇ ਹੋ, ਅਸੀਂ ਸਾਰਾ ਕੁਝ ਛੱਡ ਕੇ ਪੰਜਾਬ ਨੂੰ ਜਾਂਦੇ ਹਾਂ, ਤੁਸੀਂ ਕਿੱਥੇ ਨੂੰ ਜਾਂਦੇ ਹੋ। ਬਾਬੇ ਬਾਦਲ ਨੇ ਕਹਿਤਾ ਅਸੀਂ ਛੱਡਤੀਆਂ ਛਾਉਣੀਆਂ, ਆ ਜਾਓ ਮੁੜਿਆਓ, ਸਿੱਧੀਆਂ ਹੀ ਸੜਕਾਂ 'ਤੇ ਆ ਗਏ। ਬਹੁਤ ਚੜ੍ਹਤ ਸੀ। ਬੜੇ ਬਾਜ਼ਾਰ ਗੁਰਦੁਆਰੇ ਦੁਨੀਆ ਭਰ ਦਾ ਚੱਲਿਆ ਬੰਦਾ ਆ ਕੇ ਆਉਂਦਾ। ਉਹੀ ਬਜਬਜ ਦੀ ਘਾਟ 'ਤੇ ਸਾਡੇ ਪੁਰਖੇ ਉਤਰੇ ਕਦੇ, ਕਾਮਾਗਾਟਾ ਮਾਰੂ ਗਿਆ। ਬੜਾ ਸਿੱਖ ਸੰਗਤ ਗੁਰਦੁਆਰਾ ਸਾਹਿਬ ਦੀ ਮੁੱਖ ਸੇਵਾਦਾਰ ਜਿਹੜਾ ਹੁੰਦਾ ਉਹਦਾ ਨਾਂ ਹੁੰਦਾ। ਉਸੇ ਵਿੱਚੇ ਸਿਮਰਨਜੀਤ ਸਿੰਘ ਮਾਨ ਜਦ ਬੰਬੇ ਉੱਥੇ ਗਏ, ਬੜੇ ਬਾਜ਼ਾਰ ਪਹੁੰਚੇ। ਬੜੇ ਬਾਜ਼ਾਰ ਤੋਂ ਬਾਅਦ ਫਿਰ ਇਹ ਸਾਰੇ ਗਰੁੱਪ ਨੇ ਉਹਨਾਂ ਨੂੰ ਧਰੱਟੀ ਸਾਂਭਿਆ, ਛੱਤ ਵਾਲੀ ਗਲੀ ਦੇ ਵਿੱਚ 12ਵੀਂ 13ਵੀਂ ਮੰਜ਼ਿਲ 'ਚ ਰੱਖੇ ਮਾਨ ਸਾਹਿਬ ਉੱਥੇ। ਫਿਰ ਉਹਨਾਂ ਨੂੰ ਟਪਾਉਣ ਗਏ ਅਤੇ ਬਾਰਡਰ 'ਤੇ ਫੜੇ ਗਏ। ਸਾਰੇ ਅੰਦਰ ਹੋ ਗਏ, ਬਾਈ ਚਰਨ ਅਤੇ ਗੋਰਾ ਸਹੌਲੀ ਵਾਲਾ ਅਤੇ ਨਾਲ ਸਰਦਾਰ ਕਮਿੱਕਰ ਸਿੰਘ ਮਾਨ ਸਾਹਿਬ ਅਤੇ ਰਾਮ ਸਿੰਘ ਰਾਗੀ ਵੀ ਉੱਥੇ ਪਹੁੰਚ ਗਿਆ ਸੀ। ਅਤੇ ਫਿਰ ਉੱਥੋਂ ਟਰਾਂਜੀਸ਼ਨ ਹੋਈ। ਬਹੁਤ ਕੁਛ ਇਹਨਾਂ ਨੇ ਵੇਖਿਆ। ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ 'ਚ ਰਹਿਣ ਸੇਖੋਂ ਸਾਹਿਬ। ਗੜਕਾ ਜੱਟ ਦੀ ਬੋਲ 'ਚ ਹਲੇ ਵੀ ਉਹਨਾਂ ਇਹੋ ਜਿਹੀ ਗਰਾਰੀ ਚੜ੍ਹੀ ਪਹਿਲੇ ਸ਼ੋਅ ਤੋਂ, ਸ਼ੁਰੂ ਤੋਂ ਸਾਰਾ ਸ਼ੋਅ ਆਪਣਾ ਅੱਜ ਇੰਟਰਵਿਊਜ਼ ਦੇ ਵਿੱਚ ਲੰਘ ਗਿਆ। ਮਾਵਾਂ ਜਿਵੇਂ ਕਹਿੰਦੀਆਂ ਹੁੰਦੀਆਂ ਤੁਰਨ ਵੇਲੇ, ਆਪਾਂ ਤਾਂ ਭੈਣੇ ਗੱਲਾਂ ਹੀ ਨਹੀਂ ਕੀਤੀਆਂ ਜਾਂ ਮਾਵਾਂ ਅਤੇ ਮਾਸੀਆਂ ਇਕੱਠੀਆਂ ਹੋਣ, 3-3 ਦਿਨ ਦੀਆਂ ਇਕੱਠੀਆਂ ਰਹਿੰਦੀਆਂ ਹੁੰਦੀਆਂ ਨੇ, ਹਲੇ ਗੱਲਾਂ ਰਹਿ ਗਈਆਂ। ਸੋ ਕਦੇ ਕਦੇ ਇਸ ਤਰ੍ਹਾਂ ਹੀ ਹੋ ਜਾਂਦਾ। ਧਾਲੀਵਾਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ, ਸਤਿ ਸ੍ਰੀ ਅਕਾਲ। ਜੀ ਸਤਿ ਸ੍ਰੀ ਅਕਾਲ ਬੁੱਲਪੁਰੀ ਵਾਲਿਓ। ਦੇਖੋ ਜੀ, ਪਹਿਲਾਂ ਉਹਨਾਂ ਨੂੰ ਵੀ ਮੈਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਣਾ ਸੇਖੋਂ ਸਾਹਿਬ ਨੂੰ ਜੀ। ਉਹਨਾਂ ਦੇ ਪਿੰਡ ਕਾਫੀ ਵਾਰੀ ਗਏ ਆ ਤੇ ਐ ਨਹੀਂ ਸੀ ਮੈਨੂੰ ਪਤਾ ਵੀ ਉਹ ਵੀ ਪਾਕਿਸਤਾਨ ਚੋਂ ਆਇਆ ਪਰਿਵਾਰ। ਹੁਣ ਅਸੀਂ 3 ਬੰਦੇ ਇੱਥੇ ਹੁੰਨੇ ਆ। ਇੱਕ ਤਾਂ ਸਹੌਲੀ ਦਾ ਬਾਈ ਆ, ਉਹ ਵੀ ਪਾਕਿਸਤਾਨ ਚੋਂ ਆਏ ਆ। ਇੱਕ ਗਿੱਲ ਆ ਜਿਹੜਾ ਆਪਣੇ ਲੁਧਿਆਣੇ ਕੋਲੇ ਵੱਡਾ ਪਿੰਡ ਗਿੱਲ, ਇੱਕ ਬਾਈ ਉੱਥੋਂ ਦਾ। 3 ਜਾਣਿਆਂ ਨੇ ਦੋਹੇ ਕਹਾਣੀਆਂ ਬਹੁਤ ਸੁਣੀਆਂ ਵਧੀਆ ਤਰੀਕੇ ਨਾਲ, ਬੁੱਧਵਾਰ ਵਾਲੀਆਂ ਦੋਹੇ। ਤੇ ਆਹੀ ਗੱਲਾਂ ਪੁਰਾਣੀਆਂ
ਹਰਜੀਤ ਸਿੰਘ, ਮੈਂ 1960 ਦਾ ਇਹ ਗੱਲਾਂ ਸੁਣਦਾ, ਪਾਕਿਸਤਾਨ ਚੋਂ ਆਇਆ ਪਰਿਵਾਰ। ਆਪਣਾ ਪਰਿਵਾਰ ਤਾਂ ਪਿੰਡ ਹੀ ਬਹਿ ਗਿਆ, ਕਈਆਂ ਦਾ ਬਹੁਤ ਜ਼ਿਆਦਾ ਨੁਕਸਾਨ, ਲੱਦ ਪਲੱਦ ਬਹੁਤ ਜ਼ਿਆਦਾ ਨੁਕਸਾਨ ਹੋਇਆ। ਤੇ ਹਜੇ ਵੀ ਜਾਣੀ ਹੁਣ ਅਸੀਂ ਗੱਲਾਂ ਹੀ ਸੁਣੀਆਂ, ਸਾਡਾ ਵੀ ਮਨ ਕਰਦਾ ਵੀ ਕਿਹੜਾ ਉੱਧਰ ਜਾ ਕੇ ਆਜੇ। ਤੇ ਜਿਹੜੀ ਵੱਧ ਨੁਕਸਾਨ ਵਾਲੀ ਗੱਲ ਹੋਈ ਆ ਨਾ ਪੰਜਾਬ ਨੂੰ, ਤੁਸੀਂ ਵੀ ਉਹ ਤਾਂ ਪੜ੍ਹੇ ਲਿਖੇ ਸਿਆਣੇ ਆ ਬਈ, 47 ਚ ਆਪਣਾ ਕਿੰਨਾ ਨੁਕਸਾਨ ਹੋਇਆ, ਆਪਾਂ ਨੂੰ ਕੁਛ ਨਹੀਂ ਬਣਿਆ 47 ਚ। ਤੇ 84 ਚ ਦੇਖ ਲਓ ਕਿੰਨਾ ਨੁਕਸਾਨ ਹੋ ਗਿਆ। 84 ਚ ਫੇਰ ਜਿਨ੍ਹਾਂ ਦਾ ਚਿੱਤ ਚੇਤਾ ਹੀ ਨਹੀਂ ਸੀ, ਉਰੇ ਪਰੇ ਫਿਰਦੇ ਸੀ, ਉਹ ਰਾਜ ਲੈ ਕੇ ਬਹਿ ਗਏ ਮੌਜ ਨਾਲ। ਹੁਣ ਆ ਮੋਰਚੇ ਚ ਕਿੰਨੇ ਬੰਦੇ ਸ਼ਹੀਦ ਹੋ ਗਏ, ਇਹਨਾਂ ਦਾ ਜਾਣੀ ਬੇਥਵਾਕੀ ਲਾ ਲਓ, ਕੁਛ ਲਾ ਲਓ ਆਪਣੇ ਲੀਡਰਾਂ ਦੀ, ਉਹ ਜਿਹਦਾ ਪਤਾ ਹੀ ਨਹੀਂ ਸੀ, ਉਹ ਦਿੱਲੀੋਂ ਆ ਕੇ ਰਾਜ ਕਰਕੇ ਬਹਿ ਗਿਆ। ਇਹ ਘਾਟ ਬਹੁਤ ਜ਼ਿਆਦਾ ਰੜਕ ਰਹੀ ਹੈ ਜੀ ਬਾਈ ਜੀ। ਤੇ ਮਿਹਰਬਾਨੀ, ਸਤਿ ਸ੍ਰੀ ਅਕਾਲ, ਤੁਹਾਡਾ ਵੀ ਪ੍ਰੋਗਰਾਮ ਲਿਆਉਣ ਦਾ ਧੰਨਵਾਦ ਜੀ। ਫਿਰ ਸੋਮਵਾਰ ਨੂੰ ਮਿਲਦੇ ਆ ਕੇ, ਕਾਇਮ ਹੋ ਕੇ ਪੂਰੇ, ਰੱਬ ਰੱਖਾ।